ਚੱਕਦੇ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਦਵਿੰਦਰ ਤੂਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਪੁੱਛ ਦੀਆਂ ਖਬਰਾਂ ਦੇ ਇਸ ਸੈਗਮੈਂਟ ਦੇ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ। ਅੱਜ ਇਸ ਸੈਗਮੈਂਟ ਦੇ ਵਿੱਚ ਮੇਰੇ ਨਾਲ ਟੋਰਾਂਟੋ ਤੋਂ ਸ਼ਾਮਲ ਹੋਣਗੇ ਪਰਮਿੰਦਰ ਸਿੰਘ ਜੀ ਤੇ ਦੂਜੇ ਪਾਸੇ ਸੰਦੀਪ ਸਿੰਘ ਜੀ, ਜਿਹੜੇ ਕਿ ਸ਼੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ ਦੇ ਨਾਲ ਸ਼ਮੂਲੀਅਤ ਰੱਖਦੇ ਨੇ। ਕੈਨੇਡੀਅਨ ਬੋਰਨ ਨੇ, ਪਰ ਪਿਛਲੇ 10-12 ਸਾਲ ਉਹਨਾਂ ਨੇ ਪੰਜਾਬ ਦੇ ਵਿੱਚ ਵੀ ਬਿਤਾਏ ਨੇ। ਸਰਦਾਰ ਸਿਮਰਜੀਤ ਸਿੰਘ ਮਾਨ ਦੇ ਨਾਲ ਕਾਫੀ ਨੇੜੇ ਸਮਝੇ ਜਾਂਦੇ ਨੇ। ਉਹਨਾਂ ਦੇ ਨਾਲ ਅੱਜ ਅਸੀਂ ਗੱਲਬਾਤ ਕਰਾਂਗੇ ਜੋ ਪੰਜਾਬ ਦੀ ਅੱਜ ਦੀ ਸਥਿਤੀ ਬਣੀ ਹੋਈ ਆ, ਉਸ ਸਥਿਤੀ ਦੇ ਬਾਰੇ ਚਾਨਣਾ ਪਾਵਾਂਗੇ। ਜਿਹੜੀਆਂ ਖਬਰਾਂ ਆ ਰਹੀਆਂ ਨੇ ਉਹ ਖਬਰਾਂ 'ਤੇ ਵੀ ਚਾਨਣਾ ਪਾਉਣ ਦੀ ਕੋਸ਼ਿਸ਼ ਕਰਾਂਗੇ। ਸ਼ੁਰੂਆਤ ਕਰਦੇ ਹਾਂ ਪਰਮਿੰਦਰ ਸਿੰਘ ਜੀ ਤੋਂ। ਪਰਮਿੰਦਰ ਸਿੰਘ ਜੀ, ਕਿਹੜੀਆਂ ਖਬਰਾਂ ਪੰਜਾਬ ਤੋਂ ਆ ਰਹੀਆਂ ਨੇ, ਕਿਹੋ ਜਿਹੀ ਸਥਿਤੀ ਬਣੀ ਹੋਈ ਆ ਪੰਜਾਬ ਦੀ? ਦਵਿੰਦਰ ਜੀ, ਜੇ ਗੱਲ ਕੀਤੀ ਜਾਵੇ ਪੰਜਾਬ ਦੀ ਸਥਿਤੀ ਬਾਰੇ, ਇਸ ਸਮੇਂ ਬਹੁਤ ਗੰਭੀਰ ਸਥਿਤੀ ਆ। ਇੱਕ ਪਾਸੇ ਤੇ ਇਨਵੈਸਟਮੈਂਟ ਸਬਮਿਟ ਜਿਹੜੀ ਕਰਵਾਈ ਜਾ ਰਹੀ ਆ, ਉਹ ਇੱਕ ਤਰ੍ਹਾਂ ਨਾਲ ਪੰਜਾਬ ਦੀਆਂ ਮੁਸ਼ਕਲਾਂ 'ਤੇ ਪਰਦਾ ਪਾਉਣ ਦੀ ਗੱਲ, ਜਿੱਦਾਂ ਆਪੋਜੀਸ਼ਨ ਵੱਲੋਂ ਕਿਹਾ ਜਾ ਰਿਹਾ, ਪਰਦਾ ਪਾਉਣ ਦੀ ਕੋਸ਼ਿਸ਼ ਜਿਹੜੀ ਆ ਉਹ ਕੀਤੀ ਜਾ ਰਹੀ ਹੈ। ਪਰ ਦੂਜੇ ਪਾਸੇ ਜਿਹੜੇ ਪੰਜਾਬ ਦੇ ਹਾਲਾਤ ਹੈਗੇ ਆ ਉਹ ਜਿਉਂ ਦੇ ਤਿਉਂ ਬਣੇ ਹੋਏ ਆ। ਜਿਹੜੇ 2 ਸਿੰਘ ਗ੍ਰਿਫਤਾਰ ਕੀਤੇ ਗਏ ਸੀਗੇ ਬੇਅਦਬੀ ਮਾਮਲੇ ਦੇ ਵਿੱਚ, ਉਹਨਾਂ ਦਾ ਲਾਈ ਡਿਟੈਕਟਰ ਟੈਸਟ, ਜਿਹੜਾ ਲੇਟੈਸਟ ਨਿਊਜ਼ ਆ ਰਹੀ ਹੈ, ਲਾਈ ਡਿਟੈਕਟਰ ਟੈਸਟ ਕਰਵਾਇਆ ਜਾ ਰਿਹਾ। ਸੋ ਇਹ ਵੀ ਇੱਕ ਬਹੁਤ ਮਹੱਤਵਪੂਰਨ ਗੱਲ ਹੈਗੀ ਆ, ਕਿਉਂਕਿ ਸਰਕਾਰ ਦੇ ਉੱਤੇ ਬਹੁਤ ਜ਼ਿਆਦਾ ਦਬਾਅ ਇਸ ਸਮੇਂ ਪੈ ਰਿਹਾ ਹੈ ਸਿੱਖ ਜਥੇਬੰਦੀਆਂ ਦਾ। ਇਹ ਵੀ ਕਿਹਾ ਜਾ ਰਿਹਾ ਹੈ ਕਿ ਸਰਕਾਰ ਤਾਂ ਇੱਕ ਵਾਰੀ ਰਾਜ਼ੀ ਹੋ ਚੁੱਕੀ ਸੀਗੀ ਕਿ ਉਹਨਾਂ ਨੂੰ ਰਿਹਾ ਕਰ ਦਿੱਤਾ ਜਾਵੇ, ਪਰ ਕੁਝ ਪੁਲਿਸ ਆਫੀਸਰਸ ਦੇ ਕਹਿਣ ਦੇ ਉੱਤੇ ਕਿ ਉਹ ਅਜੇ ਤੱਕ ਪੂਰੀ ਤਰੀਕੇ ਦੇ ਨਾਲ ਇਸ ਮਾਮਲੇ ਨੂੰ ਇਹਦੇ 'ਚ ਅਜੇ ਜਾਂਚ ਹੋਣੀ ਬਾਕੀ ਆ, ਇਸ ਕਰਕੇ ਇਹਨਾਂ ਨੂੰ ਨਾ ਛੱਡਿਆ ਜਾਵੇ। ਸੋ ਸਵਾਲ ਉੱਥੇ ਦੇ ਉੱਥੇ ਹੀ ਖੜੇ ਆ ਕਿ ਜੇ ਇਹ 2 ਸਿੰਘ ਬੇਕਸੂਰ ਹੈਗੇ ਆ ਤੇ ਫਿਰ ਅਸਲੀ ਜਿਹੜੇ ਆਰੋਪੀ ਹੈਗੇ ਆ ਉਹਨਾਂ 'ਤੇ ਕਾਰਵਾਈ ਕਿਉਂ ਨਹੀਂ ਕੀਤੀ ਜਾ ਰਹੀ? ਤੇ ਸੰਦੀਪ ਸਿੰਘ ਜੀ, ਜੇ ਅੱਜ ਦੀ ਸਥਿਤੀ 'ਤੇ ਨਜ਼ਰ ਮਾਰੀ ਜਾਵੇ, ਕਾਫੀ ਨਾਜ਼ੁਕ ਸਥਿਤੀ ਹੈ ਜਿਵੇਂ ਕਿ ਅਸੀਂ ਸਾਰੇ ਹੀ ਜਾਣਦੇ ਹਾਂ, ਪਰ ਇਸ ਸਥਿਤੀ ਦੇ ਲਈ ਦੋਸ਼ੀ ਕਿਸ ਨੂੰ ਸਮਝਿਆ ਜਾਵੇ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਫਤਿਹ। ਪਹਿਲੀ ਗੱਲ ਤਾਂ ਤੁਸੀਂ ਦੇਖੋ, ਇਸ ਦੇ ਵਿੱਚ ਸਿੱਧਾ ਹੀ ਸਰਕਾਰ ਜ਼ਿੰਮੇਵਾਰ ਆ। ਸਰਕਾਰ ਇਸ ਲਈ ਜ਼ਿੰਮੇਵਾਰ ਆ ਕਿਉਂਕਿ ਇਸ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਨੂੰ ਚੋਰੀ ਹੋਏ ਨੂੰ ਕਿੰਨਾ ਸਮਾਂ ਹੋ ਚੁੱਕਾ ਸੀ। ਸਰਕਾਰ ਨੇ ਇਸ ਚੀਜ਼ ਨੂੰ ਸੀਰੀਅਸਲੀ ਨਹੀਂ ਲਿੱਤਾ, ਜਿਸ ਕਰਕੇ ਬੇਅਦਬੀਆਂ ਹੋਈਆਂ। ਇੱਕ ਬੇਅਦਬੀ ਤੋਂ ਬਾਅਦ ਚੋਂ ਦੂਸਰੀ ਤੋਂ ਬਾਅਦ ਚੋਂ ਤੀਸਰੀ, ਐਂਡ ਇਟ ਹੈਜ਼ ਬਿਕਮ ਅ ਚੇਨ ਨਾਓ। ਇਹ ਚੇਨ ਐਕਟੀਵਿਟੀਜ਼ ਹੋ ਰਹੀਆਂ ਨੇ ਜਿੱਥੇ ਵੀ ਹੋ ਰਹੀਆਂ ਨੇ। ਇਸ ਲਈ ਸਿੱਧਾ ਬਾਦਲ ਸਰਕਾਰ ਜ਼ਿੰਮੇਵਾਰ ਆ। ਅਗਰ ਉਹਨਾਂ ਨੇ ਸਹੀ ਸਮੇਂ 'ਤੇ ਸਟੈਪਸ ਚੱਕੇ ਹੁੰਦੇ ਤੇ ਇਹ ਦਿਨ ਨਾ ਦੇਖਣੇ ਪੈਂਦੇ, ਸਾਨੂੰ 2 ਸਿੰਘ ਸ਼ਹੀਦ ਨਾ ਕਰਵਾਉਣੇ ਪੈਂਦੇ, ਇੰਨਿਆਂ ਨੂੰ ਜ਼ਖਮੀ ਨਾ ਕਰਵਾਉਣਾ ਪੈਂਦਾ, ਪੰਜਾਬ ਦਾ ਮਾਹੌਲ ਇਹੋ ਜਾਣਾ ਹੁੰਦਾ। ਉਸ ਤੋਂ ਬਾਅਦ 'ਚੋਂ ਵੀ ਅਗਰ ਤੁਸੀਂ ਦੇਖੋ, ਪਹਿਲਾਂ ਤਾਂ ਗਲਤੀ ਕੀਤੀ ਆ ਸਰਕਾਰ ਨੇ, ਉਹਨੂੰ ਮੰਨਣ ਦੀ ਬਜਾਏ ਇਹ ਤਸ਼ੱਦਦ ਵਾਲੇ ਪਾਸੇ ਆ ਗਏ। ਇਹਨਾਂ ਨੇ ਤਸ਼ੱਦਦ ਦੇ ਨਾਲ ਇਸ ਮੂਵਮੈਂਟ ਨੂੰ ਰੋਕਣ ਦੀ ਟਰਾਈ ਕੀਤੀ ਹੈ। ਜਿਹੜੀ ਪੁਲਿਸ ਫੋਰਸ ਆ ਉਹ ਸਿੱਧਾ ਹੋਮ ਮਿਨਿਸਟਰ ਦੇ ਅੰਡਰ ਆਉਂਦੀ ਆ। ਪੰਜਾਬ ਦੇ ਵਿੱਚ ਹੋਮ ਮਿਨਿਸਟਰੀ ਜਿਹੜੀ ਆ ਉਹ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਅਧੀਨ ਆ। ਸੋ ਮੈਂ ਇਹ ਗੱਲ ਸਾਫ਼ ਤੌਰ 'ਤੇ ਕਲੀਅਰ ਕਰਨਾ ਚਾਹੁੰਦਾ ਹਾਂ ਕਿ ਜਿਹਨੇ ਗੋਲੀ ਚਲਾਈ ਉਹ ਵੀ ਉਹਨਾਂ ਜ਼ਿੰਮੇਵਾਰ ਆ, ਗੋਲੀ ਦਾ ਚਲਾਉਣ ਦਾ ਆਰਡਰ ਦੇਣ ਵਾਲਾ ਵੀ ਉਹਨਾਂ ਹੀ ਜ਼ਿੰਮੇਵਾਰ ਆ। ਇਸ ਚੀਜ਼ ਦੇ ਵਿੱਚ ਸੁਮੇਧ ਸੈਣੀ, ਸੁਖਬੀਰ ਬਾਦਲ ਅਤੇ ਉਹਨਾਂ ਪੁਲਿਸੀਆਂ ਨੂੰ ਵਿੱਚੋਂ ਕੱਢਿਆ ਨਹੀਂ ਜਾ ਸਕਦਾ। ਇਹਨਾਂ ਲੋਕਾਂ ਨੇ ਨਿਰਦੋਸ਼ 2 ਸਿੱਖਾਂ ਨੂੰ ਮਾਰਿਆ ਆ, ਇਹਨਾਂ ਦੇ ਉੱਤੇ ਮਰਡਰ ਚਾਰਜਸ ਲੱਗਣੇ ਹੀ ਚਾਹੀਦੇ ਨੇ। ਜਦੋਂ ਅੰਦੋਲਨ ਹੁੰਦੇ ਨੇ ਪੰਜਾਬ ਦੇ ਵਿੱਚ, ਇਹ ਕੋਈ ਗੱਲ ਨਵੀਂ ਤਾਂ ਨਹੀਂ। ਜੇ ਅਸੀਂ ਸਰਕਾਰੀ ਮੁਲਾਜ਼ਮਾਂ ਦਾ ਅੰਦੋਲਨ ਦੀ ਗੱਲ ਕੀਤੀ ਜਾਵੇ, ਕਿਸਾਨਾਂ ਦੇ ਅੰਦੋਲਨ ਦੀ ਗੱਲ ਕੀਤੀ ਜਾਵੇ, ਜਿਸ ਨੇ ਵੀ ਕਦੇ ਸਰਕਾਰ ਦੇ ਵਿਰੁੱਧ ਆਵਾਜ਼ ਉਠਾਈ ਆ, ਉਹਨਾਂ ਉੱਤੇ ਲਾਠੀ ਚਾਰਜ ਤੇ ਗੋਲੀਆਂ ਪਹਿਲਾਂ ਵੀ ਭਰਾਈਆਂ ਜਾਂਦੀਆਂ ਰਹੀਆਂ ਨੇ। ਪਰ ਇਸ ਬਾਰੇ ਜਿਹੜਾ ਧਾਰਮਿਕ ਮਾਹੌਲ ਬਣਿਆ ਹੋਇਆ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਕੇ ਜਿਹੜਾ ਸੰਘਰਸ਼ ਚੱਲਿਆ ਸੀ, ਉੱਥੇ ਜਿਵੇਂ ਸੰਦੀਪ ਸਿੰਘ ਜੀ ਨੇ ਦੱਸਿਆ ਕਿ 2 ਸਿੰਘਾਂ ਦੀ ਸ਼ਹੀਦੀ ਵੀ ਪਾਈ ਗਈ। ਪਰਮਿੰਦਰ ਸਿੰਘ ਜੀ, ਜੇ ਇਹ ਗੱਲ ਦੇ ਵਿੱਚ ਜ਼ਿੰਮੇਵਾਰੀ ਦੇਖੀ ਜਾਵੇ ਤਾਂ ਪੂਰੀ ਸਰਕਾਰ ਦੀ ਬਣਦੀ ਆ ਜਾਂ ਬਾਦਲ ਪਰਿਵਾਰ ਦੀ ਹੀ ਇਕੱਲੀ ਬਣਦੀ ਆ? ਕਿਉਂਕਿ ਬਾਰ-ਬਾਰ ਨਾ ਆ ਰਹੇ ਨੇ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਇਸ ਘਟਨਾ ਦੇ ਲਈ ਪਰਸਨਲੀ ਕਿਤੇ ਨਾ ਕਿਤੇ ਸਿੱਧੇ ਜਾਂ ਅਸਿੱਧੇ ਤੌਰ 'ਤੇ ਜ਼ਿੰਮੇਵਾਰ ਨੇ। ਦਵਿੰਦਰ ਜੀ, ਜਿਸ ਤਰ੍ਹਾਂ ਸੰਦੀਪ ਜੀ ਨੇ ਹੁਣੀ ਗੱਲ ਕੀਤੀ ਹੈ ਕਿ ਇੱਥੇ ਸਰਕਾਰ ਜ਼ਿੰਮੇਵਾਰ ਹੈਗੀ ਆ, ਨੋ ਡਾਊਟ ਉਹਦੇ ਵਿੱਚ, ਪਰ ਇੱਕ ਚੀਜ਼, ਜਿਹੜਾ ਇੱਕ ਪਹਿਲੂ ਹੋਰ ਹੈਗਾ ਆ, ਉਹ ਹੈਗਾ ਆ ਸਾਡੀ ਸ਼੍ਰੋਮਣੀ ਕਮੇਟੀ ਦਾ। ਉਹਦੇ ਵਿੱਚ ਬਾਦਲ ਪਰਿਵਾਰ ਦੀ ਸ਼ਮੂਲੀਅਤ ਜਾਂ ਬਾਦਲ ਫੈਮਿਲੀ ਦੀ ਜਿਹੜੀ ਹੈਗੀ ਪ੍ਰਭਾਵ ਹੈਗਾ ਆ, ਉਹ ਕਾਫੀ ਜ਼ਿਆਦਾ ਆ।
ਉਹ ਸਿੱਧਾ ਦਖਲ ਅੰਦਾਜ਼ੀ ਜਦੋਂ ਤੁਸੀਂ ਕਿਸੇ ਧਾਰਮਿਕ ਸੰਸਥਾ ਦੇ ਵਿੱਚ ਕਰਦੇ ਪਏ ਆ, ਉਹ ਕਿਤੇ ਨਾ ਕਿਤੇ ਇਹ ਜ਼ਿੰਮੇਵਾਰ ਬਾਦਲ ਫੈਮਿਲੀ ਨੂੰ ਬਣਾ ਰਹੀ ਆ। ਪਰ ਉਹਦੇ ਨਾਲ ਦੀ ਨਾਲ ਜਦੋਂ ਉਸ ਘਟਨਾਕ੍ਰਮ ਨੂੰ ਜਿਹੜੀ ਸਾਡੀ ਸ਼੍ਰੋਮਣੀ ਕਮੇਟੀ ਦੇ ਵਿੱਚ ਹੋਇਆ, ਜੋ ਜਥੇਦਾਰ ਸਾਹਿਬ ਵੱਲੋਂ ਪਹਿਲਾਂ ਹੁਕਮਨਾਮਾ ਜਾਰੀ ਕੀਤਾ ਗਿਆ ਸੀਗਾ ਕਿ ਮਾਫੀਨਾਮਾ ਦਿੱਤਾ ਗਿਆ ਸੀਗਾ, ਉਸ ਤੋਂ ਬਾਅਦ ਮਾਫੀਨਾਮਾ ਰੱਦ ਕਰ ਦਿੱਤਾ ਗਿਆ। ਸੋ ਉਹ ਜਿਹੜੀ ਘਟਨਾਕ੍ਰਮ ਹੈਗੀ ਆ, ਉਹਦੇ ਵਿੱਚ ਬਾਦਲ ਫੈਮਿਲੀ ਜ਼ਿੰਮੇਵਾਰ ਹੈਗੀ ਆ। ਉਸ ਤੋਂ ਬਾਅਦ ਹੁਣ ਜਦੋਂ ਆਹ ਵਾਲੀ ਘਟਨਾ ਵਾਪਰੀ ਆ, ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਈ ਆ, ਬੇਅਦਬੀ ਦੇ ਵਿਰੋਧ ਦੇ ਵਿੱਚ ਪ੍ਰਦਰਸ਼ਨ ਹੋਇਆ, ਪ੍ਰਦਰਸ਼ਨ ਦੇ ਵਿੱਚ ਗੋਲੀ ਚੱਲੀ ਆ, ਉਹਦੇ ਲਈ ਸਰਕਾਰ ਜ਼ਿੰਮੇਵਾਰ ਹੈਗੀ ਆ। ਸੋ ਜੇ ਅਸੀਂ ਸਰਕਾਰ ਦੇ ਵਿੱਚ ਸ਼ਮੂਲੀਅਤ ਦੇਖ ਲਈਏ ਤਾਂ ਉਹ ਸਿੱਧੀ ਸਿੱਧੀ ਸਾਰੀ, ਮੈਂ ਸਮਝਦਾ ਕਿ ਉਹ ਬਾਦਲ ਪਰਿਵਾਰ ਦੀ ਹੀ ਆ। ਸੋ ਕਿਸੇ ਨਾ ਕਿਸੇ ਸਿੱਧੇ ਜਾਂ ਅਸਿੱਧੇ ਤਰੀਕੇ ਨਾਲ ਬਾਦਲ ਫੈਮਿਲੀ ਹੀ ਜ਼ਿੰਮੇਵਾਰ ਆ। ਪਰ ਜੇ ਗੱਲਬਾਤ ਕੀਤੀ ਜਾਵੇ ਕਿ ਪਿਛਲੇ 50 ਸਾਲਾਂ ਦੇ ਜੇ ਇਤਿਹਾਸ ਤੇ ਚਾਨਣਾ ਪਾਇਆ ਜਾਵੇ, ਸਰਦਾਰ ਪ੍ਰਕਾਸ਼ ਸਿੰਘ ਬਾਦਲ ਕਾਫੀ ਵੱਡੇ ਰਾਜਨੀਤਿਕ ਸੱਚ ਕੱਦ ਦੇ ਆਗੂ ਮੰਨੇ ਜਾਂਦੇ ਨੇ। ਉਹਨਾਂ ਦੇ ਉੱਤੇ ਪਹਿਲਾਂ ਕਾਫੀ, ਜਿਵੇਂ ਸਾਡੇ ਖੜਕੂਬਾਦ ਦੇ ਵਿੱਚ ਉਸ ਤੋਂ ਬਾਅਦ ਰਾਜਨੀਤਿਕ ਉਤਾਰ ਚੜਾਅ ਕਾਫੀ ਆਇਆ, ਉਹਨਾਂ ਨੇ ਉਸ ਦਾ ਕਾਫੀ ਮੁਕਾਬਲਾ ਵੀ ਕੀਤਾ ਤੇ ਜਿਵੇਂ ਅੱਜ ਉਹਨਾਂ ਦੀ ਸਥਿਤੀ ਹੈ ਕਿ ਪਹਿਲੀ ਵਾਰ ਇਨਕੰਬੈਂਟ ਗਵਰਨਮੈਂਟ ਵੀ ਬਣਾਈ ਆ। ਸੰਦੀਪ ਸਿੰਘ ਜੀ, ਮੈਂ ਪੁੱਛਣਾ ਚਾਹੂੰਗਾ ਕਿ ਪ੍ਰਕਾਸ਼ ਸਿੰਘ ਬਾਦਲ ਏਡੀ ਵੱਡੀ ਗਲਤੀ ਕਿਵੇਂ ਕਰ ਸਕਦੇ ਨੇ ਕਿ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਦੇ ਲਈ, ਖੇਡਣ ਦੇ ਲਈ ਆਪਣਾ ਜਿਹੜਾ ਰਾਜਨੀਤਿਕ ਕੱਦ ਹੀ ਇੰਨਾ ਛੋਟਾ ਲੈ ਆਉਣਗੇ ਕਿ ਅੱਜ ਮਾਹੌਲ ਇਹ ਬਣ ਚੁੱਕਿਆ ਕਿ ਸੋਸ਼ਲੀ ਐਂਡ ਈਵਨ ਲਾਈਕ ਪਰਿਵਾਰਿਕ ਤੌਰ ਤੇ ਬਾਦਲ ਪਰਿਵਾਰ ਅੱਜ ਬਾਹਲਾ ਕੋਈ ਇੰਨਾ ਨਿਊਜ਼ ਦੇ ਵਿੱਚ ਅੱਗੇ ਨਹੀਂ ਆਉਣਾ ਚਾਹੁੰਦਾ, ਕਿਉਂਕਿ ਕਿਤੇ ਨਾ ਕਿਤੇ ਜਿਹੜੇ ਦੋਸ਼ ਲੱਗ ਰਹੇ ਨੇ, ਜੇ ਖੇਡ ਉਹਨਾਂ ਨੇ ਹੀ ਸ਼ੁਰੂ ਕਰਨੀ ਸੀ ਤਾਂ ਇਹ ਦੋਸ਼ਾਂ ਦੇ ਲਈ ਉਹਨਾਂ ਨੂੰ ਪਹਿਲਾਂ ਵੀ ਪਤਾ ਹੋਣਾ ਚਾਹੀਦਾ ਸੀ ਕਿ ਅਸੀਂ ਅਜਿਹੀ ਘਿਨੌਣੀ ਹਰਕਤ ਕਿਵੇਂ ਕਰ ਸਕਦੇ ਹਾਂ। ਧਾਰਮਿਕ ਜਥੇਬੰਦੀਆਂ ਦੇ ਦੋਸ਼ ਤਾਂ ਲੱਗੇ ਨੇ ਕਿ ਬਾਦਲ ਪਰਿਵਾਰ ਜ਼ਿੰਮੇਵਾਰ ਨੇ, ਪਰ ਮੇਰਾ ਸਵਾਲ ਇਹ ਆ ਕਿ ਏਡੀ ਵੱਡੀ ਗਲਤੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਕਿਵੇਂ ਕਰ ਸਕਦੇ ਨੇ? ਮੈਂ ਇਸ 'ਚ ਇਹ ਗੱਲ ਦੱਸਣਾ ਚਾਹੁੰਦਾ ਹਾਂ ਕਿ ਜਿਵੇਂ ਤੁਸੀਂ 50 ਸਾਲ ਦੇ ਜਾਂ ਪਿਛਲੇ 20-30 ਸਾਲ ਦਾ ਅਗਰ ਇਤਿਹਾਸ ਫੋਲ ਕੇ ਦੇਖੋ ਤਾਂ ਸਾਫ਼ ਸਾਬਿਤ ਹੁੰਦਾ ਹੈ ਕਿ ਪ੍ਰਕਾਸ਼ ਸਿੰਘ ਬਾਦਲ ਇੱਕ ਝੂਠ ਦਾ ਪੁਲੰਦਾ ਆ, ਨਥਿੰਗ ਮੋਰ ਦੈਨ ਦੈਟ। 78 ਹੋਇਆ, ਜ਼ਿੰਮੇਵਾਰ ਡਾਇਰੈਕਟਲੀ ਜਾਂ ਇਨਡਾਇਰੈਕਟਲੀ ਬਾਦਲ ਸਰਕਾਰ। ਉਸ ਤੋਂ ਬਾਅਦ ਚੋਂ ਜ਼ਿਆਦਾ ਦੂਰ ਅਗਰ ਨਹੀਂ ਵੀ ਜਾਣਾ, ਪ੍ਰੋਫੈਸਰ ਭੁੱਲਰ ਦਾ ਕੇਸ ਅਗਰ ਤੁਸੀਂ ਵਾਚ ਕੀਤ ਕਰੋ ਤੇ ਉਹ ਇੱਕ ਪਾਸੇ ਤਾਂ ਕੋਰਟ ਨੂੰ ਚਿੱਠੀਆਂ ਦਿੰਦੇ ਆ ਕਿ ਇਹ ਬਹੁਤ ਖਤਰਨਾਕ ਬੰਦਾ ਹੈ, ਇਹਨੂੰ ਟੰਗਿਆ ਜਾਵੇ। ਜਦੋਂ ਸਿੱਖ ਸੜਕਾਂ ਤੇ ਆਉਂਦੇ ਆ ਉਦੋਂ ਫਿਰ ਬਾਦਲ ਸਾਹਿਬ ਕਹਿ ਦਿੰਦੇ ਆ ਕਿ ਅਸੀਂ ਇਹਨੂੰ ਡਿਫੈਂਡ ਕਰਨ ਦੀ ਟਰਾਈ ਕਰਦੇ ਪਏ ਆ। ਜਦੋਂ ਡਿਫੈਂਡ ਕਰਨ ਦੀ ਟਰਾਈ ਕਰਦੇ ਪਏ ਆ, ਦੂਸਰੇ ਪਾਸੇ ਹੀ ਸੁਮੇਧ ਸੈਣੀ ਦਾ ਖਰਚਾ ਪੰਜਾਬ ਸਰਕਾਰ ਆਪਣੀ ਜੇਬਾਂ ਤੋਂ ਦਿੰਦੀ ਪਈ ਹੈਗੀ ਆ। ਫਿਰ ਇਸ ਤੋਂ ਬਾਅਦ 'ਚੋਂ ਜਿਹੜਾ ਹੁਣ ਦਾ ਸਥਿਤੀ ਵੀ ਦੇਖ ਲਓ, ਅਕਾਲ ਤਖਤ ਸਾਹਿਬ ਦੇ ਵਿੱਚ ਜਿਹੜਾ ਹੁਕਮਨਾਮਾ ਆਇਆ ਉਸ ਦੇ ਬੈਕ ਦੇ ਉੱਤੇ ਹੋਰ ਇਹ ਹੁਕਮਨਾਮਾ ਤਾਂ ਹੈ ਹੀ ਨਹੀਂ, ਕਿਉਂਕਿ ਇਹ ਸਿੱਖ ਪਰੰਪਰਾਵਾਂ ਦੇ ਉਲਟਾ, ਇਹਨੂੰ ਹੁਕਮਨਾਮਾ ਕਹਿਣਾ ਵੀ ਗਲਤ ਹੋਊਗਾ। ਜੋ ਵੀ ਸਰਕਾਰੀ ਫਰਮਾਨ ਆਇਆ, ਮੈਨੂੰ ਇਹ ਗੱਲ ਕਹੂੰਗਾ, ਸਰਕਾਰੀ ਫਰਮਾਨ ਜਿਹੜਾ ਆਇਆ ਉਹ ਇਹਨਾਂ ਦੇ ਕਰਕੇ ਆਇਆ। ਸ਼੍ਰੋਮਣੀ ਕਮੇਟੀ ਇਹਨਾਂ ਦੇ ਅਧੀਨ ਆ। ਸ਼੍ਰੋਮਣੀ ਕਮੇਟੀ ਅੱਜ ਦੀ ਡੇਟ ਦੇ ਉੱਤੇ ਟੋਟਲ ਪਾਵਰ ਸਰਕਾਰ ਦੀ, ਟੋਟਲ ਪਾਵਰ ਸ਼੍ਰੋਮਣੀ ਕਮੇਟੀ ਦੀ, ਸਾਰੀਆਂ ਪਾਵਰਸ ਬਾਦਲ ਪਰਿਵਾਰ ਦੇ ਕੋਲੇ ਆ। ਸੋ ਉੱਥੇ ਜਿਹੜੇ ਫੈਸਲੇ ਲਿੱਤੇ ਜਾਂਦੇ ਆ ਉਹ ਇਹਨਾਂ ਦੇ ਥਰੂ ਆਉਂਦੇ ਆ। ਹਾਂ, ਇਹਨਾਂ ਨੂੰ ਉਹ ਫੈਸਲੇ ਕੌਣ ਸੁਣਾਉਂਦਾ ਆ, ਉਹ ਹੁਣ ਇਹੀ ਦੱਸ ਸਕਦੇ ਕਿ ਉਹ ਨਾਗਪੁਰ ਤੋਂ ਆਉਂਦੇ ਆ ਜਾਂ ਦਿੱਲੀ ਤੋਂ ਆਉਂਦੇ ਆ, ਉਹਨਾਂ ਬਾਰੇ ਇਹ ਦੱਸਣ। ਪਰ ਜਿੱਥੇ ਤੱਕ ਬਾਦਲ ਸਾਹਿਬ ਦਾ ਆਪਣਾ ਇਤਿਹਾਸ ਦੀ ਗੱਲ ਹੈਗੀ ਆ, ਉਹਨਾਂ ਦਾ ਇਤਿਹਾਸ ਹਮੇਸ਼ਾ ਤੋਂ ਹੀ ਖਰਾਬ ਰਿਹਾ। ਹਾਂ, ਲੋਕਾਂ ਦੇ ਵਿੱਚ ਉਹ ਇੰਨਾ ਜ਼ਿਆਦਾ ਨੈਗੇਟਿਵ ਨਹੀਂ ਹੋਏ ਸੀਗੇ ਜਿੰਨਾ ਹੁਣ ਹੋ ਗਏ ਨੇ। ਪਰ ਉਹਦੇ ਲਈ ਅਗਰ ਲੋਕਾਂ ਦੇ ਸਾਹਮਣੇ ਇਹ ਸੱਚਾਈ ਪਹਿਲਾਂ ਹੀ ਆ ਜਾਂਦੀ, ਅਗਰ 78 ਦਾ ਇਤਿਹਾਸ ਲੋਕਾਂ ਨੂੰ ਯਾਦ ਰਹਿੰਦਾ ਜਾਂ ਉਹਨੂੰ ਬਾਰ-ਬਾਰ ਯਾਦ ਕਰਵਾਇਆ ਜਾਂਦਾ, ਜਾਂ ਉਸ ਤੋਂ ਬਾਅਦ ਜੋ ਇਹਨਾਂ ਨੇ ਪਿਛਲੇ ਸਮੇਂ ਦੇ ਵਿੱਚ ਕੰਮ ਕੀਤੇ ਨੇ, ਇਹ ਤਾਂ ਹੁਣ ਸਾਹਮਣੇ ਆਇਆ ਕਿ 2 ਮੁੰਡਿਆਂ ਦੇ ਉੱਤੇ ਝੂਠੇ ਪਰਚੇ ਪਾਏ ਗਏ ਹਨਾ। ਇਹ ਕੰਮ ਪਹਿਲਾਂ ਵੀ ਹੁੰਦਾ ਰਿਹਾ। ਬਾਦਲ ਸਾਹਿਬ ਹੋਣਾ ਨੇ ਦਲਜੀਤ ਸਿੰਘ ਬਿੱਟੂ, ਕੁਲਵੀਰ ਸਿੰਘ ਬੜਾ ਪਿੰਡ, ਅਨੇਕਾਂ ਬੰਦਿਆਂ ਦੇ ਉੱਤੇ ਝੂਠੇ ਪਰਚੇ ਪਾਏ, ਅੱਜ ਤੱਕ ਕਦੀ ਸਾਹਮਣੇ ਨਹੀਂ ਆਉਂਦਾ ਸੀਗਾ। ਲੋਕਾਂ ਨੂੰ ਲੱਗਦਾ ਸੀ ਸ਼ਾਇਦ ਇਹ ਬੰਦੇ ਹੀ ਕਸੂਰਵਾਰ ਨੇ। ਇਹ ਤਾਂ ਹੁਣ ਪਹਿਲੀ ਵਾਰੀ ਪ੍ਰੂਵ ਹੋ ਰਿਹਾ ਹੈ ਕਿ ਹਾਂ, ਬਾਦਲ ਜਿਹੜੀ ਸਰਕਾਰ ਹੈਗੀ ਆ, ਇਟਸ ਨਾਟ ਡਿਫਰੈਂਟ ਫਰਮ ਕਾਂਗਰਸ। ਜਿਵੇਂ ਕਾਂਗਰਸ ਵਾਲੇ ਝੂਠੇ ਪਰਚੇ ਪੈਂਦੇ ਸੀਗੇ, ਉਵੇਂ ਹੀ ਅੱਜ ਸਿੱਖਾਂ ਦੇ ਉੱਤੇ ਝੂਠੇ ਪਰਚੇ ਪੈਂਦੇ ਨੇ। ਦੂਜੇ ਪਾਸੇ ਜਿਹੜਾ ਸੋ ਕਾਲਡ ਸਾਧ ਆ, ਅਗਰ ਉਹਦੇ ਚੇਲੇ ਜਦੋਂ ਪ੍ਰੋਟੈਸਟ ਕਰਦੇ ਨੇ, ਉਹਨਾਂ ਉੱਤੇ ਕੋਈ ਪਰਚੇ ਨਹੀਂ ਦਰਜ ਹੁੰਦੇ, ਉਹਨਾਂ ਉੱਤੇ ਕੋਈ ਫਾਇਰਿੰਗ ਨਹੀਂ ਹੁੰਦੀ। ਉਹ 2-2 ਦਿਨ ਰੇਲਵੇ ਟਰੈਕਸ ਰੋਕ ਲੈਂਦੇ ਆ। ਉਹਨਾਂ ਨੂੰ ਕੋਈ ਸਰਕਾਰ ਦਾ ਨੁਮਾਇੰਦਾ ਇੱਕ ਪਾਣੀ ਦਾ ਛਿੱਟਾ ਤੱਕ ਨਹੀਂ ਮਾਰਦਾ। ਇੱਥੇ ਜਾ ਕੇ 2 ਬੰਦੇ ਮਾਰ ਕੇ ਰੱਖ ਦਿੱਤੇ ਇਹਨਾਂ ਨੇ। ਪਰ ਮੇਰਾ ਸਵਾਲ ਫਿਰ ਉਹੀ ਆ ਕਿ ਕੀ ਵਜ੍ਹਾ ਹੋ ਸਕਦੀ ਆ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ
ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਲਈ ਦੋਸ਼ੀ ਪਾਇਆ ਜਾਵੇ, ਕਿਉਂਕਿ ਹਰੇਕ ਸਿੱਖ ਦੇ ਵਿੱਚ ਕੋਈ ਵੀ ਸਿੱਖ ਹੈ ਚਾਹੇ ਕੋਈ ਹੋਰ ਧਰਮ ਦੇ ਨਾਲ ਵੀ ਆ, ਜਿੰਨੀ ਇੱਜ਼ਤ ਅਸੀਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕਰਦੇ ਹਾਂ, ਕਿ ਕੀ ਅਜਿਹੀ ਕੀ ਵਜ੍ਹਾ ਹੋ ਸਕਦੀ ਆ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਦੇ ਵਿੱਚ ਹੱਥ ਹੋਵੇ? ਦੇਖੋ ਇਹਨਾਂ ਲੋਕਾਂ ਦਾ ਕੋਈ ਦੀਨ ਧਰਮ ਨਹੀਂ, ਮੇਨ ਇਹਨਾਂ ਦਾ ਧਰਮ ਵੋਟ ਬੈਂਕ ਆ। ਇਹਨਾਂ ਨੂੰ ਅੱਜ ਦੀ ਡੇਟ 'ਚ ਲੱਗਦਾ ਸੀ ਕਿ ਝੂਠੇ ਸੌਦੇ ਨੂੰ ਮਾਫ ਕਰਕੇ ਵੋਟ ਜ਼ਿਆਦੀਆਂ ਆਉਣਗੀਆਂ। ਉਸ ਤੋਂ ਬਾਅਦ 'ਚੋਂ ਜੋ ਕੁਝ ਵੀ ਹੋਇਆ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਿੰਨੇ ਕੀਤੀ ਆ ਉਹ ਅਜੇ ਤੱਕ ਸਾਬਤ ਨਹੀਂ ਹੋਇਆ, ਪਰ ਜਿੰਨੇ ਵੀ ਕੀਤੀ ਆ ਉਹਦੇ ਨਾਲ ਕਿਤੇ ਨਾ ਕਿਤੇ ਮੈਨੂੰ ਇਦਾਂ ਮਹਿਸੂਸ ਹੁੰਦਾ ਹੈ ਕਿ ਕੋਈ ਵੱਡਾ ਵੋਟ ਬੈਂਕ ਜੁੜਿਆ ਹੋਇਆ ਆ, ਜਿਹਦੇ ਕਰਕੇ ਉਹਨਾਂ ਬੰਦਿਆਂ ਨੂੰ ਫੜੋਫੜੀ ਨਹੀਂ ਕੀਤੀ ਜਾ ਰਹੀ ਹੈਗੀ। ਜੇ ਗੱਲ ਸੱਚੇ ਸੌਦੇ ਦੀ ਜਾਂ ਝੂਠੇ ਸੌਦੇ ਦੀ ਕੀਤੀ ਜਾਵੇ, ਜਿਵੇਂ ਸੰਦੀਪ ਸਿੰਘ ਜੀ ਨੇ ਦੱਸਿਆ ਕਿ ਜਦੋਂ ਉਹਨਾਂ ਦੇ ਸ਼ਰਧਾਲੂ ਜਾ ਕੇ ਵਿਦਰੋਹ ਕਰਦੇ ਨੇ, ਸੰਘਰਸ਼ ਕਰਦੇ ਨੇ, ਇੱਕ ਛੋਟਾ ਜਿਹਾ ਕੇਸ ਆ, ਇੱਕ ਮੂਵੀ ਰਿਲੀਜ਼ ਕਰਾਉਣੀ ਆ, ਫਿਲਮ ਰਿਲੀਜ਼ ਕਰਾਉਣੀ ਆ, ਤਾਂ ਉਹਨਾਂ ਦੇ ਉੱਤੇ ਪੁਲਿਸ ਦਾ ਤਸ਼ੱਦਦ ਨਹੀਂ ਹੁੰਦਾ, ਨਾ ਤਾਂ ਲਾਠੀਆਂ ਭਰਾਈਆਂ ਜਾਂਦੀਆਂ ਨੇ, ਨਾ ਗੋਲੀਆਂ ਚਲਾਈਆਂ ਜਾਂਦੇ ਨੇ। ਰਾਜਨੀਤਿਕ ਖੇਡ ਸਮਝ ਜ਼ਰੂਰ ਆਉਂਦੀ ਆ ਕਿ ਕਿਤੇ ਨਾ ਕਿਤੇ ਹਰੇਕ ਰਾਜਨੀਤਿਕ ਪਾਰਟੀ ਇੰਕਲੂਡਿੰਗ ਸ਼੍ਰੋਮਣੀ ਅਕਾਲੀ ਦਲ, ਬਾਦਲ, ਕਾਂਗਰਸ ਤੇ ਆਮ ਆਦਮੀ ਪਾਰਟੀ, ਜੋ ਕਿ ਤਿੰਨੇ ਪੰਜਾਬ ਦੇ ਵਿੱਚ ਇਸ ਵੇਲੇ ਪਾਰਟੀਆਂ ਜ਼ੋਰ ਸ਼ੋਰ ਲਾ ਰਹੀਆਂ ਨੇ, ਕਿਤੇ ਨਾ ਕਿਤੇ ਉਹ ਆਪਣਾ ਵੋਟ ਬੈਂਕ ਹਸਾਉਣ ਦੇ ਵਿੱਚ, ਸੱਚੇ ਸੌਦੇ ਨੂੰ, ਬਾਬੇ ਨੂੰ ਪ੍ਰਮਾਉਣ ਦੇ ਵਿੱਚ ਲੱਗੀਆਂ ਹੋਈਆਂ ਨੇ। ਪਰ ਗੱਲ ਇੱਥੇ ਇਹ ਆ ਰਹੀ ਆ ਪਰਮਿੰਦਰ ਸਿੰਘ ਜੀ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਵਿੱਚੋਂ ਜੇ ਸਰਦਾਰ ਸੁਖਬੀਰ ਸਿੰਘ ਬਾਦਲ ਜਾਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਕੱਢ ਦਿੱਤਾ ਜਾਵੇ, ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਵੀ ਇਸ ਘਿਨੌਣੀ ਵਾਰਦਾਤ ਲਈ ਉਨਾ ਹੀ ਜ਼ਿੰਮੇਵਾਰ ਆ, ਜਾਂ ਇੱਕ ਪਰਿਵਾਰ ਹੀ ਜ਼ਿੰਮੇਵਾਰ ਆ? ਕਿ ਪਰਿਵਾਰ ਨਾ ਹੋਇਆ ਪਾਰਟੀ ਹੋਈ, ਪਾਰਟੀ ਵੀ ਜ਼ਿੰਮੇਵਾਰ ਆ ਜਾਂ ਪਰਿਵਾਰ ਜ਼ਿੰਮੇਵਾਰ ਆ? ਦਵਿੰਦਰ ਜੀ, ਗੱਲ ਤੇ ਉਹੀ ਹੈਗੀ ਆ ਕਿ ਜੇ ਇਹਨੇ ਦੋਵਾਂ ਨੂੰ ਕੱਢ ਦਈਏ ਜਾਂ ਇਹਨਾਂ ਦੀ ਫੈਮਿਲੀ ਨੇ ਸ਼੍ਰੋਮਣੀ ਅਕਾਲੀ ਦਲ ਬਾਦਲ ਵਿੱਚੋਂ ਕੱਢ ਦਈਏ, ਤੇ ਪਿੱਛੇ ਬਚਦਾ ਕੀ ਆ? ਮੇਰੇ ਹਿਸਾਬ ਨਾਲ ਪਿਛਲੇ ਸ਼ਾਇਦ 1-2 ਜਿਹੜੇ ਲੀਡਰ ਹੈਗੇ ਉਹੀ ਬਚਦੇ ਆ। ਸੋ ਉਹ ਵੀ ਕਿਤੇ ਨਾ ਕਿਤੇ ਇਸ ਪਰਿਵਾਰ ਦੇ ਨਾਲ ਕਿਸੇ ਨਾ ਕਿਸੇ ਤਰੀਕੇ ਨਾਲ ਜੁੜੇ ਹੋਏ ਆ। ਉਹ ਜੇ ਉਸ ਪਰਿਵਾਰ ਦਾ ਸਾਥ ਦੇ ਰਹੇ ਆ, ਸੋ ਇਹਦੇ ਨਾਲ ਜੇ ਤੁਸੀਂ ਪਰਿਵਾਰ ਦਾ ਸਾਥ ਦੇ ਰਹੇ ਹੋ ਜਾਂ ਉਹਨਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹੋ, ਤੇ ਕਿਤੇ ਨਾ ਕਿਤੇ ਤੁਸੀਂ ਵੀ ਉਨੇ ਹੀ ਜ਼ਿੰਮੇਵਾਰ ਹੋ ਜਾਂਦੇ ਹੋ। ਸੋ ਜ਼ਿੰਮੇਵਾਰੀ ਜਿਹੜੀ ਹੈਗੀ ਆ ਉਹ ਸ਼੍ਰੋਮਣੀ ਅਕਾਲੀ ਦਲ, ਸ਼੍ਰੋਮਣੀ ਕਮੇਟੀ ਔਰ ਪੰਜਾਬ ਸਰਕਾਰ, ਮੈਂ ਤਿੰਨਾਂ ਨੂੰ ਹੀ ਦੇਣੀ ਚਾਹੂੰਗਾ। ਔਰ ਇਹਦੇ ਵਿੱਚ ਜਿੱਦਾਂ ਤੁਸੀਂ ਮੈਨੂੰ ਪਹਿਲਾਂ ਪੁੱਛਿਆ ਸੀਗਾ ਕਿ ਬਾਦਲ ਪਰਿਵਾਰ ਜ਼ਿੰਮੇਵਾਰ ਹੈਗਾ ਕਿ ਨਹੀਂ ਹੈਗਾ, ਹੁਣ ਮੈਂ ਤਾਂ ਕਰਕੇ ਇਹ ਗੱਲ ਕਹਿ ਰਿਹਾ ਕਿ ਇਹ ਤਿੰਨ ਜਿਹੜੇ ਮੁੱਖ ਹੈਗੇ ਆ ਪੰਜਾਬ ਦੇ ਵਿੱਚ, ਇਹ ਇਸ ਲਈ ਜ਼ਿੰਮੇਵਾਰ ਹੈਗੇ ਕਿਉਂਕਿ ਬਾਦਲ ਪਰਿਵਾਰ ਦੀ ਸ਼ਮੂਲੀਅਤ ਇਹਨਾਂ ਤਿੰਨਾਂ ਦੇ ਵਿੱਚ ਹੈਗੀ ਆ, ਇਸ ਕਰਕੇ ਇਹ ਤਿੰਨੋਂ ਜ਼ਿੰਮੇਵਾਰ ਆ। ਜੇ ਮੈਂ ਹੁਣ ਜਿਹੜੇ ਤਾਜ਼ਾ ਘਟਨਾਕ੍ਰਮ ਹੈਗੀ ਆ, ਜਿਹੜੀ ਹਾਈ ਕੋਰਟ ਦੇ ਜੱਜ ਦੇ ਕੋਲ ਇੱਕ ਬਿਠਾਉਣ ਦੀ ਗੱਲ ਕੀਤੀ ਜਾ ਰਹੀ ਸੀਗੀ, ਜਿਹੜਾ ਜਾਂਚ ਕਮਿਸ਼ਨ ਬਿਠਾਇਆ ਗਿਆ ਆ, ਜੋਰਾ ਸਿੰਘ ਜਿਹੜਾ ਕਿ ਹਾਈ ਕੋਰਟ ਦੇ ਜੱਜ ਹੈਗੇ ਆ, ਉਹਨਾਂ ਰਿਟਾਇਰਡ ਜੱਜ ਨੇ, ਉਹਨਾਂ ਨੂੰ ਇਸ ਚੋਣ ਆਪਣੇ ਜਿਹੜੀ ਜਾਂਚ ਕਮਿਸ਼ਨ ਆ ਉਹਦਾ ਇੰਚਾਰਜ ਬਣਾਇਆ ਗਿਆ। ਉਹ ਕੌਣ ਨੇ? ਉਹ ਇਸ ਬਾਦਲ ਪਰਿਵਾਰ ਦੇ ਬਹੁਤ ਜ਼ਿਆਦਾ ਨਜ਼ਦੀਕੀ ਮੰਨੇ ਜਾਂਦੇ ਨੇ। ਤੇ ਉਸ ਮਾਮਲੇ ਦੇ ਵਿੱਚ ਜੇ ਉਹ ਹੁਣ ਇਦਾਂ ਦਾ ਬੰਦਾ ਜਾਂਚ ਕਰੂਗਾ ਜਿਹੜਾ ਆਲਰੇਡੀ ਸਰਕਾਰ ਜਾਂ ਪਾਰਟੀ ਜਾਂ ਪਰਿਵਾਰ ਦੇ ਨਜ਼ਦੀਕ ਆ, ਉਹ ਤੁਸੀਂ ਉਹ ਤੋਂ ਕੀ ਉਮੀਦ ਕਰ ਸਕਦੇ ਹੋ ਕਿ ਉੱਥੇ ਉਹ ਨਿਰਪੱਖ ਜਾਂਚ ਜਿਹੜੀ ਆ ਉਹ ਕਰਕੇ ਅੱਗੇ ਰੱਖੂਗਾ? ਉਹ ਬਿਲਕੁਲ ਉਹ ਸਬੂਤਾਂ ਨੂੰ, ਉਹ ਗੱਲਾਂ ਨੂੰ ਨਜ਼ਰ ਅੰਦਾਜ਼ ਕਰੂਗਾ ਜਿਹੜੀਆਂ ਗੱਲਾਂ ਸਾਹਮਣੇ ਨਹੀਂ ਆਉਣੀਆਂ ਚਾਹੀਦੀਆਂ, ਜਿਹੜੀਆਂ ਉਸ ਪਰਿਵਾਰ ਦੇ ਲਈ ਜਾਂ ਉਸ ਪਾਰਟੀ ਲਈ, ਉਸ ਸਰਕਾਰ ਦੇ ਲਈ ਸਹੀ ਨਹੀਂ ਹੋਣਗੀਆਂ, ਉਹ ਬਿਲਕੁਲ ਉਸ ਛੁਪਾਉਣ ਦੀ ਕੋਸ਼ਿਸ਼ ਕਰੂਗਾ। ਸੰਦੀਪ ਸਿੰਘ ਜੀ, ਪਿਛਲੇ ਕੁਝ ਦਿਨ ਪਹਿਲਾਂ ਇੱਕ ਧਾਰਮਿਕ ਸੰਮੇਲਨ ਬੁਲਾਇਆ ਗਿਆ ਸੀ ਜਿਸ ਵਿੱਚ ਕਾਫੀ ਰਾਜਸੀ ਆਗੂ ਤੇ ਧਾਰਮਿਕ ਆਗੂ ਸ਼ਾਮਲ ਹੋਏ ਸਨ। ਸਿਮਰਨਜੀਤ ਸਿੰਘ ਮਾਨ ਜੀ ਵੀ ਸ਼ਾਮਲ ਹੋਏ ਸਨ, ਦੂਜੀਆਂ ਰਾਜਨੀਤਿਕ ਪਾਰਟੀਆਂ ਵਿੱਚੋਂ ਕਾਂਗਰਸ ਤੇ ਆਮ ਆਦਮੀ ਪਾਰਟੀ ਦੇ ਲੀਡਰ ਵੀ ਸ਼ਾਮਲ ਹੋਏ। ਕਾਫੀ ਮਤੇ ਪਾਸ ਕੀਤੇ ਗਏ। ਜੇ ਮੈਂ ਮਤਿਆਂ ਦੀ 9 ਮਤੇ ਪਾਸ ਕੀਤੇ ਗਏ, ਉਹਨਾਂ ਵਿੱਚੋਂ ਇੱਕ ਮਤੇ ਦੀ ਗੱਲ ਕੀਤੀ ਜਾਵਾਂ ਤਾਂ ਉਹਨਾਂ ਦੇ ਵਿੱਚ ਧਰਮ ਪ੍ਰਚਾਰਕਾਂ ਨੂੰ ਇਹ ਕਿਹਾ ਗਿਆ ਕਿ ਇੱਕ ਦਿਨ ਜਾ ਕੇ ਅਸੀਂ ਬਾਦਲ ਸਾਹਿਬ ਕੋਲੇ ਜਾਵਾਂਗੇ, ਕਿਉਂਕਿ ਬਾਦਲ ਸਾਹਿਬ ਸਿੱਖਾਂ ਦੇ ਖੂਨ ਦੇ ਪਿਆਸੇ ਨੇ, ਉਹਨਾਂ ਨੂੰ ਅਸੀਂ ਖੂਨ ਦੀ ਪੇਸ਼ਕਸ਼ ਕਰਾਂਗੇ। ਕੀ ਇਹ ਮਤਾ ਪਾਸ ਕਰਨਾ ਅੱਜ ਦੇ ਹਾਲਤ ਨੂੰ ਠੀਕ ਕਰ ਸਕਦਾ ਜਾਂ ਨਹੀਂ? ਦੇਖੋ ਜੀ, 9 ਦੇ 9 ਮਤੇ ਹੀ ਗਲਤ ਨੇ। ਕੌਮ ਨੂੰ ਠੰਡੇ ਕਰਨ ਦੀ ਕੋਸ਼ਿਸ਼ ਕੀਤੀ ਗਈ ਆ। ਇਹ ਕਾਰਵਾਈ ਜਿਹੜੀ ਹੋਈ ਆ ਬਿਲਕੁਲ ਵੀ ਸਹੀ ਨਹੀਂ ਆ। ਲਾਈਕ ਤੁਸੀਂ ਇੱਕ ਗੱਲ ਦੇਖੋ ਕਿ ਜਦੋਂ ਮੂਵਮੈਂਟ ਹਾਈ ਸੀ, ਲਾਈਕ ਜਿਹੜਾ ਕੰਮ ਪਹਿਲਾਂ ਹੋ ਰਿਹਾ ਸੀ, MLAs SGPC ਮੈਂਬਰਸ ਦਾ ਘਿਰਾਓ,
ਹਾਈਵੇਜ਼ ਬਲੌਕ ਕੀਤੇ ਹੋਏ ਸੀਗੇ, ਉਹਦੇ ਨਾਲ ਉਹ ਨਿਚਲੀ ਕਾਰਵਾਈ ਕੀਤੀ ਗਈ। ਜਿਹੜੀ ਸੈਕੰਡਲੀ ਇਸੀ ਚੀਜ਼ ਨੂੰ ਮੈਂ ਅਗਰ ਦੇਖਾਂ, ਜਿਹੜਾ ਇਹਨਾਂ ਨੇ ਖੂਨ ਦੇਣ ਵਾਲੀ ਗੱਲ ਕੀਤੀ ਹੈ, ਇਟਸ ਅ ਇਮੋਸ਼ਨਲ ਐਕਟੀਵਿਟੀ। ਮੈਂ ਇਹਨੂੰ ਇੱਕ ਇਮੋਸ਼ਨਲ ਐਕਟੀਵਿਟੀ ਕਹੂੰਗਾ। ਇਸ ਚੋਂ ਨਿਕਲੂਗਾ ਸਿੰਬੋਲਿਕ, ਰਾਈਟ? ਇਟਸ ਸਿੰਬੋਲਿਕ, ਇਟਸ ਇਮੋਸ਼ਨਲ। ਇਹਦੇ ਨਾਲ ਤੁਸੀਂ ਲੋਕਾਂ ਨੂੰ ਨਾਲ ਨਹੀਂ ਜੋੜ ਪਾਉਂਗੇ। ਸੈਕੰਡਲੀ ਜਿਹੜੇ ਖੂਨ ਪੀਣ ਦੀ ਗੱਲ ਆ, ਉਹ ਤਾਂ ਇਸ ਚੀਜ਼ ਦਾ ਐਕਸਪੀਰੀਅੰਸ ਆ ਉਹਨਾਂ ਨੂੰ। ਪਿਛਲੇ 30 ਸਾਲਾਂ 'ਚ ਇਹਨਾਂ ਨੇ ਹੋਰ ਕੋਈ ਕੰਮ ਹੀ ਨਹੀਂ ਕੀਤਾ। ਮੈਨੂੰ ਸਿੱਖਾਂ ਦਾ ਖੂਨ ਹੀ ਪੀਤਾ ਆ। ਵਟ ਦੇ ਹੈਵ ਡਨ देयर PhDs ਇਨ ਦਿਸ। ਬਾਦਲ ਸਾਹਿਬ ਉਹਨਾਂ ਦੀ ਇਸ ਦੇ ਵਿੱਚ ਮਾਸਟਰੀ ਆ। ਸੋ ਇਹ ਸਿੰਬੋਲਿਕ, ਇਸ ਤੋਂ ਅਚੀਵ ਨਹੀਂ ਕੁਝ ਹੋਏਗਾ। 9 ਦੇ 9 ਮਤੇ ਸੰਘਰਸ਼ ਨੂੰ ਠੰਡਾ ਕਰਨ ਵਾਸਤੇ ਦਿੱਤੇ ਗਏ ਹੈਗੇ ਆ। ਇਹਨਾਂ 9 ਮਤਿਆਂ ਦੇ ਵਿੱਚ ਕੁਝ ਵੀ ਇਹੋ ਜਿਹਾ ਨਹੀਂ ਆ ਜਿਸ ਤੋਂ ਕੌਮ ਨੂੰ ਕੁਝ ਪ੍ਰਾਪਤੀ ਹੋ ਸਕੇ। ਜੇ ਗੱਲਬਾਤ ਹੁਣ ਕੀਤੀ ਜਾਵੇ, ਸ਼ੁਰੂਆਤ ਕਿਵੇਂ ਹੋਈ? ਤੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਸੱਚੇ ਸੌਦੇ ਦੇ ਜਿਹੜਾ ਸਾਧ ਸੀ ਬਾਬਾ ਗੁਰਮੀਤ ਰਾਮ ਰਹੀਮ, ਉਸ ਨੂੰ ਮਾਫੀਨਾਮਾ ਦੇ ਦਿੱਤਾ। ਮਾਫੀਨਾਮੇ ਤੋਂ ਬਾਅਦ ਸਿੱਖਾਂ ਦਾ ਸੰਘਰਸ਼ ਸ਼ੁਰੂ ਹੋਇਆ। ਕਾਫੀ ਵਾਦ ਵਿਵਾਦ ਹੋਏ। ਉਸ ਤੋਂ ਬਾਅਦ ਜਥੇਦਾਰ ਸਾਹਿਬ ਨੇ ਉਹ ਮਾਫੀਨਾਮਾ ਵਾਪਸ ਵੀ ਲੈ ਲਿਆ। ਉਸ ਤੋਂ ਬਾਅਦ ਜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਗੱਲ ਕੀਤੀ ਜਾਵੇ ਤਾਂ ਸਰਦਾਰ ਅਵਤਾਰ ਸਿੰਘ ਮੱਕੜ ਨੇ 5 ਪਿਆਰਿਆਂ ਨੂੰ ਹੀ ਬਰਖਾਸਤ ਕਰ ਦਿੱਤਾ। ਫਿਰ ਉਸ ਤੋਂ ਬਾਅਦ ਬਰਖਾਸਤੀ ਫਿਰ ਵਾਪਸ ਲੈ ਲਈ। ਉਸ ਤੋਂ ਬਾਅਦ ਜਿਹੜੇ 77 ਸੀ ਉਹ ਵੀ ਬਦਲੇ ਗਏ, ਉਹ ਵੀ ਵਾਪਸ ਕਰ ਦਿੱਤੇ ਗਏ। ਕਿਤੇ ਨਾ ਕਿਤੇ ਕੀ ਤੁਹਾਨੂੰ ਲੱਗਦਾ ਕਿ ਜਿੱਥੇ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਜੜੀਆਂ ਹੋਈਆਂ ਨੇ, ਜਥੇਦਾਰ ਸਾਹਿਬ ਨੇ ਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੇ ਆਪਣੀ ਗਲਤੀ ਮੰਨ ਲਈ ਆ, ਕੀ ਆਉਣ ਵਾਲੇ ਸਮੇਂ ਦੇ ਵਿੱਚ ਜਥੇਦਾਰ ਸਾਹਿਬ ਨੂੰ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇਹ ਜਾਣਦੇ ਹੋਏ ਕਿ ਹਾਲਤ ਦੇ ਲਈ ਉਹ ਜ਼ਿੰਮੇਵਾਰ ਨੇ, ਸ਼੍ਰੀ ਅਕਾਲ ਤਖਤ ਸਾਹਿਬ ਤੇ ਤਲਬ ਵੀ ਕੀਤਾ ਜਾ ਸਕਦਾ? 100% ਕਰਨਾ ਚਾਹੀਦਾ ਜੀ। ਜਿਹੜੇ ਜਥੇਦਾਰ ਨੇ ਉਹਨਾਂ ਨੇ ਸਿੱਖ ਪਰੰਪਰਾਵਾਂ ਦੇ ਉਲਟ ਜਾ ਕੇ ਇੱਕ ਬਾਬੇ ਨੂੰ ਮਾਫ ਕੀਤਾ, ਜੋ ਕਿ ਇੱਕ ਮਾਫੀ ਦੇਣ ਦਾ ਜਾਂ ਨਾ ਦੇਣ ਦਾ ਇੱਕ ਪ੍ਰਕਿਰਿਆ ਆ, ਇੱਕ ਸਿਸਟਮ ਆ। ਉਸ ਸਿਸਟਮ ਨੂੰ ਅਣਗੌਲਿਆ ਕੀਤਾ ਗਿਆ ਆ ਔਰ ਇਹ ਸਰਕਾਰੀ ਦਬਾਅ ਹੇਠ ਕੀਤਾ ਗਿਆ ਆ। ਸੋ ਇਸ ਦੇ ਵਿੱਚ ਮੈਂ ਲਾਈਕ ਡਾਇਰੈਕਟਲੀ ਅਗਰ ਮੈਂ ਕਹਿਣਾ ਹੋਵੇ ਤਾਂ ਇਹ ਕਹੂੰਗਾ ਕਿ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਉਹਨਾਂ ਸ਼ਹੀਦਾਂ ਦੇ ਨਾਲ ਗਦਾਰੀ ਕੀਤੀ ਆ, ਉਹਨਾਂ ਨੌਜਵਾਨਾਂ ਨਾਲ ਜਿਨ੍ਹਾਂ ਦੇ ਇਹਨਾਂ ਨੇ ਪਹਿਲਾਂ 2007 ਦੇ ਵਿੱਚ ਹੁਕਮਨਾਮਾ ਕੱਢਿਆ। ਉਹਨਾਂ ਉਸ ਹੁਕਮਨਾਮੇ ਨੂੰ ਲਾਗੂ ਕਰਵਾਉਣ ਵਾਸਤੇ ਕਿੰਨੇ ਸਿੰਘਾਂ ਨੇ ਜੇਲ੍ਹਾਂ ਕੱਟੀਆਂ ਨੇ, ਕਿੰਨੇ ਸਾਡੇ ਸਿੰਘ ਸ਼ਹੀਦ ਹੋ ਗਏ। ਉਸ ਤੋਂ ਬਾਅਦ ਚੋਂ ਅੱਜ ਇਹਨਾਂ ਨੇ ਉਹ ਫੈਸਲੇ ਵਾਪਸ ਲੈ ਲਏ। ਪਹਿਲੀ ਗੱਲ ਤਾਂ ਹੈ ਕਿ ਉਹਨਾਂ ਪਰਿਵਾਰਾਂ ਨੂੰ ਹੀ ਜਵਾਬਦੇਹ ਹੋਣਾ ਹੈ ਜਿਨ੍ਹਾਂ ਨਾਲ ਐਡਾ ਵੱਡਾ ਧੋਖਾ ਕੀਤਾ। ਕੌਮ ਨਾਲ ਤਾਂ ਜਿਹੜਾ ਧੋਖਾ ਕੀਤਾ ਹੀ, ਇਹਨਾਂ ਨੇ ਉਹਨਾਂ ਸ਼ਹੀਦਾਂ ਨਾਲ ਵੀ ਧੋਖਾ ਕੀਤਾ। ਸੋ 100% ਇਹਨਾਂ ਨੂੰ ਕੌਮ ਦੀ ਕਚਹਿਰੀ ਅੱਗੇ ਪੇਸ਼ ਹੋਣਾ ਚਾਹੀਦਾ ਆ। ਪੇਸ਼ ਹੋਣ ਤੋਂ ਬਾਅਦ ਚੋਂ ਇਹਨਾਂ ਨੂੰ ਸਜ਼ਾ ਲੱਗਣੀ ਚਾਹੀਦੀ ਹੈ। ਬਿਨਾਂ ਸਜ਼ਾ ਲੱਗੇ, ਬਿਨਾਂ ਪੇਸ਼ ਹੋਏ ਇਹਨਾਂ ਨੂੰ ਕੌਮ ਪ੍ਰਵਾਨ ਨਹੀਂ ਕਰ ਸਕਦਾ। ਜਿਹੜਾ ਅਗਲਾ ਸਵਾਲ ਆ ਉਹ ਮੇਰਾ ਤੁਹਾਡੇ ਦੋਨਾਂ ਲਈ ਹੋਊਗਾ ਕਿ ਜਿੱਥੇ ਗੱਲ ਸਰਦਾਰ ਸਿਮਰਜੀਤ ਸਿੰਘ ਮਾਨ ਦੀ ਕੀਤੀ ਜਾਵੇ, ਉਹਨਾਂ ਨੇ ਇੱਕ ਗੈਦਰਿੰਗ ਕਾਲ ਕੀਤੀ ਹੈ ਜਿਸ ਨੂੰ ਸਰਬੱਤ ਖਾਲਸੇ ਦਾ ਨਾਮ ਵੀ ਦਿੱਤਾ ਜਾ ਰਿਹਾ, ਪਰ ਕੀ ਰਾਜਨੀਤਿਕ ਪਾਰਟੀਆਂ ਦੇ ਵਿੱਚ ਜਿਵੇਂ ਸ਼੍ਰੋਮਣੀ ਅਕਾਲੀ ਦਲ ਮਾਨ ਤੇ ਦੂਜੇ ਪਾਸੇ ਧਾਰਮਿਕ ਆਗੂ ਬਾਬਾ ਰਣਜੀਤ ਸਿੰਘ ਜੀ ਢੰਡਰੀਆਂ ਵਾਲੇ ਦੀ ਗੱਲ ਕਰ ਲਈਏ, ਅਜੀਤ ਸਿੰਘ ਦਾਦੂਵਾਲ ਦੀ ਗੱਲ ਕਰ ਲਈਏ, ਜਾਂ ਕਈ ਹੋਰ ਸਿੱਖ ਵਿਦਵਾਨ ਵੀ ਨੇ ਜਿਵੇਂ ਤੁੰਦਾ ਜੀ ਦੀ ਵੀ ਗੱਲ ਹੁੰਦੀ ਆ, ਉਹਨਾਂ ਨੂੰ ਕੀ ਇੱਕ ਸਟੇਜ ਤੇ ਬੈਠ ਕੇ ਕਿਸੇ ਲੀਡਰ ਨੂੰ ਚੁਣਨ ਦੇ ਵਿੱਚ ਪ੍ਰੋਬਲਮ ਆਊਗੀ? ਕਿਉਂਕਿ ਜੇ ਸਰਬੱਤ ਖਾਲਸਾ ਜਾਂ ਵੱਡੇ ਡਿਸੀਜਨ ਲੈਣੇ ਨੇ, ਯੂ ਨੀਡ ਅ ਲੀਡਰਸ਼ਿਪ। ਮੇਰਾ ਕੁਐਸਚਨ ਇਹ ਆ ਕਿ ਇਸ ਵੇਲੇ ਕਿ ਸਿੱਖ ਕੌਮ ਕੋਲੇ ਜਿਹੜਾ ਸਰਬੱਤ ਖਾਲਸਾ ਬਣਾਉਣ ਦੀ ਗੱਲ ਤਾਂ ਕੀਤੀ ਜਾ ਰਹੀ ਆ, ਕਿ ਕੋਈ ਅਜਿਹਾ ਲੀਡਰ ਆ ਕਿ ਜਿਹੜੀ ਅੱਜ ਦਾ ਜਿਹੜਾ ਧਾਰਮਿਕ ਸੰਕਟ ਆਇਆ ਸਾਨੂੰ ਉਸ ਦੇ ਵਿੱਚੋਂ ਬਾਹਰ ਕੱਢਿਆ ਜਾ ਸਕੇ? ਸ਼ੁਰੂਆਤ ਕਰਦੇ ਹਾਂ ਪਰਮਿੰਦਰ ਸਿੰਘ ਜੀ ਤੋਂ। ਦਵਿੰਦਰ ਜੀ, ਅੱਜ ਦੀ ਡੇਟ ਦੇ ਵਿੱਚ ਮੈਨੂੰ ਨਹੀਂ ਲੱਗਦਾ ਪਿਆ ਵੀ ਕੋਈ ਵੀ ਇਦਾਂ ਦਾ ਲੀਡਰ ਸ਼ਾਇਦ ਪੰਜਾਬ ਦੇ ਵਿੱਚ ਜਾਂ ਸਿੱਖ ਲੀਡਰਸ਼ਿਪ ਦੇ ਵਿੱਚ ਕੋਈ ਇਦਾਂ ਦਾ ਲੀਡਰ ਹੈਗਾ ਜਿਹੜਾ ਮੋਹਰੀ ਬਣ ਕੇ ਇਸ ਪੂਰੇ ਜੋ ਵੀ ਇਸ ਸਮੇਂ ਪ੍ਰਦਰਸ਼ਨ ਚੱਲਦੇ ਪਏ ਆ, ਜੋ ਵੀ ਵਿਰੋਧ ਚੱਲਦਾ ਪਿਆ ਆ, ਉਹਨੂੰ ਲੀਡ ਕਰ ਸਕੇ। ਬਿਲਕੁਲ, ਜਿਹੜੀ ਤੁਹਾਡੀ ਗੱਲ ਮੰਨਾਂ ਮੈਂ, ਸਿਮਰਜੀਤ ਸਿੰਘ ਮਾਨ ਉਹ ਕੁਝ ਜ਼ਿਆਦਾ ਇੱਕ ਪਾਸੇ ਨੂੰ ਝੁਕ ਜਾਂਦੇ ਆ। ਉਹਨਾਂ ਨੂੰ ਆਈ ਥਿੰਕ ਇੱਕ ਜਿਹੜਾ ਪੰਜਾਬ ਦੇ ਹੁਣ ਦੇ ਹਾਲਾਤ ਹੈਗੇ ਆ ਉਹਨਾਂ ਨੂੰ ਧਿਆਨ ਵਿੱਚ ਰੱਖਦੇ ਆ ਦੀ ਗੱਲ ਕਰਨੀ ਚਾਹੀਦੀ ਹੈ। ਹਾਂ ਬਿਲਕੁਲ, ਅਗਰ ਉਹ ਜੋ ਮੰਗ ਕਰਦੇ ਆ, ਜੇ ਉਹ ਖਾਲਿਸਤਾਨ ਦੀ ਮੰਗ ਵੀ ਕਰਦੇ ਹੈਗੇ ਆ ਤੇ ਠੀਕ ਆ, ਪਰ ਹੁਣ ਜਿਹੜੀ ਸਿਚੁਏਸ਼ਨ ਇੱਥੇ ਇਹ ਆ ਕਿ ਉਸ ਮੰਗ ਦੇ ਨਾਲ ਸਾਨੂੰ ਜਿਹੜੀ ਪ੍ਰੈਜ਼ੈਂਟ ਸਿਚੁਏਸ਼ਨ ਹੈਗੀ ਆ ਉਹਨੂੰ ਵੀ ਸੋਲਵ ਕਰਨਾ ਆ। ਤੇ ਤੁਸੀਂ ਆਪਣੀ ਜਿਹੜੀ ਉਹ ਮੰਗ ਹੈਗੀ ਆ ਉਹਨੂੰ ਲੈ ਕੇ ਤੁਸੀਂ ਆਪਣੀ ਪਹਿਲਾਂ ਰੌਲਾ ਨਹੀਂ ਪਾ ਸਕਦੇ। ਤੁਹਾਨੂੰ
ਜਿਹੜੇ ਹੁਣ ਦੇ ਹਾਲਾਤ ਆ ਸਭ ਤੋਂ ਪਹਿਲਾਂ ਉਹਨਾਂ ਨੂੰ ਸੋਲਵ ਕਰਨਾ ਪੈਣਾ ਆ, ਉਸ ਤੋਂ ਬਾਅਦ ਤੁਸੀਂ ਅਗਲੀ ਕਾਰਵਾਈ ਕਰ ਸਕਦੇ। ਜੇ ਅਸੀਂ ਢੱਡਰੀਆਂ ਵਾਲਿਆਂ ਦੀ ਗੱਲ ਕਰ ਲਈਏ, ਉਹਨਾਂ ਨੇ ਵੀ ਕਿਸੇ ਨਾ ਕਿਸੇ ਤਰੀਕੇ ਨਾਲ ਇਮੋਸ਼ਨਲ ਹੋ ਕੇ ਕਈ ਗੱਲਾਂ ਇਦਾਂ ਦੀਆਂ ਕਰ ਜਾਣੀਆਂ ਜਿਹੜੀਆਂ ਸ਼ਾਇਦ ਮੈਨੂੰ ਲੱਗਦਾ ਹੈ ਕਿ ਉਹ ਸਿੱਖ ਪੰਥ ਦੇ ਲਈ ਜਿਹੜਾ ਅੱਜ ਦੇ ਦੌਰ ਦੇ ਵਿੱਚ ਉਹ ਸ਼ਾਇਦ ਨਾ ਠੀਕ ਹੋਣ। ਸੋ ਮੈਨੂੰ ਅਜੇ ਤੱਕ ਤਾਂ ਕੋਈ ਇਦਾਂ ਦਾ ਵਧੀਆ ਲੀਡਰ ਜਿਹੜਾ ਆ ਉਹ ਸਾਹਮਣੇ ਆਉਂਦਾ ਦਿਖਦਾ ਨਹੀਂ ਪਿਆ। ਸੰਦੀਪ ਸਿੰਘ ਜੀਠੀ ਨਰਮ ਖਿਆਲੀ ਜਿਹੜੇ ਵਿਚਾਰ ਨੇ, ਉਦੋਂ ਬਾਅਦ ਜਿਹੜੇ ਨਰਮ ਖਿਆਲੀ ਵਿਚਾਰ ਨੇ, ਜਿਵੇਂ ਸਾਡੇ ਸਿੱਖ ਵਿਦਵਾਨਾਂ ਦੇ ਵੀ ਨੇ, ਦੂਜੇ ਪਾਸੇ ਸਰਦਾਰ ਸਿਮਰਨਜੀਤ ਸਿੰਘ ਮਾਨ ਦੀ ਗੱਲ ਕੀਤੀ ਜਾਵੇ, ਕਾਫੀ ਸਮੇਂ ਤੋਂ ਲੜਾਈ ਸੰਘਰਸ਼ ਕਰ ਰਹੇ ਨੇ, ਖਾਲਿਸਤਾਨ ਦੀ ਮੰਗ ਕਰ ਰਹੇ ਨੇ। ਦੂਜੇ ਪਾਸੇ ਜਿਹੜੇ ਨਰਮ ਖਿਆਲੀ ਨੇ, ਉਹਨਾਂ ਇਹ ਗੱਲ ਨਾਲ ਤਾਂ ਵਾਕਿਫ ਨੇ ਕਿ ਧਾਰਮਿਕ ਸੰਕਟ ਆਇਆ ਹੋਇਆ, ਕਿ ਉਹ ਨਰਮ ਖਿਆਲੀ ਲੀਡਰਾਂ ਦੇ ਨਾਲ ਮਿਲ ਕੇ ਇਹ ਧਾਰਮਿਕ ਸੰਕਟ ਦੇ ਵਿੱਚ ਆਪਣਾ ਯੋਗਦਾਨ ਪਾ ਸਕਣਗੇ ਜਾਂ ਨਹੀਂ? ਦੇਖੋ, ਜਿਹੜਾ ਤੁਸੀਂ ਸਵਾਲ ਭਾਜੀ ਉਹਨਾਂ ਨੂੰ ਕੀਤਾ ਸੀ, ਪਹਿਲਾਂ ਮੈਂ ਉਸ ਦੇ ਉੱਤੇ ਕੋਈ ਇੱਕ ਕਮੈਂਟ ਦੇਣਾ ਚਾਹੁੰਦਾ ਹਾਂ। ਸਰਬੱਤ ਖਾਲਸਾ ਇੱਕ ਸਿਧਾਂਤ ਆ, ਇੱਕ ਇੰਸਟੀਚਿਊਟ ਆ। 2-4 ਜਥੇਬੰਦੀਆਂ, ਪੋਲੀਟੀਕਲ ਜਥੇਬੰਦੀਆਂ ਖੜੀਆਂ ਹੋ ਕੇ ਸਰਬੱਤ ਖਾਲਸੇ ਦੀ ਕਾਲ ਨਹੀਂ ਦੇ ਸਕਦੀਆਂ। ਸਰਬੱਤ ਦਾ ਮਤਲਬ ਹੀ ਆਇਆ ਕਿ ਸਾਰੀ ਸਿੱਖ ਕਮਿਊਨਿਟੀ ਦੀ ਉਸ 'ਚ ਸਹਿਮਤੀ ਹੋਣੀ ਜ਼ਰੂਰੀ ਆ। ਸੋ ਦ ਪ੍ਰੋਗਰਾਮ ਜਿਹੜਾ 10 ਤਰੀਕ ਨੂੰ ਸੱਦਿਆ ਗਿਆ ਆ, ਇਟਸ ਸੋ ਕਾਲਡ ਸਰਬੱਤ ਖਾਲਸਾ, ਇਹ ਸਰਬੱਤ ਖਾਲਸੇ ਦੇ ਸਿਧਾਂਤ ਨੂੰ ਸਿੱਧਾ ਸੱਟ ਮਾਰਦਾ ਆ। ਇਹਦਾ ਸਰਬੱਤ ਖਾਲਸੇ ਨਾਲ ਕੋਈ ਲੈਣਾ ਦੇਣਾ ਨਹੀਂ, ਕਿਉਂਕਿ ਇਸ ਦੇ ਵਿੱਚ ਸਰਬੱਤ ਖਾਲਸੇ ਦੀ ਇਨਵੋਲਵਮੈਂਟ ਨਹੀਂ ਹੈਗੀ। ਸਰਬੱਤ ਖਾਲਸੇ ਦੇ ਵਿੱਚ ਸਾਰੀ ਸਿੱਖ ਕਮਿਊਨਿਟੀ ਦੀ ਇਨਵੋਲਵਮੈਂਟ ਹੋਣੀ ਸਭ ਤੋਂ ਜ਼ਿਆਦਾ ਜ਼ਰੂਰੀ ਆ। ਇਸ ਦੇ ਵਿੱਚ ਅਗਰ ਤੁਸੀਂ ਦੇਖਿਆ ਹੋਵੇ, ਜਿਸ ਦਿਨ ਸਰਬੱਤ ਖਾਲਸਾ ਕਾਲ ਕੀਤਾ ਗਿਆ, ਕੁਝ ਦਿਨਾਂ ਬਾਅਦ ਹੀ ਜਥੇਦਾਰ ਰਣਜੀਤ ਸਿੰਘ, ਐਕਸ ਜਥੇਦਾਰ ਰਣਜੀਤ ਸਿੰਘ ਨੇ ਸਟੇਟਮੈਂਟ ਦਿੱਤੀ ਹੈ ਕਿ ਮੈਂ ਇਸ ਸਰਬੱਤ ਖਾਲਸਾ ਨਾਲ ਸਹਿਮਤ ਨਹੀਂ। ਕੱਲ ਪਰਸੋਂ ਦੀ ਸਟੇਟਮੈਂਟ ਆਈ ਹੋਈ ਹੈ ਪੰਚ ਪ੍ਰਧਾਨੀ ਦਲ ਖਾਲਸਾ ਸਿੱਖ ਇੰਟੈਲੈਕਚੁਅਲਸ ਦੀ ਕਿ ਅਸੀਂ ਸਰਬੱਤ ਖਾਲਸਾ ਨਾਲ ਸਹਿਮਤ ਨਹੀਂ। ਰਣਜੀਤ ਸਿੰਘ, ਜਿੱਥੇ ਤੱਕ ਮੇਰੇ ਕੋਲੇ ਨਿਊਜ਼ ਪਹੁੰਚੀ ਹੋਈ ਹੈ, ਰਣਜੀਤ ਸਿੰਘ ਢੱਡਰੀਆਂ ਵਾਲੇ, ਜਥੇਦਾਰ ਕੇਵਲ ਸਿੰਘ, ਆਪਣੇ ਹੋਰ ਕਈ ਜਥੇਬੰਦੀਆਂ ਜਿਨ੍ਹਾਂ ਦੇ ਨਾਮ ਇਹ ਬੰਦੇ ਲੈ ਰਹੇ ਨੇ, ਉਹ ਕਹਿੰਦੇ ਕਿ ਅਸੀਂ ਸਰਬੱਤ ਖਾਲਸੇ ਨਾਲ ਸਹਿਮਤ ਨਹੀਂ। ਜਦੋਂ ਉਹ ਸਾਰੇ ਸਹਿਮਤ ਹੀ ਨਹੀਂ, ਤੇ ਫਿਰ ਤੁਸੀਂ ਸਰਬੱਤ ਖਾਲਸੇ ਦੇ ਇੰਸਟੀਚਿਊਟ ਨੂੰ ਕਿਉਂ ਰੋਲਣ ਲੱਗੇ ਹੋ? ਸਰਬੱਤ ਖਾਲਸਾ ਇੱਕ ਸਿਧਾਂਤ ਆ, ਉਸ ਸਾਡੇ ਕੋਲੇ ਇੱਕੋ ਇੱਕ ਸਿਧਾਂਤ ਬਚਿਆ। ਹੁਣ ਇੱਕ ਗੱਲ ਸਮਝਣੀ ਪਵੇਗੀ ਕਿ 1984 ਦੇ ਵਿੱਚ ਕਾਂਗਰਸ ਦੀ ਸਰਕਾਰ ਨੇ ਅਕਾਲ ਤਖਤ ਢਾਇਆ ਸੀ। ਅੱਜ ਮੌਜੂਦਾ ਹਾਲਾਤ ਦੇ ਵਿੱਚ ਸਾਡੇ ਅਕਾਲ ਤਖਤ ਦੇ ਸਿਧਾਂਤ ਨੂੰ ਢਾਇਆ ਗਿਆ ਆ। ਅਸੀਂ ਜਿੰਨੀਆਂ ਮਰਜ਼ੀ ਫੋਕੀਆਂ ਗੱਲਾਂ ਕਰ ਸਕਦੇ ਹਾਂ, ਪਰ ਸੱਚਾਈ ਇਹ ਆ ਕਿ ਸਾਨੂੰ ਢਾਹ ਲੱਗੀ ਆ, ਹੋਰ ਕਾਫੀ ਵੱਡੀ ਲੱਗੀ ਆ। ਸਾਡੇ ਕੋਲੇ ਇਸ ਤੋਂ ਬਾਅਦ ਚੋਂ ਜੋ ਪਿਛਲੇ ਕੁਝ ਦਿਨਾਂ 'ਚ ਹੋਇਆ, ਉਸ ਤੋਂ ਬਾਅਦ ਚੋਂ ਸਿਰਫ ਇੱਕੋ ਚੀਜ਼ ਬਚੀ ਆ, ਉਹ ਹੈਗਾ ਸਰਬੱਤ ਖਾਲਸੇ ਦਾ ਸਿਧਾਂਤ, ਸਰਬੱਤ ਖਾਲਸੇ ਦੀ ਇੰਸਟੀਚਿਊਟ। ਅਗਰ ਅਸੀਂ ਇਸ ਇੰਸਟੀਚਿਊਟ ਦੇ ਉੱਤੇ ਸੱਟ ਮਾਰ ਲਈ ਤੇ ਸਾਡੇ ਕੋਲੇ ਇਸ ਤੋਂ ਬਾਅਦ ਚੋਂ ਕੁਝ ਰਹਿਣਾ ਨਹੀਂ ਹੈਗਾ। ਸੋ ਅਸੀਂ ਕਾਫੀ ਚਿਰ ਤੋਂ ਇਸ ਚੀਜ਼ ਦੇ ਉੱਤੇ ਕੰਮ ਕਰਦੇ ਪਏ ਹਾਂ। ਅਗਰ ਤੁਹਾਨੂੰ ਲਾਈਕ ਓਨਟਾਰੀਓ ਤੇ ਕਿਊਬੈਕ ਦੀਆਂ ਜਥੇਬੰਦੀਆਂ ਨੇ ਇੱਕ ਮੀਟਿੰਗ ਵੀ ਕਾਲ ਕੀਤੀ ਸੀ, ਜਿਸ 'ਚ ਉਹਨਾਂ ਨੇ ਕਿਹਾ ਸੀ ਕਿ ਅਗਰ ਸਰਬੱਤ ਖਾਲਸਾ ਹੋਣਾ ਆ ਤੇ ਇਸ ਦੇ ਵਿੱਚ ਗਲੋਬਲੀ ਹੋਣਾ ਚਾਹੀਦਾ, ਕਿਉਂਕਿ ਸਿੱਖ ਪੰਜਾਬ ਤੋਂ ਬਾਹਰ ਵੀ ਵਸਦੇ ਨੇ ਤੇ ਉਹਨਾਂ ਦੀ ਵੀ ਨਾਲ ਰਾਏ ਲੈਣੀ ਜ਼ਰੂਰੀ ਆ। ਅਗਰ ਉਹਨਾਂ ਦੀ ਰਾਏ ਤਾਂ ਛੱਡੋ, ਜਿਹੜਾ ਸਰਬੱਤ ਖਾਲਸਾ ਹੁਣ ਸੱਦਿਆ ਗਿਆ, ਉਸ 'ਚ ਪੰਜਾਬ ਦੇ ਸਿੱਖ ਅਤੇ ਸਿੱਖ ਜਥੇਬੰਦੀਆਂ ਦੀ ਰਾਏ ਤੱਕ ਨਹੀਂ ਲਿੱਤੀ ਗਈ। ਸੋ ਇਸ ਨੂੰ ਸਰਬੱਤ ਖਾਲਸਾ ਕਿਹਾ ਹੀ ਨਹੀਂ ਜਾ ਸਕਦਾ। ਦਿਸ ਇਜ਼ 100% ਰੋਂਗ। ਇਹ ਸਿੱਖ ਸਿਧਾਂਤ ਨੂੰ ਬਹੁਤ ਵੱਡੀ ਸੱਟ ਮਾਰੇਗਾ। ਸੋ ਜਿਵੇਂ ਤੁਸੀਂ ਗੱਲ ਕੀਤੀ ਕਿ 1984 ਤੋਂ ਬਾਅਦ ਅਕਾਲ ਤਖਤ ਸਾਹਿਬ ਤੇ ਹੀ ਉੱਥੇ ਸਰਬੱਤ ਖਾਲਸਾ ਬੁਲਾਇਆ ਗਿਆ ਸੀ। ਜਿਹੜੇ ਸਿਧਾਂਤਾਂ ਤੇ ਸੱਟ ਬੱਚੀ ਆ, ਉਹਨਾਂ ਸਿਧਾਂਤਾਂ ਤੇ ਚੱਲਦੇ ਅੱਜ ਦੇ ਹਾਲਤ ਦੇ ਵਿੱਚ ਜੇ ਮੈਂ ਕਹਿ ਦੇਵਾਂ ਕਿ ਸਰਬੱਤ ਖਾਲਸਾ ਬੁਲਾਉਣਾ ਕਾਫੀ ਵੱਡਾ ਇੱਕ ਮੁਸ਼ਕਿਲ ਦਾ ਕੰਮ ਹੋ ਸਕਦਾ, ਇੱਕ ਬਹੁਤ ਵੱਡਾ ਇੰਪੋਸੀਬਲ ਜਿਹਾ ਟਾਸਕ ਲੱਗਦਾ। ਸੋ ਕੀ ਜਿਹੜੀਆਂ ਜਥੇਬੰਦੀਆਂ ਨੇ ਇਸ ਸੰਘਰਸ਼ ਸ਼ੁਰੂ ਕੀਤਾ, ਸਰਬੱਤ ਖਾਲਸੇ ਦੇ ਬਿਨਾਂ ਬੁਲਾਏ ਜਾਣ ਤੋਂ ਇਸ ਧਾਰਮਿਕ ਸੰਕਟ ਦੇ ਵਿੱਚੋਂ ਸਿੱਖਾਂ ਨੂੰ ਬਾਹਰ ਕੱਢਣ ਦੇ ਵਿੱਚ ਕਾਮਯਾਬ ਹੋਣਗੀਆਂ ਜਾਂ ਨਹੀਂ? ਪਰਮਿੰਦਰ ਸਿੰਘ ਜੀ। ਦਵਿੰਦਰ ਸਿੰਘ ਜੀ, ਕਾਫੀ ਜਿਹੜੀਆਂ ਜੇ ਹੁਣ ਗੱਲ ਕੀਤੀ ਹੈ, ਸੰਦੀਪ ਜੀ ਨੇ ਗੱਲ ਕੀਤੀ ਕਿ ਕਾਫੀ ਸਾਰੀਆਂ ਜਥੇਬੰਦੀਆਂ ਅਜੇ ਇਸ ਦਾ ਵਿਰੋਧ ਕਰ ਰਹੀਆਂ ਆ, ਪਰ ਕਈ ਜਥੇਬੰਦੀਆਂ ਜਿਹੜੀਆਂ ਕਈ ਯੂਰਪ ਦੇ ਵਿੱਚ ਵੀ ਮੀਟਿੰਗਸ ਹੋ ਰਹੀਆਂ ਆ, ਅਮਰੀਕਾ ਦੇ ਵਿੱਚ, ਨਾਰਥ ਅਮਰੀਕਾ ਦੇ ਵਿੱਚ ਵੀ ਮੀਟਿੰਗ ਹੋ ਰਹੀਆਂ ਆ, ਯੂਬਾ ਸਿਟੀ ਸ਼ਾਇਦ ਆ ਵੀਕਐਂਡ ਦੇ ਉੱਤੇ ਇੱਕ ਮੀਟਿੰਗ ਹੋਣ ਜਾ ਰਹੀ ਆ। ਸੋ ਇਹ ਅਲੱਗ-ਅਲੱਗ ਖੇਤਰਾਂ ਦੇ ਵਿੱਚ ਆਲਰੇਡੀ ਮੀਟਿੰਗਸ ਜਿਹੜੀਆਂ ਹੋਣੀਆਂ ਸ਼ੁਰੂ ਹੋ ਚੁੱਕੀਆਂ ਆ, ਤੇ ਮੈਨੂੰ ਲੱਗਦਾ ਹੈ ਕਿ ਦੇਸ਼ ਵਿਦੇਸ਼ ਤੋਂ ਉੱਥੇ ਸ਼ਮੂਲੀਅਤ ਜ਼ਰੂਰ ਹੋਊਗੀ, ਪਰ ਜਿਸ ਲੈਵਲ ਦੇ ਉੱਤੇ ਹੋਣੀ ਚਾਹੀਦੀ ਸੀ, ਜਿਸ ਤਰ੍ਹਾਂ ਜੇ ਅਸੀਂ ਸਰਬੱਤ ਖਾਲਸਾ ਦਾ ਇੱਕ ਇੰਸਟੀਟਿਊਸ਼ਨ, ਜਿੱਦਾਂ ਸੰਜੀਵ ਜੀ ਨੇ ਗੱਲ ਕੀਤੀ ਆ, ਕਿ ਅਗਰ ਉਸ ਨੂੰ ਅਸੀਂ ਵਾਕਈ ਮੰਨ ਦਿੰਦੇ ਹਾਂ, ਬਾਕੀ ਉਹਦੇ ਉੱਤੇ ਭਰੋਸਾ ਰੱਖਦੇ ਹਾਂ,
ਤੇ ਸਾਨੂੰ ਬਿਲਕੁਲ ਉਹਦੇ ਵਿੱਚ ਜਿਹੜੀ ਸ਼ਮੂਲੀਅਤ ਹੈਗੀ ਉਹਨੂੰ ਪ੍ਰੋਪਰ ਤਰੀਕੇ ਨਾਲ ਉੱਥੇ ਕਾਲ ਕੀਤਾ ਜਾਣਾ ਚਾਹੀਦਾ ਆ। ਉੱਥੇ ਇੱਕ ਦੋ ਜਥੇਬੰਦੀਆਂ ਮਿਲ ਕੇ ਜੇ ਕਾਲ ਕਰਦੀਆਂ ਪਈਆਂ, ਆਈ ਥਿੰਕ ਉਹਦੇ ਵਿੱਚ ਕਿਤੇ ਨਾ ਕਿਤੇ ਕੋਈ ਖਾਮੀਆਂ ਹੈਗੀਆਂ ਆ ਤੇ ਇਸ ਕਰਕੇ ਉਹਨਾਂ ਦਾ ਪੰਜਾਬ ਦੇ ਵਿੱਚ ਵਿਰੋਧ ਹੋ ਰਿਹਾ। ਪਰ ਜੇ ਮੈਂ ਇਸ ਤੋਂ ਪਹਿਲਾਂ ਵਾਲੇ ਜਿੱਦਾਂ 1984 ਦੀ ਗੱਲ ਕੀਤੀ ਹੈ ਕਿ ਉਸ ਟਾਈਮ ਤੇ ਸਰਬੱਤ ਖਾਲਸਾ ਸੱਦਿਆ ਗਿਆ ਸੀਗਾ, ਜਾਂ ਇਸ ਇੰਸਟੀਟਿਊਸ਼ਨ ਨੂੰ ਜਿਹੜਾ ਬਚਾਉਣ ਦੇ ਲਈ ਜਾਂ ਇਸ ਇੰਸਟੀਟਿਊਸ਼ਨ ਦੀ ਜਿਹੜੀ ਮਰਿਆਦਾ ਹੈਗੀ ਆ ਜਾਂ ਜੋ ਉਹਦੇ ਰੂਲਸ ਰੈਗੂਲੇਸ਼ਨਸ ਹੈਗੇ ਆ, ਜੋ ਉਹਦੇ ਵਿੱਚ ਉਹਦੇ ਸਿਧਾਂਤ ਹੈਗੇ ਆ, ਉਹਨਾਂ ਨੂੰ ਪੂਰਾ ਕਰਨ ਦੇ ਲਈ ਮੈਨੂੰ ਲੱਗਦਾ ਹੈ ਕਿ ਇਸ ਸਮੇਂ ਦੇਸ਼ ਵਿਦੇਸ਼ ਤੋਂ ਜਿਹੜੀਆਂ ਵੀ ਆਰਗੇਨਾਈਜੇਸ਼ਨਸ ਹੈਗੀਆਂ ਆ ਉਹਨਾਂ ਨੂੰ ਇੱਕ ਸਾਂਝੇ ਮੰਚ ਦੇ ਉੱਤੇ ਇਕੱਠੇ ਹੋ ਕੇ ਉਸ ਤੋਂ ਪਹਿਲਾਂ ਡਿਸਾਈਡ ਕਰ ਲੈਣਾ ਚਾਹੀਦਾ ਹੈ ਕਿ ਪੰਜਾਬ ਦੇ ਵਿੱਚ ਜਿਹੜੇ ਇਹ ਸਰਬੱਤ ਖਾਲਸਾ ਹੋ ਰਿਹਾ ਆ, ਕੀ ਉਹਦੇ ਵਿੱਚ ਸਾਡੀ ਸ਼ਮੂਲੀਅਤ ਹੋਣੀ ਚਾਹੀਦੀ ਹੈ ਜਾਂ ਨਹੀਂ ਹੋਣੀ ਚਾਹੀਦੀ, ਜਾਂ ਇਹ ਸਰਬੱਤ ਖਾਲਸਾ ਹੈ ਵੀ ਜਾਂ ਨਹੀਂ, ਜਾਂ ਇਸ ਤੋਂ ਪਹਿਲਾਂ ਉਹ ਪੰਜਾਬ ਦੀਆਂ ਜਥੇਬੰਦੀਆਂ ਨੂੰ ਇੰਨੀ ਗੱਲ ਕਹਿ ਦੇਣ ਕਿ ਪਹਿਲਾਂ ਤੁਸੀਂ ਆਪਸ ਦੇ ਵਿੱਚ ਬੈਠ ਕੇ ਇੱਕ ਆਪਸੀ ਰਾਏ ਬਣਵਾ ਲਓ, ਉਸ ਤੋਂ ਬਾਅਦ ਸਾਨੂੰ ਇੱਕ ਵਾਰੀ ਕਲੀਅਰ ਕਰ ਦਿਓ ਕਿ ਹਾਂਜੀ ਇਹ ਸਰਬੱਤ ਖਾਲਸਾ ਹੈ ਜਾਂ ਨਹੀਂ, ਔਰ ਇਹ ਜੇ ਕਾਲ ਕੀਤੀ ਜਾ ਰਹੀ ਹੈ ਤੇ ਇਹਦੇ ਤੇ ਕਿਹੜੇ ਕਿਹੜੇ ਮੁੱਦੇ ਹੈਗੇ ਆ ਡਿਸਕਸ ਕੀਤੇ ਜਾਣੇ ਆ। ਜਿਹੜੇ ਮੁੱਦੇ ਹੁਣ ਜੇ ਜਿਹੜੇ 9 ਫੈਸਲੇ ਲਏ ਗਏ ਆ ਪਿਛਲੇ ਦਿਨੀ ਬਰਗਾੜੀ ਦੇ ਵਿੱਚ, ਮੈਨੂੰ ਨਹੀਂ ਲੱਗਦਾ ਕਿ ਉਹ ਇੱਕ ਬਹੁਤ ਵਧੀਆ ਹੈਗੇ, ਜਿੱਦਾਂ ਸੰਦੀਪ ਜੀ ਨੇ ਆਲਰੇਡੀ ਕਿਹਾ ਕਿ ਉਹ ਜੇ ਮੋਮੈਂਟਮ ਦੇਖਿਆ ਜਾਵੇ ਜੋ ਇਸ ਸਮੇਂ ਚੱਲਦਾ ਪਿਆ ਸੀਗਾ ਉੱਥੇ ਰੋਸ ਪ੍ਰਦਰਸ਼ਨ ਦਾ, ਉਸ ਮੋਮੈਂਟਮ ਨੂੰ ਬਹੁਤ ਜ਼ਿਆਦਾ ਢਿੱਲੇ ਹੈਗੇ ਆ ਉਹ, ਤੇ ਕਿਤੇ ਨਾ ਕਿਤੇ ਬਹੁਤ ਕੁਝ ਅਜੇ ਕਰਨਾ ਬਾਕੀ ਹੈਗਾ ਆ। ਮੈਨੂੰ ਲੱਗਦਾ ਕਿ 10 ਤਰੀਕ ਨੂੰ ਸਰਬੱਤ ਖਾਲਸਾ ਬੁਲਾਇਆ ਜਾਣਾ, ਟਾਈਮ ਜਿਹੜਾ ਹੈਗਾ ਉਹ ਬਹੁਤ ਜ਼ਿਆਦਾ ਥੋੜਾ ਆ। ਜੇ ਸੰਦੀਪ ਸਿੰਘ ਜੀ ਗੱਲ ਕੀਤੀ ਜਾਵੇ, ਹੁਣ ਥੋੜੀ ਜਿਹੀ ਪੋਲੀਟੀਕਲ ਗੱਲ ਕਰਦੇ ਹਾਂ ਕਿ ਜੇ ਅਕਾਲ ਤਖਤ ਸਾਹਿਬ ਤੋਂ ਕੋਈ ਫੈਸਲੇ ਕਰਾਉਣੇ ਨੇ, ਅਸੀਂ ਕਹਿ ਰਹੇ ਹਾਂ ਕਿ ਬਾਦਲ ਸਾਹਿਬ ਦਾ ਪੂਰਾ ਅਕਾਲ ਤਖਤ ਸਾਹਿਬ ਤੇ ਕੰਟਰੋਲ ਆ ਜਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਵੀ ਕੰਟਰੋਲ ਆ, ਪਰ ਜੇ ਗੱਲ ਕੀਤੀ ਜਾਵੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਵੀ ਇੱਕ ਡੈਮੋਕ੍ਰੈਟਿਕ ਪ੍ਰੋਸੈਸ ਦੇ ਨਾਲ ਹੁੰਦੀ ਆ। ਜੇ ਸਿੱਖਾਂ ਦੇ ਵਿੱਚ ਕਾਫੀ ਵਿਦਰੋਹ ਪਾਇਆ ਜਾਂਦਾ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਜਾਂ ਅਕਾਲ ਤਖਤ ਸਾਹਿਬ ਤੇ ਕੰਟਰੋਲ ਕਿਉਂ ਨਹੀਂ ਕੀਤਾ ਜਾਂਦਾ? ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਜਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੂੰ ਚੱਲਦਾ ਕਰਕੇ ਉਹ ਸਾਡੇ ਜਿਹੜੇ ਧਾਰਮਿਕ ਅਦਾਰੇ ਨੇ ਉਹਨਾਂ ਤੇ ਉੱਤੇ ਕੰਟਰੋਲ ਕੀਤਾ ਜਾਵੇ, ਜਾਂ ਤੋਂ ਇੱਕ ਨਿਰਮੋਲ ਸਿਧਾਂਤਾਂ ਦੇ ਨਾਲ ਸਿੱਖ ਜਿਹੜੇ ਪੰਥ ਨੂੰ ਆ ਉਸ ਨੂੰ ਸੇਧ ਦਿੱਤੀ ਜਾਵੇ। ਜਦੋਂ ਅਸੀਂ ਗੱਲ ਇਹ ਤਾਂ ਧਾਰਮਿਕ ਕਰ ਰਹੇ ਹਾਂ, ਦੂਜੇ ਪਾਸੇ ਰਾਜਨੀਤੀ ਦੀ ਗੱਲ ਕਰਦੇ ਹਾਂ। 2017 ਦੇ ਵਿੱਚ ਪੰਜਾਬ ਦੇ ਵਿੱਚ ਇਲੈਕਸ਼ਨਸ ਹੋਣੀਆਂ ਨੇ, ਜੇ ਸਾਡੇ ਧਾਰਮਿਕ ਆਗੂ ਜਾਂ ਜਿਹੜੇ ਤੁਸੀਂ ਕਿਹਾ ਵੀ ਸਟੇਜ ਤੇ ਆਏ ਸੀ ਰਾਜਸੀ ਆਗੂ, ਜੇ ਉਹ ਮੰਨਦੇ ਨੇ ਤਾਂ ਉਹ ਡੈਮੋਕ੍ਰੈਟਿਕ ਪ੍ਰੋਸੈਸ ਦੇ ਵਿੱਚ 2017 ਦੇ ਵਿੱਚ ਕਿਉਂ ਨਹੀਂ ਵੇਟ ਕਰ ਲੈਂਦੇ? ਜੇ ਇਲੈਕਸ਼ਨ ਹੋਣਗੇ, ਜੇ ਲੋਕੀ ਮੰਨਦੇ ਨੇ ਤਾਂ ਬਾਦਲ ਸਰਕਾਰ ਨੂੰ ਚਲਦੀ ਕਰ ਦੇਣਗੇ। ਜੇ ਬਾਦਲ ਸਰਕਾਰ ਜਿੱਤਦੀ ਆ ਤਾਂ ਫਿਰ ਇਹ ਫਤਵਾ ਵੀ ਮੰਨ ਲੈਣਾ ਚਾਹੀਦਾ ਕਿ ਜੋ ਬਾਦਲ ਸਰਕਾਰ ਕਰ ਰਹੀ ਆ ਉਹ ਠੀਕ ਕਰ ਰਹੀ ਆ ਜਾਂ ਨਹੀਂ। ਦੇਖੋ, ਜਿੱਥੇ ਤੱਕ ਤਾਂ ਇਲੈਕਸ਼ਨਸ ਦੀ ਗੱਲ ਹੈਗੀ ਆ, ਸਿੱਖ ਪਰੰਪਰਾਵਾਂ ਅਨੁਸਾਰ ਇਸ 'ਚ ਸਿਲੈਕਸ਼ਨ ਹੀ ਰਹੀ ਹੈ, ਇਲੈਕਸ਼ਨ ਨਹੀਂ ਰਹੀ। ਪਰ ਚਲੋ ਦੁਨੀਆ ਦੇ ਨਾਲ ਚੱਲਦੇ ਚੱਲਦੇ ਜਿੱਥੇ ਇਲੈਕਸ਼ਨ ਪ੍ਰੋਸੈਸ ਸਟਾਰਟ ਹੋਈਆਂ ਨੇ ਉੱਥੇ ਇਲੈਕਸ਼ਨਸ ਦੇ ਵਿੱਚ ਅਸੀਂ ਹਿੱਸਾ ਲੈ ਕੇ ਦੇਖ ਚੁੱਕੇ ਹਾਂ ਕਿਸ ਤਰੀਕੇ ਨਾਲ ਇਲੈਕਸ਼ਨ ਲੜੀ ਜਾਂਦੀ ਆ, ਕਿਹੜੀਆਂ ਫੋਰਸਿਸ ਕੀ ਚਾਹੀਦਾ ਉਹਦੇ ਲਈ ਪੰਜਾਬ ਦੇ ਵਿੱਚ ਇਲੈਕਸ਼ਨ ਲੜਨ ਲਈ। ਉਹ ਇੱਕ ਆਮ ਬੰਦੇ ਦੇ ਵਾਸਤੇ ਰੋਗ ਨਹੀਂ ਹੈਗਾ। ਬਟ ਜਿੱਥੇ ਤੱਕ ਸ਼੍ਰੋਮਣੀ ਕਮੇਟੀ ਤੇ ਅਕਾਲ ਤਖਤ ਸਾਹਿਬ ਦੀ ਆਜ਼ਾਦੀ ਦੀ ਗੱਲ ਆ, ਮੈਂ ਇੱਥੇ ਇਹ ਗੱਲ ਦੱਸ ਦੇਣਾ ਚਾਹੁੰਦਾ ਹਾਂ ਕਿ ਜਿਹੜੇ ਜਥੇਦਾਰ ਦੀ ਹੋਂਦ ਆ ਉਹ ਇੱਕ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮ ਨਾਲੋਂ ਵੱਧ ਕੁਛ ਨਹੀਂ ਹੈ। ਹੀ ਇਜ਼ ਜਸਟ ਅ ਪੇਡ EMPLOYEE। ਜਥੇਦਾਰ ਹੋਣਾ ਕੀ ਚਾਹੀਦਾ ਸੀ ਕਿ ਜਥੇਦਾਰ ਦੇ ਅਧੀਨ ਸ਼੍ਰੋਮਣੀ ਕਮੇਟੀ ਹੋਣੀ ਚਾਹੀਦੀ ਸੀ। ਇੱਥੇ ਸ਼੍ਰੋਮਣੀ ਕਮੇਟੀ ਦੇ ਅਧੀਨ ਜਥੇਦਾਰ ਆਇਆ ਹੋਇਆ ਆ। ਸੋ ਅਗਰ ਤੁਸੀਂ ਸਰਬੱਤ ਖਾਲਸਾ ਸੋ ਕਾਲ ਸਰਬੱਤ ਖਾਲਸਾ ਸੱਦ ਵੀ ਲੈਂਦੇ ਹੋ, ਉਸ 'ਚ ਚੇਂਜ ਕੀ ਆਏਗਾ? ਚੇਂਜ ਇਹ ਆਏਗਾ ਕਿ ਬਾਦਲ ਦੇ ਲਿਫਾਫਿਆਂ ਦੀ ਜਗ੍ਹਾ XYZ ਦੇ ਲਿਫਾਫੇ ਆਣੇ ਸ਼ੁਰੂ ਹੋ ਜਾਣਗੇ। ਜਿਹੜਾ ਮੇਨ ਪਰਪਸ ਹੋਣਾ ਚਾਹੀਦਾ ਆ ਉਹ ਤਾਂ ਸਿਸਟਮ ਨੂੰ ਚੇਂਜ ਕਰਨ ਦਾ ਹੋਣਾ ਚਾਹੀਦਾ। ਉਸ ਸਿਸਟਮ ਦੇ ਵਿੱਚ ਇਹ ਆਉਣਾ ਚਾਹੀਦਾ ਹੈ ਕਿ ਜਥੇਦਾਰ ਦੀ ਚੋਣ ਕਿਸ ਤਰੀਕੇ ਨਾਲ ਹੋਵੇ, ਜਥੇਦਾਰ ਦੀਆਂ ਰੋਲਸ ਡਿਊਟੀਜ਼ ਜੌਬਸ ਕੀ ਹੋਣਗੀਆਂ, ਜਥੇਦਾਰ ਨੂੰ ਟਰਮੀਨੇਟ ਕਿਵੇਂ ਕੀਤਾ ਜਾ ਸਕਦਾ ਹੈ। ਇੱਦਾਂ ਨਹੀਂ ਕਿ ਇੱਕ ਲਿਫਾਫਾ ਆਇਆ ਤੇ ਉਸ ਦੇ ਵਿੱਚ ਇੱਕ ਜਥੇਦਾਰ ਦਾ ਨਾਮ ਨਿਕਲ ਆਇਆ ਤੇ ਉਹਨੂੰ ਜਥੇਦਾਰ ਬਣਾਤਾ, ਜਾਂ ਉਹਦੀ ਕਿ ਨਾਮ ਹੈ ਕੋਈ ਦੇਣ ਵੀ ਹੈਗੀ ਹੈ ਕੌਮ ਨੂੰ, ਅੱਜ ਤੱਕ ਉਹਨੇ ਕੌਮ ਲਈ ਕੀਤਾ। ਸੋ ਇਹ ਸਾਰਾ ਕੁਛ ਆ ਜਿਹੜਾ ਵਿਚਾਰਿਆ ਜਾਣਾ ਚਾਹੀਦਾ ਆ। ਓਨਟਾਰੀਓ ਤੇ ਕਿਊਬੈਕ ਦੀਆਂ ਜਥੇਬੰਦੀਆਂ ਨੇ ਇੱਕ ਡਾਕੂਮੈਂਟ ਤਿਆਰ ਕਰਕੇ ਪੰਜਾਬ ਦੀਆਂ ਜਥੇਬੰਦੀਆਂ ਨੂੰ ਅਤੇ ਇੰਗਲੈਂਡ ਅਤੇ ਅਮਰੀਕਾ ਦੀਆਂ ਦੁਨੀਆ ਭਰ ਦੇ ਜਥੇਬੰਦੀਆਂ ਨੂੰ ਇਹ ਡਾਕੂਮੈਂਟ ਭੇਜਿਆ ਸੀ ਕਿ ਜਥੇਦਾਰ ਦੀ ਚੋਣ ਕਿਸ ਤਰੀਕੇ ਨਾਲ ਕੀਤੀ ਜਾਵੇ। ਉਹਨੂੰ ਚੇਂਜ ਕੀਤਾ ਜਾ ਸਕਦਾ ਆ ਜਿਸ ਤਰੀਕੇ ਨਾਲ ਪੌਪ ਨੂੰ ਚੂਜ਼ ਕੀਤਾ ਜਾਂਦਾ ਆ। ਜਦ ਤੱਕ ਤੁਸੀਂ ਇੱਕ ਸਿਸਟਮ ਨੂੰ ਨਹੀਂ ਬਣਾਉਂਦੇ, ਹੋਣਾ ਇਹੀ ਆ।
ਤੁਸੀਂ ਕਿਸੇ ਬੰਦੇ ਚੇਂਜ ਹੋ ਜਾਣਗੇ, ਸ਼ਕਲਾਂ ਚੇਂਜ ਹੋ ਜਾਣਗੀਆਂ, ਪਰ ਜਦ ਤੱਕ ਤੁਸੀਂ ਇੱਕ ਡਾਕੂਮੈਂਟਡ ਸਿਸਟਮ ਨਹੀਂ ਤਿਆਰ ਕਰੋਗੇ, ਜੋ ਅੱਜ ਪੰਜਾਬ 'ਚ ਵਿਚਰਿਆ ਹੋ ਰਿਹਾ ਆ ਉਦਾਂ ਹੀ ਹੁੰਦਾ ਰਹੂਗਾ। ਸਿੱਖ ਅੱਜ ਗਲੋਬਲ ਤੌਰ ਤੇ ਵਿਚਰਦਾ ਆ, ਪੰਜਾਬ ਤੋਂ ਬਾਹਰ ਸਿੱਖਾਂ ਦੀ ਬਹੁਤ ਵੱਡੀ ਗਿਣਤੀ ਆ। ਜਿਹੜਾ ਵੀ ਜੋ ਕੁਝ ਵੀ ਹੋਣਾ ਹੋਵੇ ਉਹ ਗਲੋਬਲ ਪੱਧਰ ਤੇ ਹੋਣਾ ਹੋਵੇ, ਉਹਦੇ ਦੋ ਕਾਰਨ ਆ, ਕਿਉਂਕਿ ਬਾਹਰ ਬੈਠਾ ਜਿਹੜਾ ਸਿੱਖ ਆ ਉਹ ਪੰਜਾਬ ਦੀ ਪੋਲੀਟੀਕਲ ਅਤੇ ਜਿਹੜੀ ਉੱਥੇ ਪੋਲੀਟੀਕਲ ਲੜਾਈ ਹੈ ਉਸ ਤੋਂ ਆਜ਼ਾਦ ਆ। ਉੱਥੋਂ ਲਿੱਤੇ ਹੋਏ ਫੈਸਲੇ ਜ਼ਿਆਦਾ ਸਹੀ ਹੋਣਗੇ। ਉਹਨਾਂ ਦੀ ਇਨਵੋਲਵਮੈਂਟ ਵਰਲਡ ਵਾਈਡ ਸਿੱਖ ਦੀ ਅਗਰ ਨਹੀਂ ਕਰਦੇ ਹੋ ਤੇ ਉਹ ਸਰਬੱਤ ਖਾਲਸੇ ਦਾ ਜਾਂ ਉਹ ਜਿਹੇ ਫੈਸਲਿਆਂ ਦਾ ਕੋਈ ਮਹੱਤਵ ਨਹੀਂ ਹੋਊਗਾ, ਕੋਈ ਫਾਇਦਾ ਨਹੀਂ ਹੋਊਗਾ, ਇਟ ਵਿਲ ਬੀ ਯੂਜ਼ਲੈਸ। ਸਿਰਫ ਲੋਕਾਂ ਨੂੰ 2 ਦਿਨ ਲਈ ਖੁਸ਼ ਕੀਤਾ ਜਾ ਸਕਦਾ ਹੈ ਕਿ ਅਸੀਂ ਇੱਕ ਸਰਬੱਤ ਖਾਲਸਾ ਸੱਦਿਆ ਜਾਂ ਅਸੀਂ ਨਵੇਂ ਜਥੇਦਾਰ ਬਣਾਤੇ, ਬਿਨਾਂ ਸਿਸਟਮ ਦਿੱਤੇ ਜੋ ਮਰਜ਼ੀ ਕਰੀ ਚੱਲੋ। ਜੋ ਪਿਛਲੇ 30 ਸਾਲ ਤੋਂ ਹੋ ਰਿਹਾ ਉਹ ਅੱਗੇ ਕੰਟੀਨਿਊ ਰਹੂਗਾ। ਪਰ ਜੇ ਗੱਲ ਜਿਹੜੇ ਹੁਣ ਮੌਜੂਦਾ ਹਾਲਤ ਦੀ ਕੀਤੀ ਜਾਵੇ, ਉਸ ਦੇ ਲਈ ਅਸੀਂ ਇਹ ਤਾਂ ਕਹਿੰਦੇ ਹਾਂ ਕਿ ਜ਼ਿੰਮੇਵਾਰ ਬਾਦਲ ਸਰਕਾਰ ਹੈਗੀ ਆ, ਪਰ ਜੇ ਗੱਲਬਾਤ ਕੀਤੀ ਜਾਵੇ ਤਾਂ ਕਿਤੇ ਨਾ ਕਿਤੇ ਖੁਫੀਆ ਏਜੰਸੀਆਂ ਜਿਹੜੀਆਂ ਪੰਜਾਬ ਦੀਆਂ ਖੁਫੀਆ ਏਜੰਸੀਆਂ ਨੇ ਉਹ ਵੀ ਬੁਰੀ ਤਰ੍ਹਾਂ ਫੇਲ ਹੋਈਆਂ ਨੇ। ਪਹਿਲਾਂ ਦੋਸ਼ ਲਾਏ ਸੀ ਕਿ ਪ੍ਰਵਾਸੀ ਭਾਰਤੀ ਜਾਂ ਪ੍ਰਵਾਸੀ ਪੰਜਾਬੀ ਇੱਥੋਂ ਉਹਨਾਂ ਨੂੰ ਫੰਡ ਭੇਜਦੇ ਨੇ, ਕਿਤੇ ਨਾ ਕਿਤੇ ਵਿਦੇਸ਼ੀ ਚਾਲਾਂ ਨੇ ਕਿ ਪੰਜਾਬ ਦੇ ਹਾਲਤ ਖਰਾਬ ਕੀਤੇ ਜਾ ਰਹੇ ਨੇ। ਪਰ ਅੱਜ ਜਿਹੜੇ ਹਿੰਦੁਸਤਾਨ ਦੇ ਹੋਮ ਮਿਨਿਸਟਰ ਨੇ ਰਾਜਨਾਥ ਸਿੰਘ ਜੀ, ਉਹਨਾਂ ਨੇ ਕਨਫਰਮ ਕਰ ਦਿੱਤਾ ਕਿ ਸਾਨੂੰ ਜਿਹੜੀ ਕੇਂਦਰੀ ਖੁਫੀਆ ਏਜੰਸੀ ਆ ਉਹਨਾਂ ਨੇ ਸਾਫ਼ ਕਰ ਦਿੱਤਾ ਕਿ ਇਸ ਦੇ ਵਿੱਚ ਵਿਦੇਸ਼ੀ ਤਾਕਤਾਂ ਦਾ ਕੋਈ ਹੱਥ ਨਹੀਂ, ਸਿਰਫ ਸੂਬੇ ਦੀ ਜਿਹੜੀ ਖੁਫੀਆ ਏਜੰਸੀ ਆ ਉਹਨਾਂ ਦੇ ਹੀ ਫੇਲ ਹੋਣ ਦੀ ਗੱਲ ਕੀਤੀ ਜਾਂਦੀ ਆ। ਹੁਣ ਸੰਦੀਪ ਸਿੰਘ ਜੀ, ਮੇਰਾ ਸਵਾਲ ਇਹ ਆ ਕਿ ਜੇ ਖੁਫੀਆ ਏਜੰਸੀ ਫੇਲ ਹੋਈਆਂ ਨੇ ਤਾਂ ਪਹਿਲੀ ਗੱਲ ਆ ਕਿ ਪੰਜਾਬ ਸਰਕਾਰ ਜ਼ਿੰਮੇਵਾਰ ਨਹੀਂ। ਦੂਜੇ ਪਾਸੇ ਜੇ ਪੰਜਾਬ ਸਰਕਾਰ ਜਾਂ ਸਰਦਾਰ ਸੁਖਬੀਰ ਸਿੰਘ ਬਾਦਲ ਜ਼ਿੰਮੇਵਾਰ ਨੇ, ਕੱਲ੍ਹ ਨੂੰ ਜਾ ਕੇ ਉਹ ਅਕਾਲ ਤਖ਼ਤ ਸਾਹਿਬ 'ਤੇ ਜਾ ਕੇ ਮਾਫੀ ਮੰਗ ਲੈਂਦੇ ਨੇ, ਕੀ ਸਿੱਖਾਂ ਦੀਆਂ ਧਾਰਮਿਕ ਪਰੰਪਰਾਵਾਂ ਜਾਂ ਭਾਵਨਾਵਾਂ ਹਰਟ ਹੋਈਆਂ ਨੇ ਉਹ ਉੱਥੇ ਫਿਟਸ ਹੋ ਜਾਣਗੀਆਂ ਜਾਂ ਨਹੀਂ? ਦੇਖੋ ਜੀ, ਗੱਲ ਇਦਾਂ ਹੈ ਕਿ ਜਿਹੜਾ ਬੰਦੇ ਨੇ ਵੀ ਗਲਤੀ ਕੀਤੀ ਉਹ ਅਕਾਲ ਤਖ਼ਤ ਸਾਹਿਬ ਜਾ ਕੇ ਮਾਫੀ ਮੰਗੇ, ਅੱਗੇ ਉਹਦੀ ਕਹਿੰਦਾ ਮਾਫੀ ਜਿਹੜਾ ਪੰਜ ਸਿੰਘ ਸਾਹਿਬਾਨ ਨੇ ਉਹ ਫੈਸਲਾ ਕਰਨ। ਅੱਗੇ ਮਹਾਰਾਜਾ ਰਣਜੀਤ ਸਿੰਘ ਨੂੰ ਅਕਾਲੀ ਫੂਲਾ ਸਿੰਘ ਵਰਗਾ ਅਗਰ ਜਥੇਦਾਰ ਹੋਵੇ, ਅਗਰ ਉਹੋ ਜੀ ਸਜ਼ਾ ਲਾਈ ਜਾਵੇ, ਸਿੱਖ ਪ੍ਰਵਾਨ ਕਰਨਗੇ। ਅਗਰ ਉਹ ਬਾਦਲ ਦੇ ਹੱਥ ਟੋਕੇ ਜਥੇਦਾਰ ਹੋਣਗੇ, ਜਿਨ੍ਹਾਂ ਨੂੰ ਅਸੀਂ ਅੱਜ ਜਥੇਦਾਰ ਮੰਨਣ ਨੂੰ ਤਿਆਰ ਨਹੀਂ ਆ, ਗੁਰਬਚਨ ਸਿੰਘ ਉਹਨਾਂ ਨੂੰ, ਅਗਰ ਉਹੋ ਜਿਹੇ ਜਥੇਦਾਰ ਹੋਣਗੇ ਉਹ ਆ ਕੇ ਕਹਿਣਗੇ ਕਿ ਹਾਂਜੀ ਕੋਈ ਨਾ ਤੁਸੀਂ 5 ਮਿੰਟ ਬੈਠੋ, 5 ਮਿੰਟ ਨਾਮ ਅਭਿਆਸ ਕਰੋ ਤੇ ਉਸ ਤੋਂ ਬਾਅਦ ਜਾਓ, ਤੁਹਾਨੂੰ ਮਾਫ ਕੀਤਾ, ਉਸ ਚੀਜ਼ ਨੂੰ ਸਿੱਖ ਕਦੀ ਨਹੀਂ ਐਕਸੈਪਟ ਕਰਨਗੇ। ਜਦ ਤੱਕ ਇੱਕ ਪ੍ਰੋਪਰ ਲੀਡਰਸ਼ਿਪ ਨਹੀਂ ਨਿਕਲਦੀ, ਜਦ ਤੱਕ ਜਥੇਦਾਰਾਂ ਦੀ ਚੋਣ ਪ੍ਰੋਪਰਲੀ ਨਹੀਂ ਹੁੰਦੀ, ਬਾਦਲ ਸਾਹਿਬ ਉਹਨਾਂ ਨੂੰ ਮਾਫ ਨਹੀਂ ਕੀਤਾ ਜਾ ਸਕਦਾ ਹੈਗਾ। ਮੈਂ ਇੱਥੇ ਇੱਕ ਗੱਲ ਹੋਰ ਜੋੜਦਾ ਕਿ ਜਿਹੜਾ ਬਰਗਾੜੀ ਪ੍ਰੋਗਰਾਮ ਹੋਇਆ ਸੀ ਅੱਜ ਤੋਂ ਕੁਝ ਦਿਨ ਪਹਿਲਾਂ, ਇਹ ਜਿਹੋ ਜਿਹੇ ਬਚਕਾਨਾ ਤੇ ਇਮੋਸ਼ਨਲ ਮਤੇ ਪਾਸ ਕੀਤੇ ਗਏ ਆ, ਇਹ ਬਿਲਕੁਲ ਗਲਤ ਸੀ। ਹੋਰ ਨਹੀਂ ਤਾਂ ਘੱਟੋ ਘੱਟ ਇੱਕ ਮਤਾ ਇਹ ਜ਼ਰੂਰ ਹੋਣਾ ਚਾਹੀਦਾ ਸੀ ਕਿ ਜਿਹੜੇ 2 ਸਿੰਘ ਸ਼ਹੀਦ ਹੋਏ ਆ ਉਹਨਾਂ ਦੀ ਯਾਦ ਦੇ ਵਿੱਚ ਇੱਕ ਜਗ੍ਹਾ ਬਣਾਈ ਜਾਵੇ, ਉੱਥੇ ਲਿਖਿਆ ਜਾਵੇ ਕਿ ਪੰਜਾਬ ਦੀ ਅਕਾਲੀ ਸਰਕਾਰ ਨੇ ਇਹਨਾਂ 2 ਸਿੰਘਾਂ ਨੂੰ ਮਾਰਿਆ। ਜੂਨ 84 ਲਈ ਵੀ ਅਸੀਂ ਦਰਬਾਰ ਸਾਹਿਬ ਦੇ ਉੱਤੇ ਲਿਖਿਆ ਕਿ ਕਾਂਗਰਸ ਦੀ ਸਰਕਾਰ ਨੇ ਇਹ ਕੰਮ ਕੀਤਾ ਨਾ। ਸੋ ਇਹ ਇੱਕ ਇਤਿਹਾਸਕ ਕੰਮ ਕਰਨਾ ਚਾਹੀਦਾ ਸੀ, ਸੋ ਦੈਟ ਕਿ ਜਦੋਂ ਇਤਿਹਾਸ ਦੇ ਉਹ ਪੰਨੇ ਆਉਣ, ਉਦੋਂ ਬਾਦਲ ਪਰਿਵਾਰ, ਬਾਦਲ ਸਰਕਾਰ ਤੇ ਇਹਨਾਂ ਦੇ ਚਮਚਿਆਂ ਨੇ ਜੋ ਅੱਜ ਵੀ ਇਹਨਾਂ ਨਾਲ ਖੜੇ ਨੇ। ਦੇਖੋ, ਅੱਜ ਦੀ ਡੇਟ ਦੇ ਉੱਤੇ 2 ਹੀ ਰਸਤੇ ਆ, ਆਈਦਰ ਯੂ ਆਰ ਵਿਦ ਪੰਥ ਔਰ ਯੂ ਆਰ ਵਿਦ ਬਾਦਲ। ਦੋਨਾਂ 'ਚ ਬਹੁਤ ਵੱਡੀ ਡਿਵੀਜ਼ਨ ਪੈ ਚੁੱਕੀ ਆ। ਤੁਸੀਂ ਦੋਨਾਂ ਵਿੱਚੋਂ ਇੱਕ ਪਾਸੇ ਹੋ ਸਕਦੇ ਹੋ, ਦੋਨੋਂ ਪਾਸੇ ਨਹੀਂ ਚੱਲ ਸਕਦੇ ਹੈਗੇ। ਪਰ ਸੰਦੀਪ ਸਿੰਘ ਜੀ, ਕੁਐਸਚਨ ਬੜਾ ਵਾਜਬ ਆ, ਕਿਉਂਕਿ ਇਹ ਵਾਦ ਵਿਵਾਦ ਵੀ ਉੱਠਿਆ ਸੀ ਕਿ ਜਿਹੜੀ ਸਟੇਜ ਬਣਾਈ ਸੀ ਉਸ ਦੇ ਵਿੱਚ ਕਾਫੀ ਲੋਕੀ ਉਹ ਸਟੇਜ ਤੇ ਬੈਠੇ ਸੀ, ਕੋਈ ਬੁਲਾਰੇ ਸੀ, ਕਿਸੇ ਨੇ ਸ਼ਮੂਲੀਅਤ ਕੀਤੀ ਸੀ। ਇਸ ਗੱਲ ਦੀ ਕੀ ਗਰੰਟੀ ਆ ਕਿ ਬਾਦਲ ਸਰਕਾਰ ਦੇ ਚਮਚੇ ਉਸ ਸਟੇਜ ਤੇ ਨਹੀਂ ਬੈਠੇ ਸਨ? ਤੁਹਾਡੀ ਗੱਲ ਸਹੀ ਆ, ਬੈਠੇ ਸੀਗੇ, ਕਈ ਬੰਦਿਆਂ ਨੇ ਵਿਰੋਧ ਕੀਤਾ ਹੈ। ਵਿਰੋਧ ਕਰਨ ਵਾਲਿਆਂ ਦੇ ਵਿੱਚ ਤੁਸੀਂ ਅਗਰ ਨੋਟਿਸ ਕੀਤਾ ਹੋਵੇ, ਕੁਲਬੀਰ ਸਿੰਘ ਬੜਾ ਪਿੰਡ ਜੋ ਕਿ ਸ਼੍ਰੋਮਣੀ ਕਮੇਟੀ ਮੈਂਬਰ ਨੇ, ਉਹਨਾਂ ਨੇ ਬੋਲਣ ਤੋਂ ਨਾ ਕੀਤਾ, ਕਹਿੰਦਾ ਮੈਂ ਬੋਲਣਾ ਹੀ ਨਹੀਂ ਇੱਥੇ, ਕਿਉਂਕਿ ਜਿਹੜੇ ਮਤੇ ਤੁਸੀਂ ਪਾਸ ਕਰ ਰਹੇ ਹੋ ਇਹ ਟੋਟਲੀ ਸਿੱਖ ਕੌਮ ਦੇ ਨਾਲ ਗਲਤ, ਸਿੱਖ ਕੌਮ ਨਾਲ ਤੁਸੀਂ ਧੋਖਾ ਕਰ ਰਹੇ ਹੋ। ਉਹਨਾਂ ਇਹੋ ਜਿਹੇ ਹੋਰ ਵੀ ਕਈ ਬੰਦੇ ਨੇ ਜਿਨ੍ਹਾਂ ਨੇ ਉੱਥੇ ਆਬਜੈਕਟ ਕੀਤਾ ਆ। ਪ੍ਰੋਬਲਮ ਤਾਂ ਇਹ ਹੈ ਕਿ ਮੈਨੂੰ ਇਹ ਲੱਗਦਾ ਹੈ ਕਿ ਦਿਸ ਪ੍ਰੋਗਰਾਮ ਵਾਸ ਬੀਇੰਗ ਹਾਈਜੈਕਡ। ਇਹ ਪ੍ਰੋਗਰਾਮ ਹਾਈਜੈਕ ਹੋ ਚੁੱਕਾ ਸੀ। ਇਸ ਪ੍ਰੋਗਰਾਮ ਦੀਆਂ ਜਿਹੜੀਆਂ ਕਾਰਵਾਈਆਂ ਨੇ ਉਹ ਟੋਟਲੀ ਸਰਕਾਰੀ ਖਾਤੇ 'ਚ ਗਈਆਂ ਨੇ, ਉਹ ਸਿੱਖ ਖਾਤੇ ਦੇ ਵਿੱਚ ਨਹੀਂ ਆਈਆਂ ਨੇ। ਇਹ ਇੱਕ ਹਾਈਜੈਕਡ ਪ੍ਰੋਗਰਾਮ ਸੀਗਾ। ਬਟ ਜੇ ਮੈਂ ਨਾਮ ਲੈ ਕੇ ਗੱਲ ਕਰਨਾ ਚਾਹਾਂ, ਸੰਤ ਬਲਜੀਤ ਸਿੰਘ ਦਾਦੂਵਾਲ ਜਾਂ ਸੰਤ ਰਣਜੀਤ ਸਿੰਘ ਜੀ ਢੰਡਰੀਆਂ ਵਾਲੇ,
ਪਿਛਲੇ ਕਾਫੀ ਸਮੇਂ ਤੋਂ ਇਹਨਾਂ ਦੇ ਵੀ ਬਾਦਲ ਪਰਿਵਾਰ ਨਾਲ ਕਾਫੀ ਸੰਬੰਧ ਦੱਸੇ ਜਾ ਰਹੇ ਨੇ। ਜੇ ਮਤੇ ਹੁਣ ਇਹ ਪਾਸ ਕਰਦੇ ਨੇ ਤਾਂ ਵਿਦੇਸ਼ਾਂ ਬੈਠੇ ਵਿੱਚ ਸਿੱਖ ਕਿਵੇਂ ਮੰਨ ਲੈਣਗੇ ਕਿ ਇਸ ਦੇ ਵਿੱਚ ਵੀ ਪੰਜਾਬ ਸਰਕਾਰ ਜਾਂ ਬਾਦਲ ਸਰਕਾਰ ਦਾ ਕੋਈ ਹੱਥ ਨਹੀਂ? ਦੇਖੋ, ਜਿਹੜੇ ਬੰਦੇ ਵੀ, ਜਿਨ੍ਹਾਂ ਬੰਦਿਆਂ ਤੇ ਵੀ ਉਂਗਲਾਂ ਉੱਠਦੀਆਂ, ਕੱਲ ਨੂੰ ਮੇਰੇ ਤੇ ਵੀ ਉਂਗਲ ਉੱਠੇ, ਮੈਨੂੰ ਇਹ ਚਾਹੀਦਾ ਪਰਸਨਲੀ ਕਿ ਕੌਮ ਹਿੱਤ ਨੂੰ ਮੈਂ ਅੱਗੇ ਰੱਖਾਂ ਤੇ ਆਪਣੀਆਂ ਇੰਡੀਵਿਜੂਅਲਸ ਲੀਡਰਸ਼ਿਪ ਨੂੰ ਗੇਨ ਕਰਨ ਲਈ ਉਹ ਆਪਣੇ ਕੋਲੇ ਬਹੁਤ ਮੌਕੇ ਅੱਗੇ ਆਉਣਗੇ। ਇਹ ਮੌਕਾ ਪੋਲੀਟੀਕਲ ਸਿਨੈਰੀਓ ਨੂੰ ਆਪਣੇ ਪੋਲੀਟੀਕਲ ਲਾਹਾ ਖੱਟਣ ਲਈ ਨਹੀਂ ਹੈਗਾ। ਤਾਈਓ ਮੈਂ, ਤੁਸੀਂ ਇਹ ਜਿਹੜੀ ਗੱਲ ਕਰ ਰਹੇ ਹੋ, ਇਹਦੇ ਨਾਲ ਹੀ ਮੈਂ ਇੱਕ ਗੱਲ ਹੋਰ ਜੋੜਨਾ ਚਾਹੁੰਦਾ। ਬਾਏ ਨੇਮ 2 ਦਿਨ ਪਹਿਲਾਂ ਦੀ ਗੱਲ ਆ, ਮੋਹਕਮ ਸਿੰਘ ਹੁਣੀ ਉਹ ਹਰਚਰਨ ਸਿੰਘ ਜਿਹਨੂੰ ਚੀਫ ਸੈਕਟਰੀ ਬਣਾਇਆ, ਉਹਨੂੰ ਚਿੱਠੀ ਦੇ ਕੇ ਆਏ ਆ। ਹੁਣ ਇਹ ਇੱਕ ਬਹੁਤ ਜ਼ਿਆਦਾ ਖਤਰਨਾਕ ਸਟੈਪ ਚੱਕਿਆ। 4 ਦਿਨ ਪਹਿਲਾਂ ਤੱਕ ਤਾਂ ਤੁਸੀਂ ਕਹਿੰਦੇ ਸੀਗੇ ਕਿ ਅਸੀਂ ਹਰਚਰਨ ਸਿੰਘ ਨੂੰ ਚੀਫ ਸੈਕਟਰੀ ਮੰਨਦੇ ਨਹੀਂ, ਅਸੀਂ ਇਸ ਪੋਸਟ ਨੂੰ ਨਹੀਂ ਮੰਨਦੇ, ਇਹ ਇੱਕ RSS ਦਾ ਬੰਦਾ ਆ। ਅੱਜ ਤੁਸੀਂ ਜਾ ਕੇ ਉਹਨਾਂ ਨੂੰ ਚਿੱਠੀਆਂ ਦੇ ਰਹੇ ਹੋ, ਇੱਕ ਤਰੀਕੇ ਨਾਲ ਤੁਸੀਂ ਉਹਨੂੰ ਇੰਡੋਰਸ ਵੀ ਕਰਦੇ ਪਏ ਹੋ। ਸੋ ਕਹਿਣ ਦਾ ਮਤਲਬ ਹੈ ਕਿ ਕੌਮ ਦੀ ਲੀਡਰਸ਼ਿਪ, ਜਿਹੜੇ ਅੱਜ ਸੋ ਕਾਲਡ ਜਿਹੜੇ ਲੀਡਰਸ ਬਣੇ ਹੋਏ ਆ, ਇਹਨਾਂ ਨੂੰ ਪਤਾ ਹੀ ਨਹੀਂ ਆ ਕਿ ਇਹ ਕੀ ਕਾਰਵਾਈਆਂ ਕਰਦੇ ਨੇ। ਇਹਨਾਂ ਨੂੰ ਇਹ ਦੂਰਅੰਦੇਸ਼ੀ ਕਿ ਇਹਨਾਂ ਲਈ 4 ਦਿਨ ਪਹਿਲਾਂ ਕੁਝ ਕਹਿ ਕੇ 4 ਦਿਨ ਬਾਅਦ ਉਹੀ ਕੰਮ ਕਰਦੇ ਆ ਜਿਨ੍ਹਾਂ ਚੀਜ਼ਾਂ ਨੂੰ ਇਹਨਾਂ ਨੇ 4 ਦਿਨ ਪਹਿਲਾਂ ਕੰਡੈਮ ਕੀਤਾ ਹੁੰਦਾ ਆ। ਸਾਡੀ ਲੀਡਰਸ਼ਿਪ ਦਾ ਇੱਕ ਬਹੁਤ ਵੱਡਾ ਗੈਪ ਆ ਪੰਜਾਬ ਦੀ ਧਰਤੀ ਦੇ ਉੱਤੇ। ਅੱਜ ਦੀ ਡੇਟ ਦੇ ਉੱਤੇ ਸਾਡੇ ਕੋਲੇ ਲੀਡਰਸ਼ਿਪ ਨਹੀਂ ਹੈਗੀ। ਜਿਹੜੇ ਲੀਡਰ ਬਣੇ ਹੋਏ ਆ ਉਹਨਾਂ ਦੇ ਵਿੱਚ ਲੀਡਰਸ਼ਿਪ ਕੁਆਲਿਟੀਜ਼ ਹੀ ਨਹੀਂ ਹੈਗੀਆਂ। ਉਹਨਾਂ ਨੂੰ ਪਤਾ ਹੀ ਨਹੀਂ ਹੈ ਕਿ ਲੀਡ ਕਿਵੇਂ ਕਰਨਾ ਆ। ਸੋ ਇੱਥੇ ਇੱਕ ਟਾਈਮ ਆਇਆ ਸੀ ਦਵਿੰਦਰ ਜੀ, ਮੈਂ ਮਾੜਾ ਜਿਹਾ ਨਾਲ ਜੋੜਨਾ ਚਾਹੂੰਗਾ ਇੱਥੇ। ਇਸ ਸਮੇਂ ਜਿਵੇਂ ਇੱਕ ਚੀਜ਼ ਦੀ ਜ਼ਰੂਰਤ ਹੈਗੀ ਆ ਪੰਜਾਬ ਦੇ ਵਿੱਚ, ਉਹ ਸਾਨੂੰ ਇੱਕ ਵਧੀਆ ਲੀਡਰ ਦੀ ਜ਼ਰੂਰਤ ਆ, ਜਿਹੜਾ ਮਾਹੌਲ ਠੀਕ ਕਰਨ ਦੇ ਨਾਲ ਨਾਲ ਕੌਮ ਨੂੰ ਇਸ ਸਮੇਂ ਨਾਲ ਲੀਡ ਵੀ ਕਰ ਸਕੇ। ਸਾਨੂੰ ਇਸ ਸਮੇਂ ਦੇ ਜਿਹੜੇ ਮੌਜੂਦਾ ਲੀਡਰ ਹੈਗੇ ਆ, ਮੈਨੂੰ ਉਹਨਾਂ ਦੇ ਵਿੱਚ ਕੋਈ ਵੀ, ਮੈਂ ਪਹਿਲਾਂ ਵੀ ਗੱਲ ਕਹੀ ਸੀ ਕਿ ਉਹਨਾਂ ਦੇ ਵਿੱਚ ਮੈਨੂੰ ਕੋਈ ਇਦਾਂ ਦਾ ਚਿਹਰਾ, ਇਦਾਂ ਦੀ ਕੋਈ ਸ਼ਖਸੀਅਤ ਨਜ਼ਰ ਨਹੀਂ ਆਉਂਦੀ ਜਿਹੜੀ ਕਿ ਆਪਣੀ ਕੌਮ ਨੂੰ ਇਸ ਸਮੇਂ ਪ੍ਰੋਪਰ ਤਰੀਕੇ ਨਾਲ ਲੀਡ ਕਰ ਸਕੇ। ਸੰਦੀਪ ਸਿੰਘ ਜੀ, ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੀ ਕਮੀ ਕਿੰਨੀ ਕੁ ਮਹਿਸੂਸ ਹੋ ਰਹੀ ਹੈ ਇਸ ਵੇਲੇ? 100% ਕਮੀ ਮਹਿਸੂਸ ਹੋ ਰਹੀ ਹੈ। ਦੇਖੋ, ਉਹ ਇੱਕ ਧਾਰਮਿਕ ਵਿਅਕਤੀ ਦੇ ਨਾਲ ਨਾਲ ਇੱਕ ਰਾਜਨੀਤਿਕ ਸੋਚ ਰੱਖਦੇ ਸੀਗੇ। ਉਹਨਾਂ ਦੇ ਸਟੈਂਡਸ ਬਹੁਤ ਕਲੀਅਰ ਸੀਗੇ। ਅੱਜ ਦੀ ਡੇਟ ਦੇ ਉੱਤੇ ਸਭ ਤੋਂ ਵੱਡੀ ਪ੍ਰੋਬਲਮ ਇਹ ਹੈ ਕਿ ਤੁਸੀਂ ਕਮਿਊਨਿਟੀ ਅੱਗੇ ਕੁਝ ਰੱਖਦੇ ਹੀ ਨਹੀਂ ਹੋ, ਤੁਸੀਂ ਡਿਕਟੇਟ ਕਰਦੇ ਹੋ। ਹੁਣ ਅਸੀਂ ਚੌਂਕੀਦਾਰ ਹਾਂ ਕੌਮ ਦੇ, ਅਸੀਂ ਕੌਮ ਦੇ ਡਿਕਟੇਟਰ ਨਹੀਂ ਹੈਗੇ। ਕੌਮ ਤੋਂ ਪੁੱਛ ਕੇ ਫੈਸਲੇ ਲਿੱਤੇ ਜਾਣੇ ਚਾਹੀਦੇ ਆ, ਨਾ ਕਿ ਆਪਣੇ ਫੈਸਲੇ ਕੌਮ ਉੱਤੇ ਥੋਪੇ ਜਾਣੇ ਚਾਹੀਦੇ ਆ। ਤੁਸੀਂ ਪਿਛਲੇ ਕੁਝ ਸਮੇਂ ਤੋਂ, ਭਾਵੇਂ ਉਹ ਬਾਦਲ ਆ, ਭਾਵੇਂ ਉਹ ਬਾਕੀ ਜਥੇਬੰਦੀਆਂ ਨੇ ਜਿਨ੍ਹਾਂ ਨੇ ਸਰਬੱਤ ਖਾਲਸਾ ਕਾਲ ਕੀਤਾ, ਭਾਵੇਂ ਕੋਈ ਹੋਰ ਆ, ਉਹਨਾਂ ਨੇ ਹਮੇਸ਼ਾ ਹੀ ਪਿਛਲੇ ਕੁਝ ਸਮੇਂ ਤੋਂ ਆਪਣੇ ਫੈਸਲੇ ਕੌਮ ਤੇ ਥੋਪੇ ਨੇ, ਕੌਮ ਦੀ ਇਜਾਜ਼ਤ ਨਹੀਂ ਲਿੱਤੀ ਆ। ਹੋਰ ਇਹ ਇੱਕ ਵੱਡਾ ਕਾਰਨ ਆ। ਸੰਤ ਜਰਨੈਲ ਸਿੰਘ ਉਹਨਾਂ ਦੀ ਜਿਹੜੀ ਗੱਲ ਆ, ਉਹ ਸਟੇਜ ਤੇ ਜੋ ਕਹਿੰਦੇ ਸੀਗੇ, ਬੈਕ ਦੇ ਉੱਤੇ ਵੀ ਉਹੀ ਕੰਮ ਕਰਦੇ ਸੀਗੇ। ਅਗਰ ਕੋਈ ਬੰਦਾ ਉਸ ਸੰਘਰਸ਼ ਤੋਂ ਮਾੜਾ ਮੋਟਾ ਵੀ ਇੱਧਰ ਉੱਧਰ ਹੁੰਦਾ ਸੀ, ਉਹ ਕੌਮ ਦੇ ਅੱਗੇ ਉਹਨਾਂ ਇਸ਼ੂਜ਼ ਨੂੰ ਪ੍ਰੈਜ਼ੈਂਟ ਕਰਦੇ ਸੀਗੇ। ਅੱਜ ਦੀ ਡੇਟ ਦੇ ਉੱਤੇ ਸਾਡੇ ਕੋਲੇ ਕੋਈ ਵੀ ਇਹੋ ਜਿਹਾ ਲੀਡਰ ਨਹੀਂ ਹੈਗਾ। ਤਾਈਓ ਮੌਕੇ ਦੀ ਨਜ਼ਾਕਤ ਨੂੰ ਸਮਝਦੇ ਹੋਏ ਅਗਰ ਕੌਮ ਨੂੰ ਬਚਾਉਣਾ ਆ, ਜਦ ਤੱਕ ਤੁਸੀਂ ਸਰਬੱਤ ਖਾਲਸਾ ਇੰਸਟੀਚਿਊਟ ਜ਼ਰੂਰ ਦੁਬਾਰਾ ਤੋਂ ਲਾਗੂ ਹੋਣੀ ਚਾਹੀਦੀ ਆ, ਪਰ ਉਹਨੂੰ ਸਿਸਟਮ ਅਧੀਨ ਹੋਣੀ ਚਾਹੀਦੀ ਆ, ਆਪ ਹੁਦਰੀਆਂ ਕਾਰਵਾਈਆਂ ਨਾਲ ਨਹੀਂ ਹੋਣੀ ਚਾਹੀਦੀ। ਉਹਨੂੰ ਬੁਲਾਉਣ ਦਾ ਤਰੀਕਾ ਗਲੋਬਲ ਸਿਸਟਮ ਆ, ਨਾ ਕਿ ਇੱਕ ਸ਼ਹਿਰ ਦੇ ਵਿੱਚ। ਇੱਕ ਸ਼ਹਿਰ ਦੇ ਵਿੱਚ ਜਿਹੜੇ ਲੋਕੀ ਆ ਕਹਿੰਦੇ ਕਿ ਹਾਂ ਅਕਾਲ ਤਖਤ ਸਾਹਿਬ ਤੇ ਸਰਬੱਤ ਖਾਲਸਾ ਸੱਦਿਆ ਜਾਣਾ ਚਾਹੀਦਾ ਆ, ਮੇਰਾ ਸਵਾਲ ਉਹਨਾਂ ਨੂੰ ਇਹ ਆ ਕਿ ਜਦੋਂ ਸਿੱਖ ਜੰਗਲਾਂ ਦੇ ਵਿੱਚ ਸੀਗੇ, ਜਦੋਂ ਅਕਾਲ ਤਖਤ ਸਾਹਿਬ ਦੇ ਉੱਤੇ ਤੁਹਾਡਾ ਕੰਟਰੋਲ ਨਹੀਂ ਸੀ, ਉਦੋਂ ਸਰਬੱਤ ਖਾਲਸਾ ਜੰਗਲਾਂ 'ਚ ਹੁੰਦਾ ਰਿਹਾ ਆ। ਅੱਜ ਸਿੱਖ ਦੁਨੀਆ ਭਰ 'ਚ ਵਸਦੇ ਨੇ, ਕਿਉਂ ਕੱਲਾ ਅਕਾਲ ਤਖਤ ਸਾਹਿਬ ਦੇ ਉੱਤੇ ਸਰਬੱਤ ਖਾਲਸਾ ਹੋਵੇ? ਜਦੋਂ ਅਕਾਲ ਤਖਤ ਸਾਹਿਬ ਦਾ ਜਿਹੜਾ ਕੰਟਰੋਲ ਆ ਉਹ ਤੁਹਾਡੇ ਹੱਥ 'ਚ ਹੈ ਹੀ ਨਹੀਂ, ਉਹ ਸਿੱਖਾਂ ਦੇ ਹੱਥ ਦੇ ਵਿੱਚ ਹੈ ਹੀ ਨਹੀਂ, ਉਹ ਤਾਂ ਨਾਗਪੁਰ ਦੇ ਹੱਥ ਦੇ ਵਿੱਚ ਆ। ਫਿਰ ਵੀ ਅਸੀਂ ਉਹਨਾਂ ਕੋਲੇ ਜਾ ਕੇ ਉਹਨਾਂ ਨੂੰ ਚਿੱਠੀਆਂ ਦੇ ਕੇ ਕੌਮ ਨੂੰ ਜਲੀਲ ਕਰਵਾਉਂਦੇ ਆ। ਕਿ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਰਾਜਸੀ ਪਾਰਟੀ ਸਿੱਖਾਂ ਦੀ ਇਸ ਧਾਰਮਿਕ ਜਿਹੜੀ ਪ੍ਰੋਬਲਮ ਆਈ ਹੋਈ ਆ ਉਸ ਨੂੰ ਸੋਲਵ ਕਰ ਸਕਦੀ ਆ? ਇੱਕੋ ਹੀ ਹੱਲ ਆ ਭਾਜੀ, ਮੈਂ ਉੱਥੇ ਹੀ ਘੁਮਾ ਕੇ ਫੇਰ ਗੱਲ ਉੱਥੇ ਆਉਣੀ ਆ। ਬਿਲਕੁਲ ਹੱਲ ਹੋ ਸਕਦਾ ਆ, ਕੌਮ ਦੀ ਇੱਕ ਲੀਡਰਸ਼ਿਪ ਨਿਕਲ ਸਕਦੀ ਆ, ਪਰ ਉਹਨੂੰ ਲੀਡਰਸ਼ਿਪ ਨੂੰ ਕੱਢਣ ਦਾ ਇੱਕ ਤਰੀਕਾ ਆ, ਇੱਕ ਸਿਸਟਮ ਆ। ਉਸ ਸਿਸਟਮ ਨੂੰ ਬਾਇਕਾਟ ਕਰੋਗੇ, ਪੁਰਾਣੇ ਲੀਡਰਸ ਨੂੰ ਬਾਰ-ਬਾਰ ਉਹਨਾਂ ਹੀ ਚਿਹਰਿਆਂ ਨੂੰ ਬਾਰ-ਬਾਰ ਅੱਗੇ ਲੈ ਕੇ ਆਉਂਗੇ, ਕੁਝ ਨਹੀਂ ਅਚੀਵ ਕਰ ਸਕੋਗੇ। ਲੀਡਰਸ਼ਿਪ ਬਣਾਉਣੀ ਪਊਗੀ।
ਲੀਡਰਸ਼ਿਪ ਕੱਢਣੀ ਪਏਗੀ, ਲੀਡਰਸ਼ਿਪ ਨਿਕਲ ਸਕਦੀ ਆ। ਉਹਦਾ ਇੱਕ ਬਹੁਤ ਸਿੰਪਲ ਪ੍ਰੋਸੈਸ ਆ। ਸਿੰਪਲ ਪ੍ਰੋਸੈਸ ਇਹ ਆ ਕਿ ਇੱਕ ਕਮਰੇ ਦੇ ਵਿੱਚ ਦੁਨੀਆ ਭਰ ਦੀਆਂ ਜਥੇਬੰਦੀਆਂ ਇਕੱਠੀਆਂ ਹੋਣ, ਇਕੱਠੀਆਂ ਇਦਾਂ ਨਾ ਹੋਣ ਕਿ ਜਿਵੇਂ ਲੁਧਿਆਣੇ 'ਚ ਮੀਟਿੰਗ ਸੱਦੀ, ਮੀਟਿੰਗ ਕੀਤੀ, ਮੀਟਿੰਗ ਕਰਨ ਤੋਂ ਬਾਅਦ ਤੋਂ ਤੁਸੀਂ ਬਿਨਾਂ ਉੱਥੇ ਜਿਹੜੀਆਂ ਜਥੇਬੰਦੀਆਂ ਬੈਠੀਆਂ ਨੇ ਉਹਨਾਂ ਦੀ ਸਹਿਮਤੀ ਤੋਂ ਬਿਨਾਂ ਕੋਈ ਕਾਲ ਦੇ ਦਿਓ। ਦਿਸ ਇਜ਼ ਨਾਟ ਡਨ। ਇਹ ਉਹ ਜ਼ਮਾਨੇ ਚਲੇ ਗਏ। ਅੱਜ ਦੀ ਡੇਟ ਦੇ ਉੱਤੇ ਇਹ ਚੀਜ਼ਾਂ ਨਹੀਂ ਚੱਲਣਗੀਆਂ। ਤੁਹਾਨੂੰ ਹਰ ਚੀਜ਼ ਦਾ ਜਵਾਬ ਦੇਣਾ ਪਊਗਾ। ਤੁਹਾਨੂੰ ਇੱਕ ਕਮਰੇ 'ਚ ਬੈਠ ਕੇ ਇੱਕ ਡਾਕੂਮੈਂਟ ਤਿਆਰ ਕਰਨਾ ਪਊਗਾ। ਤੁਹਾਨੂੰ ਕਹਿਣਾ ਪਊਗਾ, ਤੁਹਾਨੂੰ ਲੋਕਾਂ ਨੂੰ ਦੱਸਣਾ ਪਊਗਾ ਕਿ ਤੁਸੀਂ ਕਰ ਕੀ ਰਹੇ ਹੋ, ਤੁਸੀਂ ਕਰਨਾ ਚਾਹੁੰਦੇ ਕੀ ਹੋ, ਤੁਹਾਡੇ ਟਾਰਗੇਟਸ ਕੀ ਨੇ। ਜਦ ਤੱਕ ਤੁਸੀਂ ਗਲੋਬਲ ਸਰਬੱਤ ਖਾਲਸਾ ਜਾਂ ਸਿੱਖ ਵਰਲਡ ਪਾਰਲੀਮੈਂਟ ਜਾਂ ਇਦਾਂ ਦੀ ਕੋਈ ਢਾਂਚਾ ਖੜਾ ਨਹੀਂ ਕਰਦੇ, ਉਸ ਦੇ ਵਿੱਚੋਂ ਦੀ ਤੁਸੀਂ ਇੱਕ ਸਟਰਕਚਰ ਨਹੀਂ ਬਣਾਉਂਦੇ, ਉਹ ਉਨੀ ਦੇਰ ਤੱਕ ਕੋਈ ਲੀਡਰਸ਼ਿਪ ਨਹੀਂ ਨਿਕਲੂਗੀ, ਉਨੀ ਦੇਰ ਤੱਕ ਕੁਝ ਤੁਹਾਨੂੰ ਹਾਸਲ ਨਹੀਂ ਹੋਊਗਾ। ਤੁਸੀਂ ਆਪਣੇ ਮੁੰਡੇ ਬਾਰ-ਬਾਰ ਸ਼ਹੀਦ ਕਰਵਾਓਗੇ, ਉਸ ਤੋਂ ਤੁਹਾਨੂੰ ਪ੍ਰਾਪਤੀ ਜ਼ੀਰੋ ਹੋਏਗੀ। ਜੋ ਤੁਹਾਡੇ ਪਿਛਲੇ 30 ਸਾਲ ਦੀ ਅਗਰ ਤੁਸੀਂ ਪਿਛਲੇ 30 ਸਾਲ ਦਾ ਦੇਖੋ ਇਤਿਹਾਸ, ਹਮੇਸ਼ਾ ਇਦਾਂ ਹੋਇਆ ਕਿ ਵੇਵਸ ਬਣੀਆਂ, ਮਿੰਟਾਂ ਦੇ ਵਿੱਚ ਨੀਚੇ ਗਈਆਂ। ਰਾਜੋਆਣੇ ਵਾਲੀ ਵੇਵ ਬਣੀ, ਨੀਚੇ ਗਈ। ਝੂਠੇ ਸੌਦੇ ਵਾਲੀ ਵੇਵ ਬਣੀ, ਨੀਚੇ ਗਈ। ਇਹ ਤਾਂ ਕੁਝ ਸਮੇਂ ਤੋਂ ਮੈਂ ਆਪ ਦੇਖਦਾ ਪਿਆ, ਪਿਛਲੀਆਂ ਤੁਸੀਂ ਵੀ ਦੇਖੀਆਂ ਨੇ ਜਿਹੜੇ ਮੇਰੇ ਤੋਂ ਬਜ਼ੁਰਗ ਨੇ। ਉਹਦਾ ਕਾਰਨ ਲੱਭੋ। ਕਾਰਨ ਇਹ ਆ ਕਿ ਤੁਹਾਡੇ ਵਿੱਚ ਉਹ ਬੰਦੇ ਆ ਜਾਂਦੇ ਨੇ ਜਿਹੜੇ ਬੰਦੇ ਮੂਵਮੈਂਟ ਨੂੰ ਖਤਮ ਕਰਨ ਲਈ ਆਉਂਦੇ ਆ। ਉਹਨਾਂ ਦਾ ਕੰਮ ਹੀ ਆਇਆ ਆ, ਉਹ ਕਦੀ ਵੀ ਮੂਵਮੈਂਟ ਬਣਨ ਨਹੀਂ ਦੇਣਾ ਚਾਹੁੰਦੇ ਹੁੰਦੇ। ਉਹ ਕਦੀ ਨਹੀਂ ਚਾਹੁੰਦੇ ਕਿ ਸਿੱਖਾਂ ਦੀ ਇੱਕ ਸੁਚੱਜੀ ਲੀਡਰਸ਼ਿਪ ਇਸ ਚੋਂ ਨਿਕਲੇ। ਕੀ ਸਿਮਰਨਜੀਤ ਸਿੰਘ ਮਾਨ ਤੇ ਵਿਸ਼ਵਾਸ ਕੀਤਾ ਜਾ ਸਕਦਾ ਕਿ ਇਸ ਨਾਜ਼ੁਕ ਘੜੀ ਦੇ ਵਿੱਚ ਸਿੱਖ ਕੌਮ ਨੂੰ ਇੱਕ ਲੀਡਰਸ਼ਿਪ ਦੇ ਸਕਦੇ ਨੇ? ਦੇਖੋ, ਮੈਂ ਇਸ ਕਹਿੰਦਾ ਮੈਂ ਕਿਸੇ ਦੇ ਉੱਤੇ ਪਰਸਨਲ ਗੱਲ ਨਾ ਕਰਦੇ ਹੋਏ ਮੈਂ ਇਹ ਗੱਲ ਕਹੂੰਗਾ ਕਿ ਕੌਮ ਨੂੰ ਨਵੀਂ ਲੀਡਰਸ਼ਿਪ ਦੀ ਲੋੜ ਆ। ਆਈ ਥਿੰਕ ਦਵਿੰਦਰ ਜੀ ਕਾਫੀ ਗੱਲਾਂ ਜਿਹੜੀਆਂ ਇਹਦੇ ਵਿੱਚ ਇਹ ਵੀ ਹੈਗੀਆਂ ਕਿ ਮੈਂ ਇੱਕ ਐਗਜ਼ਾਮਪਲ ਦੇਣੀ ਚਾਹੂੰਗਾ। ਜਦੋਂ ਆਮ ਆਦਮੀ ਪਾਰਟੀ ਦੀ ਇੱਕ ਮੈਂ ਐਗਜ਼ਾਮਪਲ ਲੈਣਾ, ਜਦੋਂ ਸ਼ੁਰੂਆਤ ਹੋਈ ਸੀ ਤੇ ਸ਼ਾਇਦ ਆਮ ਆਦਮੀ ਪਾਰਟੀ ਦੀ ਜਿਹੜੇ ਉਹਨਾਂ ਦੇ ਲੀਡਰ ਸੀਗੇ, ਜਿਹੜੇ ਇਹਨਾਂ ਦੇ ਨਾਲ ਜੁੜੇ ਹੋਏ ਸੀਗੇ, ਉਹਨਾਂ ਦੀ ਇੰਟੈਂਸ਼ਨ ਜਿਹੜੀ ਸੀ ਉਹ ਬਹੁਤ ਓਨੈਸਟ ਸੀਗੀ। ਪਰ ਅੱਜ ਦੀ ਡੇਟ ਦੇ ਵਿੱਚ ਮੈਨੂੰ ਲੱਗਦਾ ਹੈ ਕਿ ਕਿਤੇ ਨਾ ਕਿਤੇ ਉਹਨਾਂ ਨਾਲ ਇਦਾਂ ਦੇ ਜਿਹੜੇ ਆਨਸਰ ਹੈਗੇ ਉਹ ਜੁੜ ਚੁੱਕੇ ਆ, ਜਿਹੜੇ ਸ਼ਾਇਦ ਆਮ ਆਦਮੀ ਪਾਰਟੀ ਨੂੰ ਕਮਜ਼ੋਰ ਕਰਨਾ ਚਾਹੁੰਦੇ ਆ। ਉਹ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਦੇ ਲਾਗੇ ਹੋ ਚੁੱਕੇ ਆ, ਜਿਹੜੇ ਚਾਹੁੰਦੇ ਆ ਕਿ ਆਮ ਆਦਮੀ ਪਾਰਟੀ ਕਮਜ਼ੋਰ ਹੋਵੇ ਜਾਂ ਆਮ ਆਦਮੀ ਪਾਰਟੀ ਆਪਣੇ ਮੰਤਵ ਤੋਂ ਭਟਕ ਜਾਵੇ। ਸੋ ਕੁਝ ਇਦਾਂ ਦਾ ਹੀ ਜਿਹੜੇ ਹਾਲਾਤ ਹੈਗੇ ਉਹ ਮੌਜੂਦਾ ਲੀਡਰਾਂ ਦੇ ਨਾਲ ਹੋ ਚੁੱਕੇ ਆ। ਇੱਦਾਂ ਦੇ ਤੱਤ ਜਿਹੜੇ ਹੈਗੇ, ਇੱਦਾਂ ਦੇ ਲੋਕ ਜਿਹੜੇ ਨੇ ਉਹ ਮੌਜੂਦਾ ਜਿਹੜੇ ਸਾਨੂੰ ਲੀਡ ਕਰਨ ਦੀ ਕੋਸ਼ਿਸ਼ ਕਰ ਰਹੇ ਆ, ਉਹਨਾਂ ਦੇ ਨਾਲ ਜੁੜ ਚੁੱਕੇ ਆ ਤੇ ਉਹ ਕਿਤੇ ਨਾ ਕਿਤੇ ਉਹਨਾਂ ਨੂੰ ਭਟਕਾਉਣ ਦੀ ਕੋਸ਼ਿਸ਼ ਦੇ ਵਿੱਚ ਕਾਮਯਾਬੀ ਹੋ ਰਹੇ ਆ ਔਰ ਭਟਕਾ ਰਹੇ ਵੀ ਹੈਗੇ ਆ। ਸੋ ਕਿਤੇ ਨਾ ਕਿਤੇ ਇਹ ਓਵਰਹੋਲਿੰਗ ਜਿਹੜੀ ਹੈਗੀ ਹੈ, ਜਿੱਦਾਂ ਸੰਦੀਪ ਜੀ ਨੇ ਕਿਹਾ ਕਿ ਉਹ ਓਵਰਹੋਲਿੰਗ ਦੀ ਬਿਲਕੁਲ ਸਾਨੂੰ ਜ਼ਰੂਰਤ ਹੈਗੀ ਆ। ਔਰ ਇਹ ਛੋਟੇ ਪੱਧਰ ਤੇ ਨਹੀਂ ਹੈਗੀ, ਇਹ ਬਹੁਤ ਵੱਡੇ ਪੱਧਰ ਤੇ ਸਾਨੂੰ ਇਸ ਦੀ ਜ਼ਰੂਰਤ ਹੈਗੀ ਆ। ਇਹ ਕੋਈ ਮਾਮੂਲੀ ਗੱਲ ਨਹੀਂ, ਇਸ ਨੂੰ ਬਹੁਤ ਛੋਟੀ ਜੀ ਘਟਨਾ ਨਹੀਂ ਲੈ ਕੇ ਚੱਲ ਸਕਦੇ, ਇਹਨੂੰ ਬਹੁਤ ਗੰਭੀਰ ਮੁੱਦਾ ਲੈ ਕੇ ਚੱਲਣਾ। ਜੇ ਸਰਬੱਤ ਖਾਲਸਾ ਵੀ ਸੱਦਿਆ ਜਾਣਾ, ਉੱਥੇ ਵੀ ਸਾਨੂੰ ਅੱਜ ਦੀ ਜਨਰੇਸ਼ਨ ਜਿਹੜੀ ਹੈਗੀ ਖਾਸ ਤੌਰ ਤੇ ਉਹਨਾਂ ਨੂੰ ਅੱਗੇ ਆ ਕੇ ਕੌਮ ਦੀ ਵਾਗਡੋਰ ਆਪਣੇ ਹੱਥਾਂ ਵਿੱਚ ਲੈਣੀ ਪੈਣੀ ਆ। ਔਰ ਇੱਕ ਗੱਲ ਸੰਦੀਪ ਜੀ ਨੇ ਬਹੁਤ ਵਧੀਆ ਮੈਨੂੰ ਉਹ ਪੁਆਇੰਟ ਲੱਗਾ ਸੀਗਾ ਕਿ ਜਿਹੜੇ ਅੱਜ ਦੇ ਈਵਨ ਜਿਹੜੇ ਸਾਡੇ ਜਥੇਦਾਰ ਵੀ ਚੋਣ ਕੀਤੀ ਜਾਂਦੀ ਆ, ਉਹ ਸ਼੍ਰੋਮਣੀ ਕਮੇਟੀ ਦੇ ਅਧੀਨ ਨਾ ਹੋਵੇ, ਉਹ ਸ਼੍ਰੋਮਣੀ ਕਮੇਟੀ ਦੇ EMPLOYE ਨਾ ਹੋਣ। ਉਹ ਇਸ ਤਰੀਕੇ ਨਾਲ ਕੀਤੀ ਜਾਵੇ ਕਿ ਉਸ ਵਿਅਕਤੀ ਨੇ ਕੌਮ ਦੇ ਲਈ ਕੀਤਾ ਕੀ ਆ, ਉਹ ਕੌਮ ਉਸ ਇਨਸਾਨ ਦੀ ਕੌਮ ਨੂੰ ਕੀ ਦੇਣ ਹੈਗੀ ਆ, ਚਾਹੇ ਉਹ ਪ੍ਰਚਾਰਕ ਦੇ ਤੌਰ ਤੇ ਹੋਵੇ, ਚਾਹੇ ਕਿਸੇ ਹੋਰ ਤਰੀਕੇ ਦੇ ਨਾਲ ਹੋਵੇ। ਉਹ ਇੱਕ ਬੁੱਧੀਜੀਵੀ ਹੋਵੇ ਜਿਹੜਾ ਸਾਡੀ ਕੌਮ ਨੂੰ ਵਾਕਿਆ ਹੀ ਲੀਡ ਕਰ ਸਕੇ। ਇਹ ਚਾਹੇ ਆਉਣ ਵਾਲੇ ਪਿਛਲੇ 1-2 ਦਿਨਾਂ ਤੋਂ ਇਹ ਗੱਲਾਂ ਬਾਤਾਂ ਚੱਲਦੀਆਂ ਪਈਆਂ ਕਿ ਪੰਜਾਬ ਦੇ ਜਿਹੜੇ 3 ਤਖਤ ਹੈਗੇ ਆ ਉਹਨਾਂ ਦੇ ਜਥੇਦਾਰਾਂ ਨੂੰ ਚਾਹੇ ਹਟਾਇਆ ਜਾ ਰਿਹਾ ਆ, ਪਰ ਅਜੇ ਤੱਕ ਕੋਈ ਉਹਦੇ ਉੱਤੇ ਪੁਖਤਾ ਕਾਰਵਾਈ ਜਿਹੜੀ ਹੈਗੀ ਆ ਉਹ ਸਾਹਮਣੇ ਨਹੀਂ ਆਈ ਹੈਗੀ। ਇਹ ਅੰਦਰ ਖਾਤੇ ਦੀਆਂ ਗੱਲਾਂ ਹੀ ਆ, ਸ਼ਾਇਦ ਕਿਆਸ ਰਾਈਆਂ ਹੀ ਲਾਈਆਂ ਜਾ ਰਹੀਆਂ ਕਿ ਸ਼ਾਇਦ ਇਦਾਂ ਹੋ ਜਾਵੇ, ਸ਼ਾਇਦ ਉਹਨਾਂ ਤੋਂ ਅਸਤੀਫੇ ਮੰਗੇ ਜਾਣ। ਔਰ ਜਿਹੜੇ ਬਾਕੀ ਦੇ 2 ਤਖਤ ਪੌਂਟਾ ਸਾਹਿਬ ਹੈਗਾ, ਮਾਫ ਕਰਨਾ ਪਟਨਾ ਸਾਹਿਬ ਔਰ ਜਿਹੜਾ ਨੰਦੇੜ ਸਾਹਿਬ ਆ, ਉੱਥੇ ਦੇ ਜਥੇਦਾਰ ਜਿਹੜੇ ਹੈਗੇ ਆ, ਉੱਥੇ ਦੀ ਮੈਨੇਜਮੈਂਟ ਜਿਹੜੀ ਹੈਗੀ ਆ, ਉੱਥੇ ਦੇ ਜਥੇਦਾਰ ਉਸ ਮੈਨੇਜਮੈਂਟ ਦੇ ਅਧੀਨ ਆਉਂਦੇ ਪਏ ਆ। ਔਰ ਪੰਜਾਬ ਦੇ ਵਿੱਚ ਜਿਹੜੇ 3 ਤਖਤ ਆ ਉਹ ਸ਼੍ਰੋਮਣੀ ਕਮੇਟੀ ਦੇ ਅਧੀਨ ਆਉਂਦੇ ਆ। ਇਸ ਕਰਕੇ ਸ਼੍ਰੋਮਣੀ ਕਮੇਟੀ ਉਹਨਾਂ 3 ਤਖਤਾਂ ਦੇ ਜਥੇਦਾਰਾਂ ਲਈ ਜ਼ਿੰਮੇਵਾਰ ਹੈਗੀ ਆ। ਸੋ ਇੱਥੇ ਇਹ ਵੀ ਇੱਕ ਬਹੁਤ ਵੱਡਾ ਸਵਾਲ ਜਿਹੜਾ ਜੋ 5 ਪਿਆਰਿਆਂ ਨੇ ਹੁਕਮ ਜਾਰੀ ਕੀਤਾ ਸੀਗਾ। ਪਰਮਿੰਦਰ ਸਿੰਘ ਜੀ,
ਜੇ ਮੈਂ ਇੱਕ ਨਿਊਟਰਲ ਬੰਦਾ, ਜਾਣੀ ਜੇ ਅਸੀਂ ਸਿੱਖ ਹੁੰਦੇ ਹਾਂ ਤਾਂ ਸਾਡੀਆਂ ਧਾਰਮਿਕ ਭਾਵਨਾਵਾਂ ਜੁੜ ਜਾਂਦੀਆਂ, ਪਰ ਜਿਵੇਂ ਮੈਂ ਨਿਊਟਰਲ ਗੱਲ ਕਰਾਂ, ਜੇ ਇੰਨੀ ਹੀ ਪ੍ਰੋਬਲਮ ਆ ਤਾਂ ਸਾਨੂੰ ਅਜਿਹੇ ਇੰਸਟੀਟਿਊਸ਼ਨ ਦੀ ਕੀ ਲੋੜ ਆ? ਜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣੀ ਸੀ, ਦਿੱਲੀ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਲੱਗ ਬਣ ਗਈ, ਹਰਿਆਣੇ ਦੀ ਲਹਿਦਾ ਬਣ ਗਈ, ਤੇ ਜੇ ਇਸ ਦੀ ਇੰਨੀ ਇੰਪੋਰਟੈਂਸ ਨਹੀਂ, ਇੰਨੀ ਪ੍ਰੋਬਲਮ ਨਹੀਂ, ਤਾਂ ਇਹ ਸੰਸਥਾ ਹੀ ਖਤਮ ਕਰ ਦੇਣੀ ਚਾਹੀਦੀ ਆ। ਵਾਈ ਵੀ ਨੀਡ ਇਟ? ਇਹ ਆਈ ਥਿੰਕ ਸੰਦੀਪ ਜੀ ਤੁਸੀਂ ਜਵਾਬ ਦੇਣਾ ਚਾਹੋਗੇ? ਹਾਂਜੀ, ਦੇਖੋ ਸ਼੍ਰੋਮਣੀ ਕਮੇਟੀ ਜਿਹੜੀ ਆ ਉਹ ਆਲ ਇੰਡੀਆ ਗੁਰਦੁਆਰਾ ਐਕਟ ਅਧੀਨ ਇੱਕ ਬਾਡੀ ਆ, ਕੋਈ ਆਜ਼ਾਦ ਬਾਡੀ ਨਹੀਂ ਹੈਗੀ ਆ। ਇਸ ਦੇ ਵਿੱਚ ਵੀ ਅਗਰ ਕਿ ਨਾ ਤੁਸੀਂ ਕਈ ਚੀਜ਼ਾਂ ਤਾਂ ਆਲ ਇੰਡੀਆ ਗੁਰਦੁਆਰਾ ਐਕਟ ਦੇ ਅਧੀਨ ਵੀ ਨਹੀਂ ਹੈਗੀਆਂ ਜੋ ਇਹ ਕਰੀ ਜਾਂਦੇ ਆ। ਫੋਰ ਐਗਜ਼ਾਮਪਲ, ਜਥੇਦਾਰਾਂ ਦੀ ਕੋਈ ਹੋਂਦ ਨਹੀਂ ਆ ਆਲ ਇੰਡੀਆ ਗੁਰਦੁਆਰਾ ਐਕਟ ਦੇ ਅਧੀਨ। ਦੂਸਰੀ, ਜਿਹੜਾ ਇਹਨਾਂ ਨੇ ਚੀਫ ਸੈਕਟਰੀ ਲਾਇਆ ਉਹਦੀ ਕੋਈ ਹੋਂਦ ਨਹੀਂ ਹੈਗੀ ਇਸ ਐਕਟ ਦੇ ਅਧੀਨ। ਜਿਹੜਾ ਇਹ ਐਕਟ ਆ, ਇਹ ਐਕਚੁਅਲ ਦੇ ਵਿੱਚ ਇਸ ਐਕਟ ਦਾ ਸਿੱਖਾਂ ਨੂੰ ਜ਼ਿਆਦਾ ਨੁਕਸਾਨ ਹੀ ਹੋਇਆ ਆ, ਫਾਇਦਾ ਕੋਈ ਖਾਸ ਨਹੀਂ ਹੋਇਆ। ਨੁਕਸਾਨ ਇਸ ਲਈ ਹੋਇਆ ਕਿਉਂਕਿ ਕਿ ਨਾ ਇੱਕ ਤਾਂ ਤੁਸੀਂ ਇੱਕ ਹਿੰਦੁਸਤਾਨ ਦੇ ਢਾਂਚੇ ਦੇ ਅਧੀਨ ਆ ਕੇ ਇੱਕ ਬਾਡੀ ਬਣਾ ਲਈ ਜਿਹਦਾ ਕੰਟਰੋਲ ਤੁਸੀਂ ਉੱਥੇ ਮੀਟਿੰਗ ਕਰਦੇ ਹੋ, ਜਦੋਂ ਉੱਥੇ ਡੀਸੀ ਦੇ ਅਧੀਨ ਤੁਹਾਡੀ ਮੀਟਿੰਗ ਹੁੰਦੀ ਆ। ਐਕਚੁਅਲ ਦੇ ਵਿੱਚ ਤੁਸੀਂ ਜਿੰਨਾ ਮਰਜ਼ੀ ਜੋ ਮਰਜ਼ੀ ਕਹੀ ਚੱਲੋ ਕਿ ਅਕਾਲ ਤਖਤ ਸੁਪਰੀਮ ਆ, ਅਕਾਲ ਤਖਤ ਦਾ ਜਥੇਦਾਰ ਸੁਪਰੀਮ ਆ, ਮੈਂ ਵੀ ਕਹਿੰਦਾ ਕਿ ਅਕਾਲ ਤਖਤ ਦਾ ਜਥੇਦਾਰ ਸੁਪਰੀਮ ਆ, ਪਰ ਦੁਨਿਆਵੀ ਤੌਰ ਤੇ ਇੱਕ ਡੀਸੀ ਦੇ ਅਧੀਨ ਸ਼੍ਰੋਮਣੀ ਕਮੇਟੀ ਦੀ ਮੀਟਿੰਗ ਹੁੰਦੀ ਹੈਗੀ ਆ। ਸ਼੍ਰੋਮਣੀ ਕਮੇਟੀ ਦਾ ਕੰਮ ਸੀ ਗੁਰਦੁਆਰਾ ਸੰਭਾਲ ਕਰਨਾ ਅਤੇ ਪ੍ਰਚਾਰ ਕਰਨਾ, ਧਰਮ ਪ੍ਰਚਾਰ ਕਰਨਾ ਆ। ਜੋ ਉਸਦੇ ਮੇਨ ਮੋਟੋ ਸੀਗੇ ਉਸ ਤੋਂ ਭਟਕ ਚੁੱਕੀ ਆ। ਨਾ ਤਾਂ ਉਹ ਪ੍ਰਚਾਰ ਪ੍ਰੋਪਰਲੀ ਕਰ ਸਕੇ। ਮੈਨੂੰ ਦਿਖਾਓ ਕੀ ਪ੍ਰਚਾਰ ਕੀਤਾ ਉਹਨਾਂ ਨੇ। ਅਗਰ ਪ੍ਰਚਾਰ ਕੀਤਾ ਹੁੰਦਾ ਤੇ ਜਿਹੜੀਆਂ ਦੁੱਕੀ ਤਿੱਕੀ ਦੀਆਂ ਦੁਕਾਨਾਂ ਖੁੱਲੀਆਂ ਫਿਰਦੀਆਂ ਨੇ ਉੱਥੇ, ਉਹ ਖੁੱਲਦੀਆਂ ਨਾ, ਲੋਕੀ ਉਹਨਾਂ ਕੋਲੇ ਜਾਂਦੇ ਨਾ, ਉੱਥੇ ਐਡਾ ਜ਼ਿਆਦਾ ਨਸ਼ੇ ਦਾ ਵਪਾਰ ਨਾ ਹੁੰਦਾ, ਉੱਥੇ ਲੋਕਾਂ ਦੇ ਵਿੱਚ ਇੰਨੀਆਂ ਪ੍ਰੋਬਲਮਸ ਨਾ ਹੁੰਦੀਆਂ ਅਗਰ ਗੁਰਮਤ ਦਾ ਵਿਚਾਰ ਪ੍ਰੋਪਰਲੀ ਕੀਤਾ ਜਾਂਦਾ। ਪਰ ਉਹਨਾਂ ਦਾ ਕਦੀ ਮੋਟਿਵ ਵੀ ਨਹੀਂ ਸੀਗਾ। ਅਕਾਲੀ ਦਲ ਨੇ ਸਿਰਫ ਉਹਨੂੰ ਇੱਕ ਆਪਣਾ ਪੰਥਕ ਫੇਸ ਦਿਖਾਉਣ ਵਾਸਤੇ ਉਹਨੂੰ ਯੂਜ਼ ਕੀਤਾ ਅਤੇ ਕੌਮ ਨੂੰ ਬਰਬਾਦੀ ਵਾਲੇ ਪਾਸੇ ਲੈ ਕੇ ਗਏ। ਸ਼੍ਰੋਮਣੀ ਕਮੇਟੀ ਦੀ ਅੱਜ ਦੀ ਡੇਟ ਦੇ ਉੱਤੇ ਸਿੱਖਾਂ ਨੂੰ ਲੋੜ ਨਹੀਂ, ਪਰ ਦੂਜੇ ਪਾਸੇ ਜਦੋਂ ਤੁਸੀਂ ਹਿੰਦੁਸਤਾਨ 'ਚ ਰਹਿ ਰਹੇ ਹੋ, ਉਹ ਇੱਕ ਐਕਟ ਬਣਿਆ ਹੋਇਆ ਆ, ਉਹ ਹੁਣ ਸਿੱਖਾਂ ਦੀ ਇੱਕ ਮਜਬੂਰੀ ਬਣ ਚੁੱਕੀ ਆ। ਅਗਰ ਗੁਰਦੁਆਰਿਆਂ ਨੂੰ ਆਜ਼ਾਦ ਕਰਵਾਉਣਾ ਆ ਤੇ ਉਹ ਸ਼੍ਰੋਮਣੀ ਕਮੇਟੀ ਦੇ ਉੱਤੇ ਕਾਬਜ਼ ਹੋ ਕੇ ਹੀ ਕਰਵਾਇਆ ਜਾ ਸਕਦਾ ਆ। ਉਹ ਜੋ ਵੀ ਹੋਣਾ ਆ ਉਹ ਇੱਕ ਧਾਰਮਿਕ ਪੋਲੀਟੀਕਲ ਏਰੀਆ, ਉਹਨੂੰ ਇੱਕ ਸਾਈਡ ਤੇ ਰੱਖਦੇ ਹੋਏ ਅੱਜ ਉਸ ਤੋਂ ਵੀ ਵੱਡੀ ਜਿਹੜੀ ਜ਼ਰੂਰਤ ਆ ਉਹ ਹੈਗੀ ਆ ਅਕਾਲ ਤਖਤ ਸਾਹਿਬ ਨੂੰ ਆਜ਼ਾਦ ਕਰਵਾਉਣ ਦੀ। ਜਦੋਂ ਅਕਾਲ ਤਖਤ ਸਾਹਿਬ ਨੂੰ ਆਜ਼ਾਦ ਕਰਵਾਉਣਾ ਹੈ ਤਾਈਓ ਮੈਂ ਬਾਰ-ਬਾਰ ਇਹ ਗੱਲ ਕਹਿ ਰਿਹਾ ਕਿ ਅਕਾਲ ਤਖਤ ਸਾਹਿਬ ਦੇ ਉੱਤੇ ਬੈਠਣ ਵਾਲੇ ਵਿਅਕਤੀ ਨੂੰ ਇੱਕ ਪਾਵਰ ਹੋਣੀ ਚਾਹੀਦੀ ਆ, ਉਹਦਾ ਇੱਕ ਸਿਸਟਮ ਹੋਣਾ ਚਾਹੀਦਾ ਆ, ਉਹਦੀ ਇੱਕ ਅਲੱਗ ਬਾਡੀ ਹੋਣੀ ਚਾਹੀਦੀ ਆ, ਉਹਦੀ ਇੱਕ ਚੋਣ ਪ੍ਰਣਾਲੀ ਹੋਣੀ ਚਾਹੀਦੀ ਆ। ਇੱਦਾਂ ਨਹੀਂ ਹੋਣਾ ਚਾਹੀਦਾ ਕਿ ਸ਼੍ਰੋਮਣੀ ਕਮੇਟੀ ਦਾ ਤੁਸੀਂ ਉਹਨੂੰ ਇੱਕ ਮੁਲਾਜ਼ਮ ਬਣਾ ਕੇ ਰੱਖ ਲਵੋ ਤੇ ਉਸ ਤੋਂ ਬਾਅਦ ਚੋਂ ਆਪ ਹੁਦਰੀਆਂ ਕਾਰਵਾਈਆਂ ਉਸ ਤੋਂ ਕਰਵਾਓ। ਸ਼੍ਰੋਮਣੀ ਕਮੇਟੀ ਇਹਨੂੰ ਸਿਰਫ ਗੁਰਦੁਆਰਾ ਸੰਭਾਲ ਕਰੇ, ਉਹ ਜਥੇਦਾਰਾਂ ਨੂੰ ਲੀਡ ਨਾ ਕਰੇ। ਪਰ ਜੇ ਗੱਲ ਕੀਤੀ ਜਾਵੇ ਰਾਜਨੀਤੀ ਤੇ ਧਰਮ ਦੀ, ਤਾਲਮੇਲ ਤਾਂ ਸ਼ੁਰੂ ਤੋਂ ਹੀ ਬਣਿਆ ਹਿਸਟੋਰੀਕਲ ਆ ਕਿ ਕਦੇ ਧਰਮ ਰਾਜਨੀਤੀ ਤੇ ਹਾਵੀ ਹੋ ਜਾਂਦਾ, ਕਦੇ ਰਾਜਨੀਤੀ ਧਰਮ ਤੇ ਹਾਵੀ ਹੋ ਜਾਂਦੀ ਆ। ਜੇ ਅੱਜ ਦਾ ਸਿਨੈਰੀਓ ਦੇਖਿਆ ਜਾਵੇ, ਤੁਹਾਡੀ ਗੱਲਬਾਤ ਨਾਲ ਜੇ ਮੈਂ ਸਹਿਮਤ ਹੋਵਾਂ ਤਾਂ ਤੁਸੀਂ ਇਹ ਕਹਿ ਰਹੇ ਹੋ ਕਿ ਰਾਜਨੀਤੀ ਧਰਮ ਦੇ ਉੱਤੇ ਕਾਫੀ ਹਾਵੀ ਹੋ ਚੁੱਕੀ ਆ। ਪੰਜਾਬ ਸਰਕਾਰ ਤੋਂ ਜਾਂ ਉਹਨਾਂ ਦੇ ਬਿਊਰੋਕਰੇਟਸ ਨੂੰ ਧਰਮ ਨੂੰ, ਖਾਸ ਕਰਕੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਜਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਡਾਇਰੈਕਸ਼ਨ ਦਿੱਤੀਆਂ ਜਾਂਦੀਆਂ ਨੇ। ਕੀ ਜਿਹੜਾ ਧਾਰਮਿਕ ਸੰਕਟ ਹੋਇਆ ਇਸ ਦਾ ਕੋਈ ਰਾਜਨੀਤਿਕ ਸੋਲੂਸ਼ਨ ਹੋ ਜਾਵੇ ਕਿ ਰਾਜਨੀਤਿਕ ਸੋਲੂਸ਼ਨ ਦੇ ਨਾਲ ਜੇ ਰਾਜਨੀਤਿਕ ਪਾਰਟੀਆਂ ਨੇ ਧਰਮ ਦੇ ਉੱਤੇ ਹਾਵੀ ਹੋਣਾ ਤਾਂ then they can help to solve this problem or not? No, it won't. It won't. Reason being ਕਿ ਲਾਈਕ ਗੱਲ ਤਾਂ ਉਹੀ ਆ ਰਹੀ ਹੈ, ਗੱਲ ਮੈਂ ਬਾਰ-ਬਾਰ ਉਹੀ ਕਹਿ ਰਿਹਾ ਕਿ ਮੁੱਦਾ ਬਾਦਲ ਹੈ ਹੀ। ਬਾਦਲ ਸਾਡੇ ਲਈ ਅੱਜ ਦੀ ਡੇਟ ਦੇ ਉੱਤੇ ਮੁਸ਼ਕਿਲ ਆ। ਬਾਦਲ ਦੀ ਜਗ੍ਹਾ ਇੰਨੀ ਪਾਵਰ ਅਗਰ ਤੁਸੀਂ ਕੱਲ ਨੂੰ ਸੰਦੀਪ ਸਿੰਘ ਨੂੰ ਦੇ ਦਿਓ, ਪਰਸੋਂ ਮਨਦੀਪ ਸਿੰਘ ਨੂੰ ਦੇ ਦਿਓ, ਚੌਥ ਨੂੰ ਕਿਸੇ ਹੋਰ ਨੂੰ ਦੇ ਦਿਓ, ਉਦੋਂ ਇਸ ਚੀਜ਼ ਦਾ ਨੁਕਸਾਨ ਹੋਏਗਾ। ਅਕਾਲ ਤਖਤ ਨੂੰ ਆਜ਼ਾਦ ਰੱਖਣਾ ਚਾਹੀਦਾ ਹੈ, ਉਹ ਇਹਨਾਂ ਸਾਰੀਆਂ ਚੀਜ਼ਾਂ ਤੋਂ ਬਾਹਰ ਹੋਣਾ ਚਾਹੀਦਾ ਆ। ਉਹਦੀ ਪ੍ਰਣਾਲੀ ਡਿਫਰੈਂਟ ਹੋਣੀ ਚਾਹੀਦੀ ਆ, ਉਹ ਸ਼੍ਰੋਮਣੀ ਕਮੇਟੀ ਅਧੀਨ ਹੋਣਾ ਹੀ ਨਹੀਂ ਚਾਹੀਦਾ। ਅਗਰ ਹੋਏਗਾ, ਜਿਹੜਾ ਬੰਦਾ ਵੀ ਪਾਵਰ ਚਾਹੂਗਾ ਉਹਦਾ ਮਿਸਯੂਜ਼ ਕਰੂਗਾ। ਦਵਿੰਦਰ ਜੀ, ਮੈਂ ਇੱਥੇ ਇੱਕ ਐਗਜ਼ਾਮਪਲ ਦੇਣਾ ਚਾਹੂੰਗਾ। ਆਈ ਥਿੰਕ ਸ਼ਾਇਦ ਕ੍ਰਿਸਚੀਅਨਸ ਵੀ ਇਸ ਦੌਰ ਦੇ ਵਿੱਚੋਂ ਨਿਕਲ ਚੁੱਕੇ ਆ ਤੇ ਉਹਨਾਂ ਦੇ ਜਿਹੜੀ ਪੋਪ ਦੀ ਉਹਨਾਂ ਦਾ ਅਹੁਦਾ ਹੈਗਾ ਆ ਔਰ ਉਹਦੀ ਜਿਹੜੀ ਚੋਣ ਹੈਗੀ ਆ ਉਹ ਇਸੇ ਪ੍ਰੋਸੈਸ ਦੇ ਥਰੂ ਹੀ ਕੀਤੀ ਜਾਂਦੀ ਆ। ਆਈ ਥਿੰਕ
ਉਹਨਾਂ ਦਾ ਸ਼ਾਇਦ ਚਾਹੇ ਕਾਫੀ ਸਮੇਂ ਤੋਂ ਚੱਲਿਆ ਆ ਰਿਹਾ ਪਰ ਕਾਫੀ ਉਹ ਇਵੋਲਵ ਹੋ ਕੇ ਉਹ ਮਾਡਰਨ ਹੋ ਚੁੱਕਾ ਆ ਇਸ ਸਮੇਂ ਸਿਸਟਮ। ਔਰ ਨਾਲ ਦੀ ਨਾਲ ਉਹ ਕਿਸੇ ਨਾ ਕਿਸੇ ਤਰੀਕੇ ਨਾਲ ਪੋਲੀਟੀਕਲ ਇਨਫਲੂਐਂਸ ਉਹਦੇ ਵਿੱਚ ਨਹੀਂ ਕਿਸੇ ਦਾ ਵੀ ਹੈਗਾ। ਸੋ ਇਦਾਂ ਦਾ ਸਾਨੂੰ ਇੱਕ ਸਿਸਟਮ ਜਿਹੜਾ ਆ ਉਹ ਸਾਨੂੰ ਵੀ ਸੈੱਟ ਕਰਨ ਦੀ ਜ਼ਰੂਰਤ ਹੈਗੀ ਆ। ਚਾਹੇ ਮੈਂ ਕੰਪੈਰੀਜ਼ਨ ਨਹੀਂ ਕਰਨਾ ਚਾਹੁੰਦਾ ਪਰ ਮੈਂ ਇੱਕ ਸਿਸਟਮ ਦੀ ਗੱਲ ਕਰ ਰਿਹਾ ਇੱਥੇ ਕਿ ਇੱਥੇ ਜਿਹੜਾ ਸਿਸਟਮ ਹੈਗਾ ਆ ਉਹਨੂੰ ਕਰੈਕਟ ਕਰਨ ਦੀ ਜ਼ਰੂਰਤ ਹੈਗੀ ਆ। ਪੰਜਾਬ ਸਰਕਾਰ ਜਾਂ ਗਵਰਨਮੈਂਟ ਦੀ ਮੈਂ ਕਹੂੰਗਾ ਇਨਵੋਲਵਮੈਂਟ ਧਰਮ ਦੇ ਵਿੱਚ ਜਿਹੜੀ ਹੈਗੀ ਆ ਉਹ ਬਿਲਕੁਲ ਨਹੀਂ ਹੋਣੀ ਚਾਹੀਦੀ। ਕੋਈ ਵੀ ਪੋਲੀਟੀਕਲ ਜਿਹੜਾ ਪ੍ਰਭਾਵ ਹੈਗਾ ਆ ਉਹ ਸਿਰੇ ਤੋਂ ਖਤਮ ਹੋਣਾ ਚਾਹੀਦਾ। ਸ਼ਾਇਦ ਇਸੇ ਕਰਕੇ ਅਗਰ ਵੈਟੀਕਨ ਸਿਟੀ ਦੀ ਗੱਲ ਕਰੀਏ ਤੇ ਉੱਥੇ ਕੋਈ ਕਿਸੇ ਸਰਕਾਰ ਦਾ ਕੰਟਰੋਲ ਨਹੀਂ ਹੈਗਾ। ਸੋ ਉਹੀ ਜਿਹੜਾ ਇੱਕ ਪ੍ਰਭਾਵ ਹੈਗਾ ਆ ਉਹ ਸਾਨੂੰ ਉੱਥੇ ਦਰਬਾਰ ਸਾਹਿਬ ਦੇ ਵਿੱਚ ਅਕਾਲ ਤਖਤ ਕੰਪਲੈਕਸ ਦੇ ਵਿੱਚ ਮੈਨੂੰ ਲੱਗਦਾ ਉੱਥੇ ਵੀ ਸਾਨੂੰ ਉਹੀ ਕੁਝ ਸਾਨੂੰ ਕ੍ਰੀਏਟ ਕਰਨਾ ਪੈਣਾ ਹੈ। ਦੇਖੋ ਟਾਈਮ ਕਾਫੀ ਹੋ ਚੁੱਕਿਆ, ਇਹ ਵਿਸ਼ਾ ਕਾਫੀ ਲੰਬਾ, ਕਾਫੀ ਚਰਚਾ ਕਰ ਸਕਦੇ ਹਾਂ, ਸੰਕਟ ਕਾਫੀ ਗੰਭੀਰ ਆ। ਅਖੀਰ ਦੇ ਵਿੱਚ ਸੰਦੀਪ ਸਿੰਘ ਜੀ ਸਾਡੇ ਸਰੋਤਿਆਂ ਨੂੰ ਪੰਜਾਬ ਦੀ ਜਿਹੜੀ ਮੌਜੂਦਾ ਸਥਿਤੀ ਆ ਉਸ ਬਾਰੇ ਕੀ ਮੈਸੇਜ ਦੇਣਾ ਚਾਹੋਗੇ? ਪ੍ਰਵਾਸੀ ਜਿਹੜੇ ਅਸੀਂ ਪੰਜਾਬੀ ਇੱਥੇ ਬੈਠੇ ਹਾਂ, ਜਦੋਂ ਉੱਧਰੋਂ ਕੋਈ ਮਾੜੀ ਨਿਊਜ਼ ਆਉਂਦੀ ਆ ਤਾਂ ਸਾਡੇ ਜਿਹੜੇ ਦਿਲ ਨੇ ਉਹਨਾਂ ਤੇ ਜਿਹੜਾ ਅਸਰ ਪੈਂਦਾ ਉਹ ਤਾਂ ਅਸੀਂ ਸਾਰੇ ਹੀ ਜਾਣਦੇ ਹਾਂ, ਪਰ ਕੀ ਮੈਸੇਜ ਦੇਣਾ ਚਾਹੋਗੇ ਕਿ ਅਜੋਕੀ ਸਥਿਤੀ ਦੇ ਵਿੱਚ ਪੰਜਾਬ ਕਿੱਥੋਂ ਲੰਘ ਰਿਹਾ ਤੇ ਕੀ ਸੋਲੂਸ਼ਨ ਹੋ ਸਕਦਾ? ਅੱਜ ਦਾ ਜਿਹੜਾ ਸਮਾਂ ਆ, ਅਸੀਂ ਹਿਸਟਰੀ ਕ੍ਰੀਏਟਰਸ ਹਾਂ, ਅਸੀਂ ਹਿਸਟਰੀ ਕ੍ਰੀਏਟ ਕਰ ਰਹੇ ਹਾਂ। ਅਸੀਂ ਇੱਕ ਬਹੁਤ ਵੱਡੀ ਭੂਮਿਕਾ ਨਿਭਾ ਸਕਦੇ ਹਾਂ। ਸਰਬੱਤ ਖਾਲਸਾ ਦਾ ਹੋਣਾ ਬਹੁਤ ਜ਼ਰੂਰੀ ਆ, ਉਹਨੂੰ ਜ਼ਰੂਰ ਹੋਣਾ ਚਾਹੀਦਾ, ਪਰ ਉਹਦਾ ਇੱਕ ਸਿਸਟਮ ਹੋਣਾ ਚਾਹੀਦਾ। ਉਹਨੂੰ ਗਲੋਬਲ ਪੱਧਰ ਤੇ ਕਰੋ। ਅਸੀਂ ਪੰਜਾਬ ਵਾਲਿਆਂ ਨਾਲ ਵੀ ਗੱਲ ਕੀਤੀ ਸੀ, ਜਿਹੜਾ ਜਿਹੜਾ ਇਸ ਸੈਟਰਡੇ ਸੰਡੇ ਮੀਟਿੰਗਸ ਹੋ ਰਹੀਆਂ ਨੇ ਅਮਰੀਕਾ ਤੇ ਇੰਗਲੈਂਡ, ਉਸ ਦੇ ਵਿੱਚ ਵੀ ਮੈਂ ਆਪ ਅਮਰੀਕਾ ਜਾ ਰਿਹਾ, ਟੋਰਾਂਟੋ ਤੋਂ ਕੁਝ ਬੰਦੇ ਇੰਗਲੈਂਡ ਵੀ ਜਾ ਰਹੇ ਨੇ। ਉਸ ਦੇ ਵਿੱਚ ਵੀ ਅਸੀਂ ਗਲੋਬਲ ਸਰਬੱਤ ਖਾਲਸੇ ਦੀ ਹੀ ਗੱਲ ਕਰ ਰਹੇ ਹਾਂ। 30 ਲੱਖ ਸਿੱਖ ਪੂਰੀ ਦੁਨੀਆ ਦੇ ਵਿੱਚ ਪੰਜਾਬ ਤੋਂ ਬਾਹਰ ਵਸਦਾ ਆ। ਅਗਰ ਤੁਸੀਂ ਉਹਨਾਂ ਨੂੰ ਇਨਵੋਲਵ ਨਹੀਂ ਕਰਦੇ ਹੋ ਤੇ ਉਸ ਦੇ ਵਿੱਚ ਜਿਹੜੀ ਸਿੱਖਾਂ ਦੀ ਟੋਟਲ ਰਾਏ ਆ ਉਹ ਕਦੀ ਨਹੀਂ ਵਿੱਚ ਆਊਗੀ। ਸੋ ਟੋਟਲ ਇਨਵੋਲਵਮੈਂਟ ਹੋਣੀ ਚਾਹੀਦੀ ਹੈ। ਦੂਸਰੀ ਗੱਲ ਮੈਂ ਇੱਕ ਜਿੱਥੇ ਫਾਈਨਲੀ ਖਤਮ ਕਰਨਾ ਚਾਹੂੰਗਾ ਉਹ ਇਹ ਆ ਕਿ ਜਥੇਦਾਰਾਂ ਦੀ ਚੋਣ ਦਾ ਇੱਕ ਲਿਖਤੀ ਢਾਂਚਾ ਤਿਆਰ ਕੀਤਾ ਜਾਵੇ ਤਾਂ ਕਿ ਜਥੇਦਾਰ ਕਿਸੇ ਵੀ ਦੇਸ਼ ਦੇ ਕਾਨੂੰਨ ਅਤੇ ਸਿਆਸੀ ਪ੍ਰਭਾਵ ਤੋਂ ਮੁਕਤ ਹੋ ਕੇ ਸਿੱਖ ਕੌਮ ਦੇ ਭਵਿੱਖ ਨੂੰ ਰਚਨਾਉਣ ਵਾਲਾ ਅਤੇ ਸੁਚੱਜੀ ਅਗਵਾਈ ਦੇਣ ਵਾਲੇ ਫੈਸਲੇ ਕਰ ਸਕਣ। ਇਹ ਜਥੇਦਾਰ ਜਦ ਤੱਕ ਕਿਸੇ ਵੀ ਚੀਜ਼ ਦੇ ਅਧੀਨ ਹੋਣਗੇ, ਜਦੋਂ ਵੀ ਕੋਈ ਇੰਪਲੋਈ ਆ, ਮੇਰਾ ਇੰਪਲੋਈ ਮੇਰੇ ਅੱਗੇ ਜ਼ਬਾਨ ਨਹੀਂ ਲੜਾਊਗਾ, ਉਹ ਮੇਰਾ ਵਫਾਦਾਰ ਰਹੂਗਾ। ਅਸੀਂ ਇਹੋ ਜਿਹੇ ਬੰਦੇ ਲਿਆਈਏ ਜੋ ਕੌਮ ਦੇ ਵਫਾਦਾਰ ਹੋਣ, ਕੌਮ ਦੀ ਅਗਵਾਈ ਉਹ ਲੋਕ ਕਰਨ। ਉਹਦਾ ਇੱਕ ਢਾਂਚਾ, ਉਹੀ ਬਾਰ-ਬਾਰ ਉਹੀ ਗੱਲ ਕਿ ਗਲੋਬਲ ਸਰਬੱਤ ਖਾਲਸਾ ਇਜ਼ ਵਨ ਐਂਡ ਓਨਲੀ ਆਪਸ਼ਨ, ਇਸ ਤੋਂ ਨੀਚੇ ਕੋਈ ਆਪਸ਼ਨ ਨਹੀਂ ਆ। 2-4 ਬੰਦਿਆਂ ਦੇ ਸੱਦੇ ਨੂੰ ਤੁਸੀਂ ਸਰਬੱਤ ਖਾਲਸਾ ਨਹੀਂ ਕਹਿ ਸਕਦੇ। ਇਹ ਸਰਬੱਤ ਖਾਲਸੇ ਦੇ ਸਿਧਾਂਤ ਨੂੰ ਸੱਟ ਮਾਰਨ ਵਾਲੀ ਗੱਲ ਆ। ਸਰਬੱਤ ਖਾਲਸੇ ਦੇ ਨਾਮ ਤੋਂ ਹੀ ਪਤਾ ਚੱਲਦਾ ਹੈ ਕਿ ਸਰਬੱਤ ਦਾ ਮਤਲਬ ਸਾਰੇ ਸਿੱਖਾਂ ਦੀ ਇਨਵੋਲਵਮੈਂਟ ਹੋਣੀ ਬਹੁਤ ਜ਼ਰੂਰੀ ਆ। ਜਦ ਤੱਕ ਉਹ ਨਹੀਂ ਹੁੰਦੀ ਉਸ ਤੋਂ ਤੁਸੀਂ ਕੁਝ ਪ੍ਰਾਪਤ ਨਹੀਂ ਕਰੋਗੇ। ਅਸੀਂ ਆਪਣੇ ਮੁੰਡੇ ਸ਼ਹੀਦ ਕਰਾਵਾਂਗੇ ਜਿਵੇਂ ਹੁਣ ਤੱਕ ਕਰਵਾਉਂਦੇ ਆਏ ਆ। ਜਿਹੜੇ ਬੰਦੇ ਪ੍ਰਚਾਰਕ, ਜਿਹੜੇ ਵੀ ਬੰਦੇ ਕੌਮ ਦੀ ਅਗਵਾਈ ਲੈਂਦੇ ਨੇ, ਉਹਨਾਂ ਨੂੰ ਘੱਟੋ ਘੱਟ ਜੋ ਉਹ ਸਟੇਟਮੈਂਟ ਦਿੰਦੇ ਨੇ, ਜੋ ਉਹ ਅਗਵਾਈ ਕਰਦੇ ਨੇ, ਉਹਨਾਂ ਨੂੰ ਸੋਚਣਾ ਚਾਹੀਦਾ ਹਰ ਸਟੈਪ ਚੱਕਣ ਲਈ। ਕਈ ਲੋਕਾਂ ਨਾਲ ਮੇਰੀ ਗੱਲ ਹੋਈ ਆ ਹਰਚਰਨ ਸਿੰਘ ਵਾਲੇ ਇਸ਼ੂ ਦੇ ਉੱਤੇ, ਉਹਨਾਂ ਨੂੰ ਇਹ ਬਹੁਤ ਛੋਟਾ ਮੁੱਦਾ ਲੱਗਦਾ ਹੈ, ਪਰ ਮੇਰੇ ਹਿਸਾਬ ਨਾਲ ਇਹ ਬਹੁਤ ਵੱਡਾ ਮੁੱਦਾ ਹੈ। ਕਿਉਂਕਿ ਤੁਸੀਂ 4 ਦਿਨ ਪਹਿਲਾਂ ਤੱਕ ਉਹਨਾਂ ਨੂੰ ਗਾਲਾਂ ਕੱਢੀਆਂ, ਉਹਨਾਂ ਨੇ ਕਿਹਾ ਕਿ ਇਹ RSS ਦਾ ਏਜੰਟ ਹੈ, ਇਹਦੀ ਕੋਈ ਹੋਂਦ ਨਹੀਂ ਆ। ਅੱਜ ਤੁਸੀਂ ਜਾ ਕੇ ਉਹਨਾਂ ਨੂੰ ਚਿੱਠੀਆਂ ਦੇ ਕੇ ਇੱਕ ਤਰੀਕੇ ਨਾਲ ਆਥੈਂਟੀਕੇਟ ਕਰਤਾ। ਆਲਦੋ ਕਿ ਸਿੱਖ ਇਸ ਬੰਦੇ ਨੂੰ ਜਾਂ ਇਸ ਪੋਸਟ ਨੂੰ ਮੰਨਣ ਤੋਂ ਇਨਕਾਰੀ ਨੇ, ਪਰ ਜਿਹੜੇ ਬੰਦਿਆਂ ਨੇ ਇਹ ਕੰਮ ਕੀਤਾ ਆ ਉਹਨਾਂ ਦੀ ਪਹਿਚਾਣ ਕਰਨੀ ਜ਼ਰੂਰੀ ਹੈ। ਨਾਲ ਦੇ ਨਾਲ ਉਹਨਾਂ ਬਾਦਲ ਦਲੀਆਂ ਦੀ ਜ਼ਰੂਰ ਪਹਿਚਾਣ ਕਰੋ ਜੋ ਅੱਜ ਪੰਥ ਦੇ ਨਾਲ ਨਾ ਖੜ ਕੇ ਕੌਮ ਦੇ ਗਦਾਰਾਂ ਨਾਲ ਖੜੇ ਨੇ। ਧੰਨਵਾਦ। ਸੰਦੀਪ ਸਿੰਘ ਜੀ ਤੇ ਪਰਮਿੰਦਰ ਸਿੰਘ ਜੀ, ਤੁਸੀਂ ਸਾਡੇ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਏ, ਕਾਫੀ ਵਧੀਆ ਜਾਣਕਾਰੀ ਦਿੱਤੀ ਜੋ ਪੰਜਾਬ ਦੀ ਅਜੋਕੀ ਸਥਿਤੀ ਦੇ ਵਿੱਚੋਂ, ਕਾਫੀ ਗੰਭੀਰ ਸੰਕਟ ਦੇ ਵਿੱਚੋਂ ਖਾਸ ਕਰਕੇ ਸਿੱਖ ਧਰਮ ਨਿਕਲ ਰਿਹਾ ਉਸ ਦੇ ਬਾਰੇ ਜਾਣਕਾਰੀ ਦਿੱਤੀ, ਕਾਫੀ ਪਹਿਲੂਆਂ ਤੇ ਚਰਚਾ ਕੀਤੀ। ਤੁਹਾਡਾ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਣ ਦਾ ਬਹੁਤ ਧੰਨਵਾਦ। ਥੈਂਕ ਯੂ ਵੈਰੀ ਮਚ। ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ।